ਹੈ ਵੀ ਮਾਰਕੀਟ ਇੱਥੋਂ ਤੱਕ ਜਾਊਗੀ। ਹਾਂਜੀ। ਅਤੇ ਸਰ ਐਡ ਦੀ ਮਨੀ ਅਤੇ ਆਊਟ ਦਾ ਮਨੀ ਦਾ ਵੀ ਸਰ ਮਾੜਾ ਜਿਹਾ ਦੱਸ ਦਿਓ ਮੋਟਾ ਮੋਟਾ ਜਿਹਾ। ਸਰ ਆਪਾਂ ਕਦੇ ਵੀ ਜਦੋਂ ਇੰਟਰਾਡੇ ਕਰਨੀ ਹੈ, ਉਹ ਐਡ ਦਾ ਮਨੀ ਹੈ, ਆਊਟ ਦਾ ਮਨੀ ਨਹੀਂ ਚੱਕਣਾ। ਹਾਂਜੀ ਹਾਂਜੀ ਸਰ, ਇਹ ਗੱਲ ਪਤਾ ਸਰ, ਇੰਨੀ ਰੱਖਣਾ ਸਰ ਉਹ ਆਪਾਂ। ਹਾਂਜੀ ਤੇ ਸਰ ਮਤਲਬ ਐਡ ਤੇ ਸਮਝਾਉਣ ਦੇ ਜੀ ਥੋੜ੍ਹਾ ਜਿਹਾ ਛੇਤੀ ਛੇਤੀ ਜੀ। ਸਰ ਉਹੀ ਗੱਲ ਹੈ ਨਾ ਕਿ ਦੇਖੋ ਹੁਣ ਜਦੋਂ ਆਪਾਂ ਮੰਨ ਲਓ ਆਪਾਂ ਲੰਬਾ ਟਾਰਗੇਟ ਲੈਣਾ, ਹੁਣ ਕੀ ਲੰਬਾ ਟਾਰਗੇਟ ਆਪਾਂ 20 ਪੁਆਇੰਟਾਂ ਦਾ ਰੱਖਾਂਗੇ ਸਿਰਫ? ਨਹੀਂ ਸਰ, ਜ਼ਿਆਦਾ ਰੱਖਾਂਗੇ ਸਰ। ਹਫ਼ਤੇ 'ਚ ਆਪਾਂ ਕਿੰਨਾ ਟਾਰਗੇਟ, ਜੇ ਆਪਾਂ ਕਹਿੰਦੇ ਵੀ ਅਸੀਂ ਹਫ਼ਤੇ ਦੀ ਐਕਸਪਾਇਰੀ ਲਈ ਹੈ, ਤਾਂ ਆਪਣਾ ਹਫ਼ਤੇ ਦਾ ਟਾਰਗੇਟ ਦੇਖੋ ਵੀ ਮਾਰਕੀਟ ਕਿੰਨੇ ਦਾ ਟਾਰਗੇਟ ਲਵਾਂਗੇ, ਕੋਈ ਘੱਟੋ ਘੱਟ 200-300 ਦਾ ਟਾਰਗੇਟ ਲਵਾਂਗੇ ਨਾ। ਹਾਂਜੀ ਸਰ। ਠੀਕ ਹੈ, ਤਾਂ ਬਸ ਉਸੇ ਤਰ੍ਹਾਂ ਕੀ ਹੈ ਵੀ ਜੇ ਆਪਾਂ ਮੰਨ ਲਓ ਦਿਨ 'ਚ ਆਪਾਂ ਕਹਿੰਦੇ ਅਸੀਂ ਦਿਨ ਦੇ 20 ਪੁਆਇੰਟ ਖਾਣੇ ਆ ਹਾਂਜੀ ਇੰਟਰਡੇ 'ਚ, ਤਾਂ ਆਪਾਂ ਕਹਿੰਦੇ ਵੀ ਘੱਟੋ ਘੱਟ 20 ਪੁਆਇੰਟ ਆਪਣਾ ਨੀਚੇ ਬ੍ਰੇਕ ਈਵਨ ਬਣ ਜੇ। ਉਸੇ ਜੀ ਤਰ੍ਹਾਂ ਕਿ ਆਪਾਂ ਲੌਂਗ ਟਰਮ ਕਰ ਰਹੇ ਹਾਂ, ਆਪਾਂ 7 ਦਿਨ ਦੀ ਮੰਨ ਲਓ ਟ੍ਰੇਡ ਲਈ, ਹਾਂਜੀ ਤਾਂ ਘੱਟੋ ਘੱਟ ਉਹਦੇ ਨਾਲ 7 ਗੁਣਾ 2, 150 ਆਪਣਾ ਨੀਚੇ ਬ੍ਰੇਕ ਈਵਨ ਬਣ ਜੇ। ਜਿੰਨਾ ਆਪਾਂ ਟਾਰਗੇਟ ਲੈਣਾ, ਮੰਨ ਲਓ ਆਪਾਂ ਟਾਰਗੇਟ 18,000 ਦਾ ਲੈ ਰਹੇ ਹਾਂ, ਤਾਂ ਸਾਡਾ ਜਿਹੜਾ ਠੀਕ ਹੈ ਬ੍ਰੇਕ ਸਰ। ਉਹ 17,800, 17,850 ਬਣ ਜੇ। ਠੀਕ ਹੈ ਸਰ, ਪ੍ਰੀਮੀਅਮ ਪਾ ਕੇ ਆਪਾਂ ਚਾਹੇ ਐਡ ਦਾ ਬਣੇ ਚਾਹੇ ਉਹਦਾ, ਆਪਾਂ ਪਿੱਛੇ ਹੀ ਰਹਿਣਾ ਗਾ। ਆਪਾਂ ਹਮੇਸ਼ਾ ਪਿੱਛੇ ਰਹਿਣਾ, ਬਿਲਕੁਲ ਜਿੰਨਾ ਠੀਕ ਵੀ ਹੈ ਸਰ। ਆਪਣਾ ਟਾਰਗੇਟ ਹੈ ਉਦੋਂ ਆਪਾਂ ਪਿੱਛੇ ਰਹਿਣਾ। ਠੀਕ ਹੈ ਸਰ। ਸਰ ਮੈਂ ਇਸ ਆਪਸ਼ਨ ਸੈਲਿੰਗ ਬਾਰੇ ਪੁੱਛਣਾ ਸੀ, ਜਿਵੇਂ ਆਪਾਂ ਉਹਦੇ 'ਚ ਆਪਾਂ ਲੋਸ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ ਕਿ ਆਪਣਾ ਕਿੰਨਾ ਲੋਸ ਹੋ ਜੂ ਜੇ ਆਪਣਾ, ਜਿਵੇਂ ਆਪਾਂ ਜਿਹੜਾ ਸਟ੍ਰਾਈਕ ਪ੍ਰਾਈਸ ਵੇਚਿਆ ਜੇ ਉਹਨੂੰ ਕ੍ਰੋਸ ਕਰ ਜਾਂਦਾ ਹੈ। ਬੜੇ ਕੀ ਦੱਸਦੇ ਮੈਂ ਦੱਸਦਾ ਜੀ, ਉਹ 'ਚ ਬ੍ਰੇਕ ਈਵਨ ਆਪਣਾ ਉਹੀ ਰਹਿਣਾ। ਹੁਣ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਮੰਨ ਲਓ ਕਾਲ ਸੈਲ ਕਰਨ ਲੱਗੇ ਫੋਰ ਐਗਜ਼ਾਮਪਲ, ਹੈ ਨਾ, ਜੇ ਆਪਾਂ ਕੋਈ ਕਾਲ ਸੈਲ ਕਰਦੇ ਹਾਂ ਤਾਂ ਜਿੰਨਾ ਵੀ ਉਹਦਾ ਪ੍ਰੀਮੀਅਮ ਹੈ, ਠੀਕ ਹੈ, ਉਹ ਆਪਾਂ ਖਾਣਾ ਹੁੰਦਾ। ਆਪਾਂ ਨੂੰ ਪ੍ਰੋਫਿਟ ਕੀ ਹੈ, ਵੱਧ ਤੋਂ ਵੱਧ ਪ੍ਰੀਮੀਅਮ ਆਪਾਂ ਨੂੰ ਪ੍ਰੋਫਿਟ ਹੈ। ਹੁਣ ਜੇ ਆਪਾਂ ਨੂੰ ਸੈਲ ਕਰਦੇ ਤਾਂ ਬ੍ਰੇਕ ਈਵਨ ਉਹਦਾ ਉਦਾਂ ਹੀ ਨਿਕਲਣਾ ਹੈਗਾ ਕਿ ਜਿਹੜੀ ਵੀ ਸਟ੍ਰਾਈਕ ਹੈ ਉਹਦੇ ਕੋਈ ਕਾਲ ਦਾ ਹਮੇਸ਼ਾ ਬ੍ਰੇਕ ਈਵਨ ਕਿਵੇਂ ਨਿਕਲਣਾ, ਪਲੱਸ ਕਰਕੇ। ਤੇ ਜਿੰਨੀ ਵੀ ਸਟ੍ਰਾਈਕ ਹੈ, ਮੰਨ ਲਓ ਆਪਾਂ 17,300 ਦੀ ਸਟ੍ਰਾਈਕ ਚੱਕੀ, ਉਹਦਾ ਪ੍ਰੀਮੀਅਮ 200 ਰੁਪਏ ਹੈ, ਤਾਂ ਆਪਣਾ ਬ੍ਰੇਕ ਈਵਨ ਹੈ 17,500। ਜੇ ਮਾਰਕੀਟ, ਹੁਣ ਦੇਖੋ ਕਾਲ ਸੈਲ ਕਰਨ ਦਾ ਮਤਲਬ ਕੀ ਹੈ ਕਿ ਮਾਰਕੀਟ 17,500 ਤੋਂ ਨੀਚੇ ਰਹੂਗੀ, ਠੀਕ ਹੈ। ਜਿੰਨੀ ਉੱਪਰ ਜਾਊਗੀ, ਜਿੰਨਾ ਕਿਸੇ ਬਾਇਰ ਦਾ ਪ੍ਰੋਫਿਟ ਹੈ, ਸੇਮ ਉਹਨਾਂ ਆਪਾਂ ਨੂੰ ਲਾਸ ਹੋਏਗਾ। ਠੀਕ ਹੈ ਜੀ। ਠੀਕ ਹੈ ਸਰ। ਕਿਉਂਕਿ ਕਾਲ ਬਾਇਰ ਨੂੰ ਕਾਹਦਾ ਫਾਇਦਾ ਹੈ, ਮਾਰਕੀਟ ਦੇ ਉੱਪਰ ਜਾਣ ਦਾ। ਸੈਲਰ ਨੂੰ ਕਾਹਦਾ ਫਾਇਦਾ, ਮਾਰਕੀਟ ਦੇ ਨੀਚੇ ਜਾਣ ਦਾ। ਹੁਣ ਜੇ ਬਾਇਰ ਦਾ ਪ੍ਰੋਫਿਟ ਹੋਣਾ ਸ਼ੁਰੂ ਹੋ ਗਿਆ, ਤੇ ਜਿੰਨਾ ਵੀ ਬਾਇਰ ਦਾ ਪ੍ਰੋਫਿਟ ਹੋਣਾ ਸ਼ੁਰੂ ਹੋ ਗਿਆ, ਜੇ ਕਹ ਲਓ ਐਕਸਪਾਇਰੀ ਵਾਲੇ ਦਿਨ ਬੇਸਿਕਲੀ, ਕਿਉਂਕਿ ਵਿੱਚ ਦੀ ਪੋਜ਼ਿਟਿਵ ਨੈਗੇਟਿਵ ਹੁੰਦਾ ਰਹਿੰਦਾ, ਉਹ ਗੱਲ ਵੱਖਰੀ ਹੈ। ਪਰ ਹੁਣ ਰਾਈਟ ਨਾਓ ਜੇ ਮੈਂ ਗੱਲ ਕਰਾਂ ਕਿ ਮਤਲਬ ਆਪਾਂ ਹੁਣੇ ਕੋਈ ਕਾਲ ਸੈਲ ਕਰਤੀ, ਉਧਰ ਜਿਹੜਾ ਆਪਣਾ ਆਪਸ਼ਨ ਬਾਇਰ ਹੈ ਉਹਨੂੰ 50 ਰੁਪਏ ਦਾ ਫਾਇਦਾ ਹੋ ਗਿਆ, ਤਾਂ ਉਹ ਆਪਾਂ ਨੂੰ ਉਹ ਲਾਸ ਸ਼ੋ ਕਰੂਗਾ ਕਾਲ ਸੈਲਰ। ਠੀਕ ਹੈ, ਉਹਨੇ ਕੀ ਕੀਤਾ, ਅੱਗੇ ਕਿਸੇ ਨੂੰ ਵੇਚਤਾ, ਉਹਨੇ ਦੇ 50 ਰੁਪਏ ਪ੍ਰੋਫਿਟ ਲਏ, ਅੱਗੇ ਉਹਨੇ ਕਿਸੇ ਨੂੰ ਵੇਚਤੀ ਆਪਦੀ ਕਾਲ ਬਾਈ। ਠੀਕ ਹੈ, ਕੋਈ ਗੱਲ ਨਹੀਂ। ਪਰ ਜਦੋਂ ਐਕਸਪਾਇਰੀ ਵਾਲੇ ਦਿਨ ਆਪਾਂ ਦੇਖਣਾ ਕਿ ਲਾਸਟ ਐਕਸਪਾਇਰੀ ਵਾਲੇ ਦਿਨ ਜਿੰਨੇ ਦਾ ਪ੍ਰੀਮੀਅਮ ਸੀ, ਮੰਨ ਲਓ 200 ਰੁਪਏ ਦਾ ਪ੍ਰੀਮੀਅਮ ਸੀਗਾ, ਐਕਸਪਾਇਰੀ ਵਾਲੇ ਦਿਨ ਉਹ ਕਿੰਨਾ ਰਹਿ ਗਿਆ, ਮੰਨ ਲਓ 100 ਰੁਪਏ ਰਹਿ ਗਿਆ, ਤੇ ਜਿਹੜਾ 100 ਰੁਪਏ ਘਟਿਆ ਉਹ ਸੈਲਰ ਦਾ ਪ੍ਰੋਫਿਟ ਹੈ। ਜੇ ਉਹ 150 ਘਟ ਜਾਂਦਾ, 50 ਹੀ ਰਹਿ ਗਿਆ, ਤਾਂ 150 ਸੈਲਰ ਦਾ ਪ੍ਰੋਫਿਟ ਹੈ। ਜੇ ਉਹ ਮੰਨ ਲਓ 0 ਰੁਪਏ ਰਹਿ ਜਾਂਦਾ, ਤਾਂ ਪੂਰੇ ਦਾ ਪੂਰਾ 200 ਰੁਪਇਆ ਸੈਲਰ ਦਾ ਪ੍ਰੋਫਿਟ ਹੈ। ਠੀਕ ਹੈ ਜੀ। 200 ਤੋਂ ਵੱਧ ਨਹੀਂ ਹੋ ਸਕਦਾ, ਕਿਉਂਕਿ ਪ੍ਰੀਮੀਅਮ ਸੀ ਕਿੰਨਾ, 200। ਹੁਣ 200 ਤੋਂ ਘਟ ਕੇ ਮਾਈਨਸ ਤਾਂ ਜਾਣੋਗੇ, ਸਿਰਫ ਤੋਂ ਸਿਰਫ 200 ਹੀ ਜ਼ੀਰੋ ਹੋਏਗਾ ਨਾ। ਤਾਂ ਜਿੰਨਾ ਪ੍ਰੀਮੀਅਮ ਘਟ ਜਾਂਦਾ ਹੈ, ਠੀਕ ਹੈ, ਉਹ ਸੈਲਰ ਦਾ ਪ੍ਰੋਫਿਟ ਹੈ। ਤੁਸੀਂ ਮੰਨ ਲਓ ਕੀ ਕੀਤਾ ਕਿ ਕੋਈ ਕਿਸੇ ਕਾਲ ਦਾ ਪ੍ਰੀਮੀਅਮ 200 ਰੁਪਏ ਚੱਲ ਰਿਹਾ ਸੀ, ਤੁਸੀਂ ਉਹਨੂੰ ਸੈਲ ਕਰਤਾ, ਹੁਣ ਉਸ ਦਾ ਪ੍ਰੀਮੀਅਮ ਮੰਨ ਲਓ 210 ਰੁਪਏ ਹੋ ਗਿਆ, ਪ੍ਰੀਮੀਅਮ ਵੱਧ ਗਿਆ, ਤਾਂ ਤੁਸੀਂ ਕੀ ਕਰਨਾ, 10 ਰੁਪਏ ਤੁਹਾਡਾ ਲਾਸ ਹੋ ਰਿਹਾ। ਜੇ ਉਹ 200 ਤੋਂ ਘਟ ਕੇ 190 ਰਹਿ ਗਿਆ, ਬਸ ਆਪਾਂ ਉਲਟ ਚੱਲਣਾ, ਬਾਇਰ ਇਹ ਸੋਚੂਗਾ ਕਿ ਮੈਂ 200 ਤੋਂ 210 ਤੇ ਆ ਜਾ, ਮੇਰਾ ਪ੍ਰੋਫਿਟ ਹੈ, ਯਾਨੀ ਕਿ ਉਹ ਸੈਲਰ ਦਾ ਲਾਸ ਹੈ। ਸੈਲਰ ਨੇ ਇਹ ਸੋਚਣਾ ਕਿ ਪ੍ਰੀਮੀਅਮ ਕਿਵੇਂ ਨਾ ਕਿਵੇਂ ਘਟ ਕੇ ਨਾ 200 ਤੋਂ 190 ਆ ਜੇ। ਜਦੋਂ 200 ਤੋਂ ਘਟ ਕੇ 190 ਆ ਗਿਆ, ਤੇ ਜਿਹੜਾ 10 ਰੁਪਏ ਘਟਿਆ ਉਹ ਤੁਹਾਡਾ ਪ੍ਰੋਫਿਟ ਹੈ। ਹੁਣ ਗੱਲ ਸਮਝ ਆਈ ਜੀ। ਹਾਂਜੀ ਸਰ। ਸਰ ਇੱਕ ਜਿਵੇਂ ਆਪਾਂ ਤੁਸੀਂ ਕਿਹਾ ਸੀ ਕਿ ਆਪਾਂ ਨੂੰ ਪਤਾ ਵਾ ਕਿ ਮਾਰਕੀਟ ਜਿਵੇਂ 16,600 ਤੇ ਨਹੀਂ ਆ ਸਕਦੀ 7-8 ਦਿਨਾਂ 'ਚ। ਮੈਂ ਜਸਪ੍ਰੀਤ ਭਾਜੀ ਉਹਨਾਂ ਦੀ ਸਟੋਰੀ ਦੇਖ ਰਿਹਾ ਸੀ, ਉਹਨਾਂ ਨੇ ਅਪ੍ਰੈਲ ਵਾਲੀ ਸੈਲ ਕੀਤੀ ਹੋਈ ਆ, ਕਾਫੀ ਦੂਰ ਵਾਲੀ। ਸਰ ਉਦੋਂ ਤੱਕ ਤਾਂ ਆ ਹੀ ਸਕਦੀ, ਆਪਾਂ ਇੰਨਾ ਰਿਸਕ ਤਾਂ ਨਹੀਂ ਲੈ ਸਕਦੇ। ਦੇਖੋ ਰਿਸਕ
ਅਗੇਨ ਗੱਲ ਇਹ ਆਉਂਦੀ ਹੈ, ਉਹ ਜਿਹੜੀ ਅਸੀਂ ਸੈਲਿੰਗ ਕੀਤੀ ਹੋਈ ਹੈ ਨਾ, ਆਪਾਂ ਉਹ ਕੀਤੀ ਹੋਈ ਆ 7 ਅਪ੍ਰੈਲ ਦੀ ਕੀਤੀ ਹੈ ਯਾਰ, ਇਹਨੂੰ ਉਹ ਬੜੀ ਦੂਰ ਦੀ ਨਹੀਂ ਕੀਤੀ। ਅਸੀਂ ਤਾਂ ਹੁਣ ਕੱਲ ਦੀ ਵੀ ਸੈੱਲ ਕਰਨ ਬਾਰੇ ਸੋਚ ਰਹੇ ਸੀ, ਕੱਲ ਐਕਸਪਾਇਰੀ ਹੈ, ਇੱਕ ਸੈੱਲ ਕਰ ਦਿੰਦੇ ਹਾਂ ਹੋਰ, ਵੀ ਚਲੋ ਜਿਹੜਾ 2-2.5 ਰੁਪਏ ਬਣੂ ਉਹਨਾਂ ਹੀ ਬਹੁਤ ਹੈ, ਕਿਉਂਕਿ ਪੱਕਾ ਪਤਾ ਨਾ ਵੀ ਇੱਕ ਦਿਨ ਚ ਆਪਾਂ ਨੂੰ ਰਾਤੋਂ ਰਾਤ 2.5 ਰੁਪਏ ਬਣ ਜਾਣਾ ਕੀ ਮਾੜਾ ਹੈ। ਵੈਸੇ ਵੀ ਮੰਨ ਲਓ ਪੈਸਾ ਆਪਣੇ ਅਕਾਊਂਟ 'ਚ ਪਿਆ, ਜੇ ਆਪਾਂ 50-60 ਰੁਪਏ ਸੈਲਿੰਗ ਤੇ ਲਾਤਾ, ਕੱਲ ਤਾਂ ਐਕਸਪਾਇਰੀ ਹੈਗੀ ਆ, ਤੇ ਰਾਤ ਨੂੰ ਰਾਤੋਂ ਰਾਤ ਹੀ ਕਹਿੰਦਾ ਕਿਉਂਕਿ ਠੀਕਾ ਘਟ ਜਾਣਾ, ਰਾਤੋਂ ਰਾਤ ਹੀ ਆਪਾਂ ਨੂੰ ਠੀਕਾ ਟਿੱਕੇ ਦਾ ਪ੍ਰੋਫਿਟ ਮਿਲ ਜਾਂਦਾ ਹੈ, ਭਾਵੇਂ 1500 ਮਿਲ ਜੇ 2000 ਹੀ ਮਿਲ ਜੇ, ਮੁਫਤ ਦਾ ਹੀ ਇੱਕ ਦਿਨ ਚ। ਸਰ 7 ਅਪ੍ਰੈਲ ਦੀ ਨਹੀਂ ਸਰ, ਸਿਰਫ ਅਪ੍ਰੈਲ ਲਿਖਿਆ ਉਹ ਲਾਸਟ ਵਾਲੀ ਹੈ ਮੇ ਬੀ। ਹਾਂ ਨਹੀਂ ਉਹ ਆਪਾਂ ਕਾਲ ਨਹੀਂ ਬਾਈ ਕੀਤੀ, ਉਹ ਆਪਾਂ ਪੁੱਟ ਸੈਲ ਕੀਤੀ ਹੋਈ ਹੈ, ਉਹ ਕਾਲ ਸੈਲ ਨਹੀਂ ਕੀਤੀ, ਪੁੱਟ ਸੈਲ। ਹਾਂਜੀ ਉਹੀ ਕਹਿ ਰਿਹਾ ਸਰ, ਮੈਂ ਵੀ ਉਹੀ ਕਹਿ ਰਿਹਾ। ਆਪਾਂ 16600 ਦੀ ਪੁੱਟ ਸੈਲ ਕੀਤੀ ਹੈ, 17600 ਦੀ ਨਹੀਂ। ਆਪਾਂ ਕੀਤਾ ਸੀਗਾ ਵੀ 16600 ਦੀ ਪੁੱਟ ਸੈਲ ਕੀਤੀ ਹੈ। ਹੁਣ ਪੁੱਟ ਸੈਲ ਕਰਨ ਦਾ ਮਤਲਬ ਕੀ ਹੈ ਕਿ ਮਾਰਕੀਟ ਇਸ ਤੋਂ ਉੱਪਰ ਰਹੂਗੀ। ਹੁਣ ਤੁਸੀਂ ਦੇਖੋ ਵੀ ਭਾਵੇਂ ਆਪਾਂ ਲਾਸਟ ਅਪ੍ਰੈਲ ਤੱਕ ਦੀ ਵੀ ਗੱਲ ਕਰੀਏ, ਮਾਰਕੀਟ ਕੀ 16600 ਤੱਕ ਜਾ ਸਕਦੀ ਹੈ ਨੀਚੇ ਜਾਂਦੀ ਜਾਂਦੀ, ਅੱਜ ਮਾਰਕੀਟ 17500 ਦੇ ਨੀਅਰ ਫਿਰਦੀ ਹੈ। ਤੁਹਾਨੂੰ ਲੱਗਦਾ ਵੀ 900 ਪੁਆਇੰਟ ਗਿਰੂਗੀ ਮਾਰਕੀਟ? ਨਹੀਂ ਸਰ। ਠੀਕ ਹੈ ਨਾ, ਕਿਉਂਕਿ 16400 ਬਹੁਤ ਤਗੜੀ ਸਪੋਰਟ ਹੈ। ਆਪਣਾ ਤਾਂ ਬ੍ਰੇਕ ਇਵਨ ਇਸ ਤੋਂ ਬਾਅਦ ਹੋਰ ਮਾਈਨਸ ਕਰਕੇ ਮੰਨ ਲਓ ਆਪਣਾ ਕੀ ਸੀ, ਆਪਾਂ 16600 ਦੀ ਜਿਹੜੀ ਪੁੱਟ ਸੈਲ ਕੀਤੀ ਹੈ। ਹੁਣ ਜਦੋਂ ਵੀ ਆਪਾਂ ਪੁੱਟ ਦੀ ਗੱਲ ਕਰਦੇ ਤਾਂ ਬ੍ਰੇਕ ਇਵਨ ਮਾਈਨਸ ਕਰਕੇ ਨਿਕਲਦਾ। ਜੇ ਆਪਾਂ 16600 ਦੀ ਪੁੱਟ ਸੈਲ ਕੀਤੀ ਹੈ, ਮੰਨ ਲਓ ਕੋਈ 150 ਵੀ ਪ੍ਰੀਮੀਅਮ ਚੱਲ ਰਿਹਾ ਜਾਂ 200 ਵੀ ਪ੍ਰੀਮੀਅਮ ਚੱਲ ਰਿਹਾ, ਤਾਂ ਆਪਣਾ ਬ੍ਰੇਕ ਇਵਨ ਬਣ ਗਿਆ 16400 ਫॉर ਐਗਜ਼ਾਮਪਲ। ਠੀਕ ਹੈ, ਤੇ ਜਦੋਂ ਆਪਾਂ 16400 ਦੀ ਗੱਲ ਕਰੀਏ, ਕੀ ਮਾਰਕੀਟ ਤੁਹਾਨੂੰ ਲੱਗਦਾ ਵੀ 16400 ਤੇ ਚਲੀ ਜਾਊਗੀ? ਨਹੀਂ ਸਰ, ਮੰਨ ਲਓ ਉਹ ਅਨਲਾਈਕਲੀ ਬੈਟ ਹੋ ਗਈ ਸਰ। ਹਾਂ, ਇਸ ਕਰਕੇ ਆਪਾਂ ਉਹ ਸੈਲ ਕੀਤੀ ਹੋਈ ਹੈ। ਆਪਾਂ ਮਹੀਨੇ ਦਾ ਟਾਰਗੇਟ ਲੈ ਕੇ ਚੱਲੇ ਨਾ ਕਿ ਜੀ 31 ਅਪ੍ਰੈਲ ਨੂੰ ਕਰੋ, 28 ਅਪ੍ਰੈਲ ਨੂੰ ਆਈ ਥਿੰਕ ਹੈ ਨਾ, 28 ਦਾ ਬੰਦਾ ਵੀਰਵਾਰ, ਤਾਂ 28 ਅਪ੍ਰੈਲ ਨੂੰ ਮਾਰਕੀਟ ਕੀ 16600 ਤੇ ਜਾ ਸਕਦੀ ਹੈ। 600 ਵੀ ਛੱਡੋ ਕਿਉਂਕਿ ਵਿੱਚ ਪ੍ਰੀਮੀਅਮ ਵੀ ਮਾਈਨਸ ਕਰ ਦੋ, 400 ਤੇ ਜਾ ਸਕਦੀ ਹੈ। ਤਾਂ ਅਸੀਂ ਦੇਖਿਆ ਵੀ ਨਹੀਂ 16400 ਤੱਕ ਤਾਂ ਮਾਰਕੀਟ ਨਹੀਂ ਜਾ ਸਕਦੀ, ਆਪਾਂ ਸਾਰਾ ਪ੍ਰੀਮੀਅਮ ਖਾ ਸਕਦੇ ਹਾਂ। ਉਹ ਚੀਜ਼ ਸਾਨੂੰ ਅੱਜ ਪ੍ਰੋਫਿਟ ਦੇ ਰਹੀ ਸੀ, ਸਵੇਰ ਕੋਈ ਅਰਾਊਂਡ 10,500 ਦਾ ਪ੍ਰੋਫਿਟ ਦੇ ਰਹੀ ਸੀ। ਤਾਂ ਆਪਾਂ ਜਦੋਂ ਵੀ ਸੈਲਿੰਗ ਕਰਦੇ ਹਾਂ ਹਮੇਸ਼ਾ ਅਨਲਾਈਕਲੀ ਬੈਟਸ ਤੇ ਹੀ ਸੈਲਿੰਗ ਕਰਦੇ ਹਾਂ ਆਪਾਂ, ਕਿ ਹਾਂ ਅਨਲਾਈਕਲੀ ਬੈਟ ਹੈ ਜੀ, ਇੱਥੇ ਆਪਾਂ ਸੈਲਿੰਗ ਕਰਨੀ ਹੈ। ਜੇ ਆਪਾਂ ਬਾਈ ਕਰਨਾ ਤਾਂ ਲਾਈਕਲੀ ਬੈਟਸ ਤੇ ਕਰਨਾ ਕਿ ਇਸ ਵਕਤ ਮਾਰਕੀਟ ਆ ਜੂਗੀ, ਚਾਹੇ ਤੁਸੀਂ ਪੁੱਟ ਬਾਈ ਕਰੋ ਚਾਹੇ ਤੁਸੀਂ ਕਾਲ ਬਾਈ ਕਰੋ, ਤਾਂ ਆਪਣਾ ਟਾਰਗੇਟ ਨੇੜੇ ਵਾਲਾ ਲੈ ਕੇ ਰੱਖੋ ਕਿ ਇੱਥੇ ਤੱਕ ਆ ਜੂਗੀ। ਜਦੋਂ ਵੀ ਤੁਸੀਂ ਸੈਲਿੰਗ ਕਰਨੀ ਹੈ ਤਾਂ ਟਾਰਗੇਟ ਇਹ ਲੈ ਕੇ ਚਲੋ ਵੀ ਇੱਥੇ ਤੱਕ ਤਾਂ ਆ ਹੀ ਨਹੀਂ ਸਕਦੀ, ਤਾਂ ਉਹ ਚੀਜ਼ ਸੈਲਿੰਗ ਹੈ। ਹੋਰ ਕਿਸੇ ਦਾ ਕੋਈ ਡਾਊਟ ਜੀ? ਅੱਗੇ ਚੱਲੀਏ ਜੀ, ਫਿਰ ਆਪਾਂ ਜੇ ਕੋਈ ਡਾਊਟ ਨਹੀਂ ਹੈ ਤਾਂ। ਹਾਂਜੀ ਸਰ। ਓਕੇ, ਹੁਣ ਦੇਖੋ ਸਰ, ਕੱਲ ਆਪਾਂ ਦੋ ਚੀਜ਼ਾਂ ਕੀਤੀਆਂ ਸੀਗੀਆਂ ਜੀ, ਇੱਕ ਆਪਾਂ ਕੀਤਾ ਸੀ ਡੈਲਟਾ, ਇੱਕ ਆਪਾਂ ਕੀਤਾ ਸੀ ਗਾਮਾ। ਥੋੜਾ ਜਿਹਾ ਆਪਾਂ ਰਿਵਾਈਜ਼ ਕਰ ਲੈਂਦੇ ਹਾਂ। ਡੈਲਟਾ, ਪਹਿਲੀ ਗੱਲ ਤਾਂ ਜਦੋਂ ਆਪਾਂ ਗੱਲ ਕਰਦੇ ਹਾਂ ਐਟ ਦਾ ਮਨੀ, ਤਾਂ ਐਟ ਦਾ ਮਨੀ ਦਾ ਡੈਲਟਾ ਕਿੰਨਾ ਹੁੰਦਾ? 0.5। ਇੱਕ ਔਨ ਐਨ ਐਵਰੇਜ ਐਟ ਦਾ ਮਨੀ ਦਾ ਜਿਹੜਾ ਡੈਲਟਾ ਹੁੰਦਾ ਉਹ 0.5 ਹੁੰਦਾ। ਜਿਵੇਂ ਜਿਵੇਂ ਆਪਾਂ ਇਨ ਦਾ ਮਨੀ ਜਾਵਾਂਗੇ ਤਾਂ ਡੈਲਟਾ ਕੀ ਹੋਏਗਾ, ਵਧੇਗਾ ਕਿ ਘਟੇਗਾ? ਵਧੇਗਾ। ਡੈਲਟਾ ਵੱਧਦਾ ਜਾਏਗਾ। ਤੇ ਜਿਵੇਂ ਆਪਾਂ ਆਊਟ ਆਫ ਦਾ ਮਨੀ ਜਾਂਦੇ ਰਵਾਂਗੇ ਡੈਲਟਾ ਘਟਦਾ ਜਾਏਗਾ। ਡੈਲਟੇ ਦਾ ਮਤਲਬ ਕੀ ਸੀਗਾ? ਜੇ 1 ਰੁਪਿਆ ਸਟਾਕ ਵਧਿਆ ਤਾਂ ਆਪਣਾ ਪ੍ਰੀਮੀਅਮ ਪ੍ਰਾਈਸ ਕਿੰਨਾ ਵਧੂਗਾ? ਹਾਂ, ਆਬਵੀਅਸ ਕਿ ਜਦੋਂ ਵੀ ਮਾਰਕੀਟ ਸਪੌਟ ਪ੍ਰਾਈਸ ਜਾਂ ਅੰਡਰਲਾਈਨ ਪ੍ਰਾਈਸ ਜਿਹੜਾ ਜਦੋਂ 1 ਰੁਪਿਆ ਵਧੂਗਾ, ਤੇ ਜੇ ਆਪਣਾ ਡੈਲਟਾ 0.5 ਹੈ ਤਾਂ ਯਾਨੀ ਕਿ ਆਪਣਾ ਪ੍ਰੀਮੀਅਮ 50 ਪੈਸੇ ਵੱਧ ਜਾਊਗਾ। ਜੇ ਘਟਿਆ 1 ਰੁਪਿਆ ਤਾਂ ਵੀ ਆਪਣਾ ਪ੍ਰੀਮੀਅਮ 50 ਪੈਸੇ ਘਟ ਜਾਊਗਾ। ਕਲੀਅਰ? ਤਾਂ ਆਪਾਂ ਡੈਲਟਾ ਬੇਸਿਕਲੀ ਕੀ ਹੈ, ਸਪੀਡ ਆਪਸ਼ਨ ਦੀ, ਕਿ ਇਹ ਮੇਨ ਨਿਫਟੀ ਨਾਲ ਕਹਿ ਲਓ ਜਾਂ ਮੇਨ ਸਪੌਟ ਪ੍ਰਾਈਸ ਨਾਲ ਕਹਿ ਲਓ ਕਿ ਜਿੰਨੀ ਨਿਫਟੀ ਉੱਪਰ ਜਾਊਗੀ ਉਹਦੇ ਅਕੋਰਡਿੰਗ ਆਪਣਾ ਪ੍ਰੀਮੀਅਮ ਕਿੰਨਾ ਉੱਪਰ ਜਾਊਗਾ। ਇਹ ਤਾਂ ਹੈ ਨਹੀਂ ਕਿ ਨਿਫਟੀ 100 ਚੱਲੀ ਤਾਂ ਆਪਣਾ ਵੀ 100 ਹੀ ਜਾਊਗਾ। ਆਪਣਾ ਜੇ ਡੈਲਟਾ 0.98 ਹੈ ਤਾਂ ਉਹ ਉਨਾ ਜਾ ਸਕਦਾ। ਆਪਣਾ ਡੈਲਟਾ 0.5 ਹੈ, 0.2 ਹੈ, ਡਿਪੈਂਡ ਕਰਦਾ ਸਪੀਡ, ਉਸੇ ਸਪੀਡ ਨਾਲ ਆਪਣਾ ਆਪਸ਼ਨ ਪ੍ਰੀਮੀਅਮ ਵਧੂਗਾ ਜਾਂ ਘਟੂਗਾ। ਫਿਰ ਆਪਾਂ ਗੱਲ ਕੀਤੀ ਗਾਮੇ ਦੀ। ਗਾਮਾ ਕੀ ਚੀਜ਼ ਹੈ? डेल्टा कितना चेंज होता है वो गामा दसता है।
ਹੁਣ ਗਾਮਾ ਇਹ ਤੈਅ ਕਰਦਾ ਕਿ ਡੈਲਟਾ ਕਿੰਨਾ ਚੇਂਜ ਹੋਣਾ। ਹੁਣ ਕੋਈ ਵੀ ਮੰਨ ਲਓ ਐਟ ਦਾ ਮਨੀ ਆਪਸ਼ਨ ਆਪਾਂ ਚੱਕ ਲਿਆ ਤਾਂ 0.5 ਸੀਗਾ ਡੈਲਟਾ, ਜਦੋਂ ਉਹ ਆਪਣਾ ਜਿਹੜੀ ਨਿਫਟੀ ਹੈ ਉਹਨੂੰ ਉਹ ਕ੍ਰਾਸ ਕਰਕੇ ਆਪਾਂ ਦੇਖਿਆ ਵੀ 17500 ਚ ਐਟ ਦਾ ਮਨੀ ਹੈ, ਦੇਖੋ ਹੁਣ ਮਾਰਕੀਟ ਪੂਰੀ 17500 ਤੇ ਚਲੀ ਗਈ ਹੈ, ਠੀਕ ਹੈ। ਤਾਂ ਆਪਾਂ ਦੇਖਿਆ ਕਿ ਮਾਰਕੀਟ 17500 ਤੇ ਹੈ, ਆਪਾਂ ਐਟ ਦਾ ਮਨੀ ਚੱਕ ਲਿਆ, ਪਰ ਜਦੋਂ ਮਾਰਕੀਟ 17600 ਤੇ ਆ ਗਈ ਆਪਣੀ ਸਟ੍ਰਾਈਕ ਤਾਂ 17500 ਹੀ ਰਹਿਣੀ ਹੈ, ਤਾਂ ਯਾਨੀ ਕਿ ਉਹ ਇਨ ਦਾ ਮਨੀ ਹੋਗੀ। ਹੁਣ ਉਹਦਾ ਡੈਲਟਾ ਵਧੂਗਾ, ਕਾਮਨ ਜੀ ਗੱਲ ਹੈ। ਕਿੰਨਾ ਡੈਲਟਾ ਵਧੂਗਾ ਇਹ ਕੈਲਕੂਲੇਸ਼ਨ ਕੌਣ ਕੱਢ ਕੇ ਰੱਖਦਾ ਹੈ? ਇਹ ਗਾਮਾ ਤੈਅ ਕਰਦਾ ਕਿ ਜਦੋਂ ਮਾਰਕੀਟ ਇੰਨੀ ਚੜ ਗਈ, ਤੁਹਾਡਾ ਸਟ੍ਰਾਈਕ ਇਨ ਦਾ ਮਨੀ ਹੈ ਕਿ ਆਊਟ ਐਟ ਦਾ ਮਨੀ ਹੈ ਕਿ ਆਊਟ ਦਾ ਮਨੀ ਹੈ, ਤਾਂ ਉਸ ਅਕੋਰਡਿੰਗ ਕਿੰਨਾ ਉਹ ਐਟ ਦਾ ਮਨੀ ਹੈ ਜਾਂ ਕਿੰਨਾ ਆਊਟ ਦਾ ਮਨੀ ਹੈ ਤੇ ਕਿੰਨਾ ਉਹਦਾ ਡੈਲਟਾ ਚੇਂਜ ਹੋਏਗਾ, ਇਹ ਤੈਅ ਕਰਨ ਦਾ ਕੰਮ ਕੀਤਾ ਹੈ ਗਾਮਾ, ਠੀਕ ਹੈ। ਵੈਸੇ ਜੇ ਤੁਸੀਂ ਆਪਾਂ ਨਾਰਮਲ ਗੱਲ ਕਰਦੇ ਆ, ਆਪਾਂ ਹਮੇਸ਼ਾ ਗਾਮਾ ਕਦੋਂ ਚੈੱਕ ਕਰਨਾ ਹੁੰਦਾ? ਜਦੋਂ ਆਪਣੇ ਕੋਲੇ ਜ਼ਿਆਦਾ ਲੋਟਸ ਹੋਣ, ਘੱਟੋ ਘੱਟ 10 12 15 ਲੋਟ ਹੋਣ, ਤਾਂ ਆਪਾਂ ਗਾਮਾ ਚੈੱਕ ਕਰਨਾ। ਅਦਰਵਾਈਜ਼ ਆਪਾਂ ਨੂੰ ਗਾਮਾ ਚੈੱਕ ਕਰਨ ਦੀ ਲੋੜ ਨਹੀਂ, ਕੋਈ ਬਹੁਤਾ ਵੱਡਾ ਫਰਕ ਨਹੀਂ ਪੈਂਦਾਗਾ। ਤੇ ਜੇ ਆਪਾਂ ਇੱਕ ਦੋ ਲੋਟਸ ਨਾਲ ਆਪਸ਼ਨ ਕਰ ਰਹੇ ਜਾਂ ਆਪਾਂ ਬਾਇੰਗ ਕਰੀਏ ਜਾਂ ਆਪਾਂ ਸੈਲਿੰਗ ਕਰੀਏ, ਤਾਂ ਆਪਾਂ ਨੂੰ ਇੰਨਾ ਦੇਖਣ ਦੀ ਲੋੜ ਹੁੰਦੀ ਹੈ ਕਿ ਆਪਾਂ ਡੈਲਟਾ ਦੇਖ ਲੈਂਦੇ ਹਾਂ। ਕਲੀਅਰ ਹੈ ਜੀ ਇੰਨਾ ਸਾਰਿਆਂ ਨੂੰ? ਹਾਂਜੀ ਸਰ। ਓਕੇ ਸਰ, ਅੱਜ ਹੁਣ ਆਪਾਂ ਅਗਲੇ ਜਿਹੜੇ ਆਪਣੇ ਪੁਆਇੰਟਸ ਹੈਗੇ ਜੀ ਗ੍ਰੀਕਸ ਹੈ ਉਹ ਕਰਨ ਲੱਗੇ ਹਾਂ। ਸਕਰੀਨ ਵਿਜ਼ੀਬਲ ਹੈ ਵੀ? ਹਾਂਜੀ ਸਰ। ਹਾਂਜੀ ਸਰ। ਓਕੇ। ਅੱਜ ਆਪਣੇ ਕੋਲੇ ਹੈਗਾ ਜੀ ਥੀਟਾ, ਠੀਕ ਹੈ। ਥੀਟਾ ਦਾ ਮਤਲਬ ਕੀ ਹੈ? ਥੀਟਾ ਕਿਹਨੂੰ ਕਹਿੰਦੇ ਆ? थीटा पर डिके ऑफ टाइम, ठीक है। थीटे का मतलब ਕੀ ਹੈ? ਟਾਈਮ ਡਿਕੇ। ਹੁਣ ਆਪਾਂ ਗੱਲ ਕੀਤੀ ਹੈ ਕਿ ਆਪਾਂ ਪਹਿਲੀ ਗੱਲ ਤਾਂ ਸਭ ਤੋਂ ਵੱਧ ਜਿਹੜਾ ਟਾਈਮ ਹੈ ਉਸੇ ਨੇ ਸਭ ਤੋਂ ਵੱਧ ਫਿਰ ਆਪਦੀ ਵੈਲਿਊ ਵੀ ਯੂਜ਼ ਕਰਨੀ ਹੈ। ਪਰ ਆਪਾਂ ਨੂੰ ਇੰਨਾ ਵੀ ਪਤਾ ਕਿ ਸਟਾਰਟਿੰਗ ਦੇ ਦਿਨਾਂ 'ਚ ਜਿਹੜਾ ਥੀਟਾ ਡਿਕੇ ਹੈ ਉਹ ਸਲੋ ਹੁੰਦਾ ਹੈ, ਐਂਡ ਤੇ ਆ ਕੇ ਉਹ ਥੀਟਾ ਡਿਕੇ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ। ਇੱਕ ਇੱਕ ਦਿਨ 'ਚ ਆਪਣੇ 11 12 13 14 ਰੁਪਏ ਤੱਕ ਵੀ ਕੱਟੇ ਜਾਂਦੇ ਆ। 14 ਰੁਪਏ ਪਰ ਸ਼ੇਅਰ। ਇਹ ਤੋਂ ਬਾਅਦ ਲੋਟ ਦੇ ਹਿਸਾਬ ਨਾਲ ਆਪਾਂ ਗੱਲ ਕਰਾਂਗੇ। ਹੁਣ ਦੇਖੋ ਕਿੰਨਾ ਥੀਟਾ ਕੀ ਚੀਜ਼ ਹੈ। ਚੇਂਜ ਇਨ ਆਪਸ਼ਨ ਪ੍ਰਾਈਸ, change in option price after 1 day if nothing else changes, ठीक है। कि option price कितना change होगा। पर हम एक चीज देखो, ਜਦੋਂ ਵੀ ਆਪਾਂ थीटा डिके ਦੀ ਗੱਲ ਕਰਦੇ ਹਾਂ ਤਾਂ ਜਿਹੜਾ ਆਪਾਂ option price change ਦੀ ਗੱਲ ਕਰਦੇ ਹਾਂ, ਇਹ ਪੋਜ਼ਿਟਿਵ ਹੋਊਗਾ ਕਿ ਨੈਗੇਟਿਵ ਹੋਊਗਾ? नेगेटिव होगा। ਹੁਣ ਇਹ ਭਾਵੇਂ ਕਾਲ ਹੋਵੇ ਭਾਵੇਂ ਪੁੱਟ ਹੋਵੇ, ਇਹਨੇ ਹਮੇਸ਼ਾ ਕੀ ਰਹਿਣਾ? ਨੈਗੇਟਿਵ, ਕਿਉਂਕਿ ਟਾਈਮ ਤਾਂ ਘਟਿਆ, ਕਾਲ 'ਚ ਵੀ ਘਟਿਆ ਪੁੱਟ 'ਚ ਵੀ ਘਟਿਆ, ਪੋਜ਼ਿਟਿਵ ਨਹੀਂ ਹੋ ਸਕਦਾ। ਇਹ ਹਮੇਸ਼ਾ ਨੈਗੇਟਿਵ ਹੀ ਰਹੂਗਾ। थीटा ऑफ -11 रुपीज ऑप्शन बाय के लिए ਆਪਾਂ ਗੱਲ ਕਰਦੇ ਹਾਂ। पर लॉट मींस यू लूज 11 रुपीज पर डे पर शेयर। तो लॉट ਆਪਾਂ ਨੂੰ ਪਤਾ ਕਿੰਨਾ ਹੁੰਦਾ? लॉट इज ऑफ 50 मींस 50 * -11 -550 रुपया। ਜੇ ਨਿਫਟੀ ਖੜੀ ਹੈ, ਕਿਤੇ ਨਹੀਂ ਹਿੱਲ ਰਹੀ, ਬਾਕੀ ਸਾਰੀਆਂ ਚੀਜ਼ਾਂ ਖੜੀਆਂ, ਤਾਂ ਵੀ ਤੁਹਾਨੂੰ ਹਰ ਰੋਜ਼ ਦਾ ਕਿੰਨਾ ਲਾਸ ਹੋਏਗਾ? 550 ਰੁਪਏ, ਜਿਹੜਾ ਸਿਰਫ ਤੇ ਸਿਰਫ ਟਾਈਮ ਦੇ ਡਿਕੇ ਨਾਲ ਹੋਣਾ ਹੈ। पर ਉਸੇ ਪਾਸੇ ਜੇ ਆਪਾਂ ਗੱਲ ਕਰੀਏ ਆਪਸ਼ਨ ਸੈਲਰ, ਹੁਣ ਜਿੰਨਾ ਆਪਸ਼ਨ ਬਾਇਰ ਨੂੰ ਘਾਟਾ ਪਿਆ,
ਠੀਕ ਹੈ। ਜਿੰਨਾ ਆਪਸ਼ਨ ਬਾਇਰ ਨੂੰ ਘਾਟਾ ਪੈ ਗਿਆ ਉਹ ਕਿਹਦਾ ਪ੍ਰੋਫਿਟ ਹੈ? ਆਪਸ਼ਨ ਸੈਲਰ ਦਾ। ਜੇ ਮੈਨੂੰ ਬਿਨਾਂ ਕੁਝ ਕੀਤਿਆਂ 550 ਰੁਪਇਆ ਹਰ ਰੋਜ਼ ਮੇਰਾ ਘਟ ਰਿਹਾ ਤੇ 550 ਮਿਲ ਕਿਹਨੂੰ ਰਿਹਾ? ਆਪਸ਼ਨ ਸੈਲਰ ਨੂੰ। ਤਾਂ ਉਹਦਾ ਉਹੀ ਥੀਟਾ ਆਪਸ਼ਨ ਬਾਇਰ ਲਈ -11 ਹੋ ਗਿਆ, ਤਾਂ ਆਪਸ਼ਨ ਸੈਲਰ ਲਈ ਉਹੀ ਥੀਟਾ ਕੀ ਹੋ ਗਿਆ? +11। ਕਿਉਂ? ਮੀਨਸ ਯੂ ਗੇਨ 11 ਰੁਪੀਸ ਪਰ ਡੇ ਪਰ ਸ਼ੇਅਰ। ਕਿਉਂ? ਕਿਉਂਕਿ ਤੁਸੀਂ ਸੈਲਰ ਹੋ, ਤੁਹਾਨੂੰ ਟਾਈਮ ਦੇ ਪੈਸੇ ਮਿਲਦੇ ਆ ਤੇ ਬਾਇਰ ਨੂੰ ਟਾਈਮ ਦੇ ਪੈਸੇ ਗਵਾਉਣੇ ਪੈਂਦੇ ਆ। ਇੰਨੀ ਗੱਲ ਸਮਝ ਆਈ? ਹਾਂਜੀ ਸਰ। ਹੁਣ ਆਪਾਂ ਦੇਖਦੇ ਹਾਂ ਸਪॉट ਪ੍ਰਾਈਸ ਨਿਫਟੀ ਕਿੱਥੇ ਜੀ? 17300 ਤੇ। ਆਪਾਂ ਸਟ੍ਰਾਈਕ ਚੱਕ ਲਿਆ 17000 ਦਾ ਇਨ ਦਾ ਮਨੀ, ਇੱਕ ਆਪਾਂ ਚੱਕਿਆ 17300 ਐਟ ਦਾ ਮਨੀ, ਇੱਕ ਆਪਾਂ ਚੱਕਿਆ 17600 ਆਊਟ ਆਫ ਦਾ ਮਨੀ। ਹੁਣ ਦੇਖੋ ਆਪਸ਼ਨ ਪ੍ਰੀਮੀਅਮ ਸਭ ਤੋਂ ਮਹਿੰਗਾ ਪ੍ਰੀਮੀਅਮ ਕਿਹਦਾ ਹੋਏਗਾ? ਇਨ ਦਾ ਮਨੀ ਦਾ। ਕਿਉਂ? ਕਿਉਂਕਿ ਉਹਦੇ ਵਿੱਚ ਆਲਰੇਡੀ ਪਹਿਲੀ ਗੱਲ ਤਾਂ 17300 17000 300 ਰੁਪਏ ਦਾ ਇੰਟ੍ਰਿੰਸਿਕ ਵੈਲਿਊ ਹੀ ਹੈ। ਆਪਾਂ ਟਾਈਮ ਦੀ ਕਿੰਨੀ ਦਿੱਤੀ? 100 ਰੁਪਏ। ਠੀਕ ਹੈ। ਇਸ ਤੋਂ ਬਾਅਦ ਐਟ ਦਾ ਮਨੀ ਤਾਂ ਸਾਰੇ ਟਾਈਮ ਦਾ ਵੈਲਿਊ ਦੇ ਰਹੇ ਹਾਂ 150, ਆਊਟ ਆਫ ਦਾ ਮਨੀ ਵੀ ਆਪਾਂ ਟਾਈਮ ਦੀ ਵੈਲਿਊ ਦੇ ਰਹੇ ਹਾਂ 90 ਰੁਪਏ। ਹੁਣ ਆਪਸ਼ਨ ਵੈਲਿਊ ਆਪਾਂ ਦੇਖਿਆ ਵੀ ਟੋਟਲ ਆਪਸ਼ਨ ਵੈਲਿਊ ਜੇ ਆਪਾਂ 400 ਰੁਪਏ ਦਾ ਪ੍ਰੀਮੀਅਮ ਚੱਕਿਆ, 50 ਸ਼ੇਅਰ ਸੀ ਉਹਦੇ ਵਿੱਚ, ਉਹਨੂੰ ਗੁਣਾ 50 ਨਾਲ ਕਰਾਂਗੇ ਤਾਂ ਆਪਾਂ 20000 ਰੁਪਏ ਬਾਏ ਕਰਨ ਲਈ ਪੇ ਕਰਤਾ। ਐਟ ਦਾ ਮਨੀ ਚੱਕਾਂਗੇ ਤਾਂ 7500 ਰੁਪਏ ਪੇ ਕਰਨਾ ਪਊਗਾ, ਆਊਟ ਆਫ ਦਾ ਮਨੀ ਚੱਕਾਂਗੇ ਤਾਂ 4500 ਰੁਪਏ ਪੇ ਕਰਨਾ ਪਊਗਾ। ਥੀਟਾ ਡਿਕੇ ਕਿੰਨਾ ਹੈ? -7। ਮਹਿੰਗੀ ਚੀਜ਼ ਹੈ ਤੇ ਡਿਕੇ ਥੋੜਾ ਹੋਏਗਾ, ਕਾਮਨ ਜੀ ਗੱਲ ਹੈ। ਮਹਿੰਗੀ ਚੀਜ਼ ਹੈ, ਸਪੀਡ ਜ਼ਿਆਦਾ ਹੋਏਗੀ, ਡਿਕੇ ਘੱਟ ਹੋਏਗਾ। ਤਾਂ -7 ਰੁਪਏ ਹਰ ਰੋਜ਼ ਦੇ ਡਿਕੇ ਹੋਣੇ ਆ ਇਨ ਦਾ ਮਨੀ ਆਪਸ਼ਨ ਦੇ। ਠੀਕ ਹੈ। ਪਰ -7 into 50 ਯਾਨੀ ਕਿ 350 ਰੁਪਏ ਦਾ ਤੁਹਾਡਾ ਹਰ ਰੋਜ਼ ਦਾ ਕੱਟਿਆ ਜਾਣਾ। ਮਾਰਕੀਟ ਭਾਵੇਂ ਹਿੱਲੇ ਨਾ ਹਿੱਲੇ, ਇਹਦਾ ਪੱਕੀ ਗੱਲ ਹੈ ਕਿ 350 ਦਾ ਕੱਟਿਆ ਹੀ ਜਾਣਾ। ਕਿਉਂ? ਕਿਉਂਕਿ ਟਾਈਮ ਨੇ ਤਾਂ ਹਿੱਲਣਾ ਹੀ ਹਿੱਲਣਾ ਨਾ, ਟਾਈਮ ਨੇ ਤਾਂ ਮਾਈਨਸ ਹੁੰਦੇ ਜਾਣਾ, ਉਸ ਤਰ੍ਹਾਂ ਪੈਸੇ ਵੀ ਫਿਰ ਮਾਈਨਸ ਹੁੰਦੇ ਜਾਣਗੇ। ਐਟ ਦਾ ਮਨੀ ਡਿਕੇ ਕਿੰਨਾ ਚੱਲ ਰਿਹਾ? -11 ਤੇ ਆਊਟ ਆਫ ਦਾ ਮਨੀ ਕਿੰਨਾ ਚੱਲ ਰਿਹਾ? -9। ਚੇਂਜ ਇਨ ਸਪॉट ਪ੍ਰਾਈਸ, ਸਪॉट ਪ੍ਰਾਈਸ ਬਿਲਕੁਲ ਵੀ ਨਹੀਂ ਹਿੱਲਿਆ। ਮੰਨ ਲਓ ਉਹ ਉੱਥੇ ਹੀ ਖੜਿਆ ਰਿਹਾ, ਮੰਨ ਲਓ ਮਾਰਕੀਟ ਕੰਸੋਲੀਡੇਸ਼ਨ ਸੀ, ਠੀਕ ਹੈ, ਸਾਈਡਵੇਜ਼ ਹੋ ਗਈ, ਹਿੱਲੀ ਨਹੀਂ, ਉਹ ਜ਼ੀਰੋ ਹੈ। ਹੁਣ ਨਿਊ ਆਪਸ਼ਨ ਪ੍ਰੀਮੀਅਮ ਜਿਹੜਾ ਤੁਸੀਂ ਕੱਲ 400 ਰੁਪਏ ਦਾ ਪ੍ਰੀਮੀਅਮ ਚੱਕਿਆ ਸੀ, ਮਾਰਕੀਟ ਬਿਲਕੁਲ ਨਹੀਂ ਹਿੱਲੀ, ਅਗਲੇ ਦਿਨ ਉਹ ਪ੍ਰੀਮੀਅਮ ਕਿੰਨੇ ਦਾ ਰਹਿ ਗਿਆ? 393 ਰੁਪਏ ਦਾ। ਕਿਉਂ ਰਹਿ ਗਿਆ ਵੀ 393 ਰੁਪਏ ਦਾ? ਕਿਉਂਕਿ 7 ਰੁਪਏ ਉਹਦੇ ਚੋਂ ਡਿਕੇ ਹੋਣੇ ਹੀ ਹੋਣੇ ਸੀ। ਤਾਂ ਅੱਜ ਉਹੀ ਤੁਹਾਨੂੰ ਅੱਜ ਉਹਦੀ ਕੀਮਤ ਜਿਹੜੀ ਤੁਸੀਂ ਕੱਲ 20000 ਦੀ ਚੱਕੀ ਸੀ, ਅੱਜ ਉਹਦੀ ਕੀਮਤ ਕਿੰਨੀ ਰਹਿ ਗਈ? 19650। ਸਿੰਪਲ ਜੀ ਗੱਲ ਹੈ, ਜਦੋਂ ਆਪਾਂ ਮੰਨ ਲਓ ਆਪਾਂ ਕੋਈ ਵੀ ਕੋਈ ਚੀਜ਼ ਖਰੀਦਦੇ ਹਾਂ, ਮੰਨ ਲਓ ਆਪਾਂ ਗੱਡੀ ਖਰੀਦ ਲਈ, ਤੁਸੀਂ 40 ਲੱਖ ਦੀ ਕੋਈ ਗੱਡੀ ਖਰੀਦ ਲਈ, ਤੁਸੀਂ ਇਹਨੂੰ ਬਿਲਕੁਲ ਵੀ ਨਹੀਂ ਚਲਾਇਆ, ਕਿਤੇ ਗਏ ਨਹੀਂ, ਕਿਤੇ ਆਏ ਨਹੀਂ, ਬਾਈ ਚਾਂਸ ਕੁਛ ਇਹੋ ਜਿਹਾ ਕੰਮ ਚਲੋ ਹੋ ਗਿਆ ਵੀ ਏਜੰਸੀ ਜੋ ਗੱਡੀ ਘਰੇ ਆ ਕੇ ਖੜੀ, ਇਹਦੇ ਕੋਲ ਟਾਈਮ ਹੀ ਨਹੀਂ ਮਿਲਿਆ ਜਾਂ ਵਟਐਵਰ ਜੋ ਵੀ ਹੋ ਗਿਆ, ਤੁਸੀਂ ਮਹੀਨੇ ਬਾਅਦ ਉਹਨੂੰ ਵੇਚਣਾ, ਕੀ ਉਹਦਾ ਪ੍ਰਾਈਸ ਘਟੂਗਾ ਕਿ ਨਹੀਂ ਘਟੂਗਾ? ਹਾਂਜੀ ਸਰ। ਆਬਵੀਅਸ ਜੀ ਗੱਲ ਹੈ, ਕਿਉਂਕਿ ਲੋਕਾਂ ਨੇ ਕਹਿਣਾ ਜੀ ਇਹਦਾ ਪੁਰਾਣਾ ਹੋ ਗਿਆ ਜਾਂ ਇਹਦੀ ਸਾਨੂੰ ਵੈਲਿਡਿਟੀ ਘਟ ਗਈ। 15 ਸਾਲ ਆਪਾਂ ਕਹਿੰਦੇ ਨੇ 15 ਸਾਲ ਗੱਡੀ ਵੈਲਿਡ ਹੁੰਦੀ ਹੈ, ਹੁਣ ਉਹਦੇ 15 ਸਾਲਾਂ ਚੋਂ 1 ਮਹੀਨਾ ਘਟ ਗਿਆ ਤਾਂ ਬਸ ਉਹ ਪ੍ਰਾਈਸ ਘਟਣਾ ਹੀ ਘਟਣਾ, ਵਧਣਾ ਨਹੀਂ। ਤਾਂ ਉਹੀ ਚੀਜ਼ ਇੱਥੇ ਹੋਈ ਕਿ ਜਿਵੇਂ ਟਾਈਮ ਘਟ ਗਿਆ, ਇੱਕ ਦਿਨ ਨਿਕਲ ਗਿਆ, ਤਾਂ ਆਪਾਂ ਨੂੰ ਪਤਾ ਹੈ ਕਿ ਥੀਟਾ ਡਿਕੇ -7 ਰੁਪਏ ਸੀ, ਤਾਂ ਉਹ ਆਪਸ਼ਨ ਪ੍ਰੀਮੀਅਮ 393 ਰੁਪਏ ਦਾ ਰਹਿ ਜਾਣਾ, ਯਾਨੀ ਕਿ ਆਪਾਂ ਨੂੰ 350 ਰੁਪਏ ਦਾ ਲਾਸ ਹੋ ਜਾਣਾ ਬਿਨਾਂ ਕਿਸੇ ਗੱਲ ਦੇ। ਨਾ ਮਾਰਕੀਟ ਉੱਪਰ ਗਈ ਨਾ ਮਾਰਕੀਟ ਨੀਚੇ ਗਈ, ਪਰ ਇਹ 350 ਤੁਹਾਡੇ ਪੱਕਾ ਹੈ ਕਿ ਤੁਹਾਨੂੰ ਲਾਸ ਹੋਣਾ ਹੀ ਹੋਣਾ ਹੈ। ਕਲੀਅਰ ਹੈ? ਇਸ ਤੋਂ ਬਾਅਦ ਜਦੋਂ ਆਪਾਂ ਐਟ ਦਾ ਮਨੀ ਚੱਕਿਆ ਤਾਂ 550 ਰੁਪਏ ਦਾ ਲਾਸ ਹੈ, ਆਊਟ ਆਫ ਦਾ ਮਨੀ ਚੱਕ ਰਹੇ ਹਾਂ ਤਾਂ 450 ਰੁਪਏ ਦਾ ਲਾਸ ਹੈ। ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਦੇਖਣਾ ਕਿੱਦਾਂ ਹੈ? ਦੇਖਣਾ ਇਨ ਦਾ ਸੈਂਸ ਕਿ ਦੇਖੋ ਆਪਾਂ ਕੀ ਗੱਲ ਕੀਤੀ ਕਿ ਜੀ -7 ਰੁਪਏ ਸਾਡਾ ਥੀਟਾ ਡਿਕੇ ਹੈ ਇਨ ਦਾ ਮਨੀ। ਹੁਣ ਇਨ ਦਾ ਮਨੀ ਦੀ ਡੈਲਟਾ ਕਿੰਨਾ ਹੁੰਦਾ ਇਹ ਦੱਸੋ? ਸਰ ਜ਼ਿਆਦਾ ਹੁੰਦਾ ਸਰ 0.5। 0.5 ਐਟ ਦਾ ਮਨੀ ਦਾ ਹੁੰਦਾ। ਇਨ ਦਾ ਮਨੀ ਮੰਨ ਲਓ ਆਪਾਂ ਲੈ ਕੇ ਚੱਲਦੇ ਵੀ ਇਹਦਾ 0.9 ਹੈ ਫॉर एग्जांपल। ਜੇ ਡੈਲਟਾ 0.9 ਹੈ, ਠੀਕ ਹੈ, ਤਾਂ ਮਾਰਕੀਟ ਨੂੰ 10 ਪੁਆਇੰਟ ਮੂਵ ਕਰੂਗੀ ਤੇ ਮੇਰਾ ਡੈਲਟਾ 9 ਹਨਾ 9 ਰੁਪਏ ਮੂਵ ਕਰ ਜੂਗਾ, ਪਰ ਉਹਦੇ 9 ਰੁਪਏ ਮੂਵ ਕਰਨ ਚੋਂ 7 ਰੁਪਏ ਤਾਂ ਕੱਟੇ ਹੀ ਜਾਣੇ ਆ। ਇੰਨੀ ਗੱਲ ਸਮਝ ਗਈ ਕਿ ਮੇਰੇ ਆਪਸ਼ਨ ਦਾ ਡੈਲਟਾ ਕਿੰਨਾ ਸੀਗਾ ਜੀ? ਡੈਲਟਾ ਸੀਗਾ 9 ਰੁਪਏ 0.9। ਤਾਂ ਹੁਣ ਮਾਰਕੀਟ 10 ਰੁਪਏ ਮੂਵ ਕਰੂਗੀ ਤਾਂ ਮੈਨੂੰ 9 ਰੁਪਏ ਮਿਲ ਜਾਣਗੇ, ਪਰ ਉਹਨੇ 9 ਚੋਂ 7 ਤਾਂ ਕੱਟੇ ਗਏ ਟਾਈਮ ਦੀ ਦੇ, ਤਾਂ ਮੇਰੇ ਕੋਲੇ ਬੇਸਿਕਲੀ ਕਿੰਨੇ ਰਹਿ ਗਏ? ਸਿਰਫ 2 ਪੁਆਇੰਟ। ਪਰ ਉਸੇ ਪਾਸੇ ਦੇਖੋ ਹੁਣ ਐਟ ਦਾ ਮਨੀ ਕੀ ਹੋਇਆ? ਥੀਟਾ ਡਿਕੇ ਸੀ -11, ਕਲੀਅਰ,
ਡੈਲਟਾ ਸੀ 0.5, ਯਾਨੀ ਕਿ ਜੇ 10 ਰੁਪਏ ਮੂਵ ਕਰੂ ਮਾਰਕੀਟ ਤਾਂ ਮੈਨੂੰ ਮਿਲਨੇ ਆ 5 ਰੁਪਏ, ਕਿਉਂਕਿ ਮੇਰਾ ਡੈਲਟਾ 0.5 ਹੈ। ਪਰ ਉਦੋਂ ਬਾਅਦ ਤਾਂ ਮੈਨੂੰ ਲਾਸ ਹੋ ਰਿਹਾ ਥੀਟਾ ਡਿਕੇ ਮਾਈਨਸ 11 ਰੁਪਏ ਦਾ। ਮੈਨੂੰ ਜੇ ਮਾਰਕੀਟ 10 ਰੁਪਏ ਚੱਲਦੀ ਹੈ ਇੱਕ ਦਿਨ 'ਚ, ਠੀਕ ਹੈ, ਮਾਰਕੀਟ ਇੱਕ ਦਿਨ 'ਚ 10 ਰੁਪਏ ਚੱਲਦੀ ਹੈ ਤਾਂ ਮੈਨੂੰ ਕੀ ਹੈ 11 ਰੁਪਏ ਦਾ ਤਾਂ ਲਾਸ ਹੈ ਮੇਰਾ, 5 ਰੁਪਏ ਮੇਰਾ ਪ੍ਰੋਫਿਟ ਹੈ, 11 ਰੁਪਏ ਲਾਸ ਹੈ, ਅਲਟੀਮੇਟਲੀ ਮੈਂ 6 ਰੁਪਏ ਲਾਸ 'ਚ। ਪਰ ਜੇ ਮਾਰਕੀਟ 20 ਪੁਆਇੰਟ ਚੱਲ ਪੈਂਦੀ ਆ, ਜੇ ਮਾਰਕੀਟ 20 ਪੁਆਇੰਟ ਚੱਲ ਪੈਂਦੀ ਆ ਤਾਂ ਮੇਰੇ 10 ਰੁਪਏ ਬਣ ਗਏ, ਕਿਉਂਕਿ 0.5 ਦਾ ਡੈਲਟਾ 10 ਪੁਆਇੰਟ ਤਾਂ ਬਣ ਗਏ, 10 ਰੁਪਏ ਬਣ ਗਏ, ਪਰ ਹਜੇ ਵੀ 11 ਰੁਪਏ ਲਾਸ ਆ ਮੇਰਾ, ਟਾਈਮ ਉਹਦਾ 11 ਹੀ ਰਹਿਣਾ, ਹਜੇ ਵੀ ਮੈਂ 0.1 ਰੁਪਏ ਲਾਸ 'ਚ। ਜਦੋਂ ਆਪਾਂ ਇਨ ਦਾ ਮਨੀ ਗੱਲ ਕੀਤੀ ਤਾਂ ਆਪਾਂ ਦੇਖਿਆ ਕਿ ਜੇ ਮਾਰਕੀਟ ਇੱਕ ਦਿਨ 'ਚ 10 ਪੁਆਇੰਟ ਵੀ ਚੱਲੂ ਨਾ ਤਾਂ ਵੀ ਮੈਨੂੰ 2 ਰੁਪਏ ਪ੍ਰੋਫਿਟ ਹੋ ਜਾਣਾ। ਇੱਥੇ ਆਪਾਂ ਦੇਖਿਆ ਕਿ ਮਾਰਕੀਟ ਜੇ 20 ਰੁਪਏ ਵੀ ਚੱਲਦੀ ਹੈ ਤਾਂ ਵੀ ਮੇਰਾ ਨੁਕਸਾਨ ਹੈ ਹਜੇ ਵੀ 1 ਰੁਪਏ ਦਾ। ਜੇ 20 ਪੁਆਇੰਟ ਵੀ ਚੱਲ ਗਈ ਤਾਂ ਹਜੇ ਵੀ 1 ਰੁਪਏ ਦਾ ਮੈਨੂੰ ਲਾਸ ਹੋ ਰਿਹਾ। ਹੁਣ ਇਹਦਾ ਆਊਟ ਆਫ ਦਾ ਮਨੀ ਦਾ ਡੈਲਟਾ ਕਿੰਨਾ 0.2। ਮਾਰਕੀਟ ਚੱਲੀ ਮੰਨ ਲਓ 10 ਰੁਪਏ, ਮੈਨੂੰ ਮਿਲੇ 2 ਰੁਪਏ, ਮਾਈਨਸ ਕਿੰਨੇ ਹੋ ਗਏ 9। ਜੇ ਮੈਂ ਇੱਥੇ ਦੇਖਾਂ ਕਿ ਮਾਰਕੀਟ 30 ਪੁਆਇੰਟ ਚੱਲ ਜੇ, ਜੇ ਮਾਰਕੀਟ 30 ਪੁਆਇੰਟ ਚੱਲ ਜੇ ਤਾਂ ਮੈਨੂੰ ਤਾਂ 6 ਰੁਪਏ ਮਿਲਨੇ ਆ, ਹਜੇ ਵੀ ਮੈਂ ਲਾਸ 'ਚ। ਜੇ ਮਾਰਕੀਟ 50 ਰੁਪਏ ਚੱਲ ਜੇ ਤਾਂ ਮੈਨੂੰ ਤਾਂ 10 ਪਿੱਛੇ 2 ਰੁਪਏ ਮਿਲ ਰਹੇ ਆ, ਮੈਨੂੰ 10 ਰੁਪਏ ਮਿਲਣਗੇ। ਜੇ ਮਾਰਕੀਟ 50 ਰੁਪਏ ਚੱਲੂਗੀ ਤਾਂ ਮੈਨੂੰ 10 ਰੁਪਏ ਮਿਲਣਗੇ, ਜਿਹਦੇ ਚ 9 ਰੁਪਏ ਟਾਈਮ ਡਿਕੇ ਦੇ ਕੱਟੇ ਗਏ ਪਲੱਸ 1 ਰੁਪਏ, ਯਾਨੀ ਕਿ ਆਊਟ ਆਫ ਦਾ ਮਨੀ ਮੈਨੂੰ ਬਰਾਬਰ ਆਉਣ ਵਾਸਤੇ 50 ਜੇ ਮਾਰਕੀਟ ਮੂਵ ਕਰੂਗੀ ਤਾਂ ਮੈਂ ਪੋਜ਼ਿਟਿਵ ਨਹੀਂ ਆਉਂਗਾ, ਸਿਰਫ ਬਰਾਬਰ ਹੋਣਗੇ ਪੈਸੇ। ਇੱਥੇ ਮਾਰਕੀਟ ਘੱਟੋ ਘੱਟ 20 ਜਾਂ 25 ਪੁਆਇੰਟ ਕਰੂਗੀ ਤਾਂ ਮੇਰੇ ਪੈਸੇ ਬਰਾਬਰ ਹੋਣਗੇ। ਇੱਥੇ ਜੇ ਮਾਰਕੀਟ 10 ਰੁਪਏ ਮੂਵ ਕਰੂਗੀ ਇਨ ਦਾ ਮਨੀ ਤਾਂ ਮੇਰੇ ਪੈਸੇ 2 ਰੁਪਏ ਮੈਨੂੰ ਪ੍ਰੋਫਿਟ ਹੋ ਜਾਊਗਾ। ਗੱਲ ਸਮਝ ਆਈ? ਕਈ ਵਾਰੀ ਆਪਾਂ ਦੇਖਦੇ ਹਾਂ ਕਿ ਸਰ ਮਾਰਕੀਟ ਤੋਂ ਉੱਪਰ ਨੂੰ ਜਾ ਰਹੀ ਹੈ ਜੀ, ਮੇਰੇ ਵਾਲਾ ਆਪਸ਼ਨ ਪ੍ਰੀਮੀਅਮ ਮਾਈਨਸ ਹੋ ਰਿਹਾ ਹਜੇ ਵੀ। ਉਹ ਇਸੇ ਕਰਕੇ ਹੁੰਦਾ ਹੈ ਕਿ ਆਪਾਂ ਪ੍ਰੋਪਰ ਵੈਲਿਊਏਸ਼ਨ ਨਹੀਂ ਕੱਢ ਪਾਉਂਦੇ ਕਿ ਜੀ ਥੀਟਾ ਡਿਕੇ ਕਿੰਨਾ ਸੀ ਤੇ ਡੈਲਟਾ ਕਿੰਨਾ ਸੀ। ਹੁਣ ਮੰਨ ਲਓ ਇਹਦਾ ਥੀਟਾ ਡਿਕੇ 9 ਸੀ, ਉਹਦਾ ਡੈਲਟਾ 9 ਸੀ, ਜੇ ਇਹਦੇ ਚ ਥੀਟਾ ਡਿਕੇ -9 ਵੀ ਹੋ ਜਾਂਦਾ ਤਾਂ ਆਪਾਂ ਨੂੰ ਪਤਾ ਵੀ ਚੱਲ ਜੇ 10 ਵੀ ਮੂਵ ਕਰੂਗੀ ਤਾਂ ਮੈਂ ਘਾਟੇ 'ਚ ਨਹੀਂ ਜਾਂਦਾ, 10 ਤੋਂ ਵੱਧ ਜਿੰਨਾ ਮੂਵ ਕਰੂਗੀ ਉਹ ਮੇਰਾ ਪ੍ਰੋਫਿਟ ਹੈ। ਆਪਾਂ ਇਹਨੂੰ -9 ਤੱਕ ਲੈ ਸਕਦੇ ਸੀ ਕਿ ਮੇਰਾ ਜਿਹੜਾ ਡੈਲਟਾ ਹੈ ਉਹ 9 ਹੈ, -9 ਮੇਰਾ ਥੀਟਾ ਡਿਕੇ ਹੈ, ਕੋਈ ਗੱਲ ਨਹੀਂ 10 ਵੀ ਮੂਵ ਕਰ ਜੂ ਤਾਂ ਮੈਂ ਨੋ ਪ੍ਰੋਫਿਟ ਨੋ ਲਾਸ 'ਚ, ਤੇ ਇੰਨਾ ਤਾਂ ਮਾਰਕੀਟ ਮੂਵ ਕਰ ਹੀ ਜਾਂਦੀ ਹੈ। ਪਰ ਜੇ ਮੈਂ ਅੱਗੇ ਦੇਖਾਂ ਕਿ ਮੈਂ ਡੈਲਟਾ ਲੈ ਲਿਆ 5, ਥੀਟਾ ਡਿਕੇ ਲੈ ਲਿਆ -11, तो यानी कि मार्केट ਨੂੰ ਡਬਲ ਚੱਲਣਾ ਪੈਣਾ, ਡਬਲ ਤੋਂ ਵੀ ਜ਼ਿਆਦਾ ਚੱਲਣਾ ਪੈਣਾ ਥੀਟਾ ਡਿਕੇ ਨਾਲੋਂ, ਤਾਂ ਜਾ ਕੇ ਕਿਤੇ ਮੇਰਾ ਕੰਮ ਚੱਲਣਾ। ਗੱਲ ਸਮਝ ਆਈ? ਤਾਂ ਆਪਾਂ ਇਹ ਚੀਜ਼ ਹਮੇਸ਼ਾ ਦੇਖਦੇ ਆ ਕਿ ਤੁਸੀਂ ਥੀਟਾ ਡਿਕੇ ਕਿੰਨਾ ਲੈ ਰਹੇ ਹੋ ਤਾਂ ਉਹ ਥੀਟਾ ਪੂਰਾ ਰਿਕਵਰ ਕਰਨ ਦੇ ਵਿੱਚ ਜਿਹੜਾ ਲਾਸ ਪੈ ਰਿਹਾ ਮਾਰਕੀਟ ਨੂੰ ਡੇਲੀ ਕਿੰਨਾ ਮੂਵ ਕਰਨਾ ਪਏਗਾ ਤੇ ਕਿੰਨੇ ਤੋਂ ਬਾਅਦ ਤੁਹਾਨੂੰ ਪ੍ਰੋਫਿਟ ਆਉਣਾ ਸ਼ੁਰੂ ਹੋਣਾ। ਜੇ 50 ਪੁਆਇੰਟਾਂ ਨੇ ਸਿਰਫ ਤੁਹਾਡਾ ਨੈਗੇਟਿਵਿਟੀ ਰੋਕੀ ਤਾਂ ਇਦੋਂ ਅਗਲੇ 50 ਪੁਆਇੰਟ ਤੁਹਾਨੂੰ ਚਾਹੀਦੇ ਪੋਜ਼ਿਟਿਵ ਹੋਣ ਦੇ ਲਈ। ਤੁਸੀਂ ਦੇਖੋ ਵੀ ਯਾਰ ਮਾਰਕੀਟ ਇੱਕ ਦਿਨ 100 ਚੱਲ ਜੂਗੀ, ਚੱਲਣ ਨੂੰ ਤਾਂ 400 ਵੀ ਚੱਲ ਸਕਦੀ ਹੈ, ਪਰ ਜਦੋਂ ਆਪਾਂ ਲੌਂਗ ਟਰਮ ਚ ਹਿਸਾਬ ਲਾ ਕੇ ਰੱਖਦੇ ਹਾਂ ਫਿਰ ਆਪਾਂ ਦੇਖਦੇ ਹਾਂ ਵੀ ਯਾਰ ਇਹਨਾਂ ਚੱਲੂਗੀ ਕਿ ਨਹੀਂ ਚੱਲੂਗੀ, ਮੈਨੂੰ ਕੋਈ ਪ੍ਰੋਫਿਟ ਹੋਊਗਾ ਵੀ ਕਿ ਨਹੀਂ ਹੋਊਗਾ। ਹੁਣ ਗੱਲ ਸਮਝ ਆਈ ਥੀਟਾ ਕਿੱਥੇ ਕੰਮ ਆਉਂਦਾ ਜੀ? ਵੀਰ ਇੱਕ ਕੁਐਸਚਨ ਆ, ਹਾਂਜੀ ਜਿੱਦਾਂ ਤੁਸੀਂ ਇੱਥੇ ਐਗਜ਼ਾਮਪਲ ਦੇ ਰਹੇ ਹੋ ਕਿ ਸਪੋਜ਼ ਮਾਰਕੀਟ 10 ਪੁਆਇੰਟ ਚੱਲਦੀ ਆ ਤਾਂ 10 ਪੁਆਇੰਟ ਚੱਲਦੀ ਆ ਤਾਂ ਬਿਕੋਜ਼ ਥੀਟਾ -7 ਆ ਤੇ ਅਗਲੇ ਦਿਨ ਸਾਨੂੰ ਸਿਰਫ $3 ਦਾ ਫਾਇਦਾ ਹੋਊਗਾ ਇਸ ਹਿਸਾਬ ਨਾਲ, ਕਿਉਂਕਿ $7 ਥੀਟਾ ਡਿਕੇ ਨੇ ਖਤਮ ਕਰ ਦੇਣੇ, ਡਿਕੇ ਕਰ ਦੇਣਾ ਬੇਸਿਕਲੀ। ਬਟ ਜਦੋਂ ਆਪਾਂ ਕਹਿ ਰਹੇ ਹਾਂ ਵੀ $10 ਜਾਂ 10 ਪੁਆਇੰਟ ਚੱਲੂਗੀ ਮਾਰਕੀਟ, ਉਦੋਂ ਪਰ ਡਾਲਰ ਡੈਲਟਾ ਵੀ ਤਾਂ ਵਧੂਗਾ ਨਾ ਸਾਡਾ। ਬਿਲਕੁਲ ਬਿਲਕੁਲ ਵਧੂਗਾ। ਹੁਣ ਤੇ ਆਪਾਂ ਉਹ ਜਦੋਂ ਸਪੋਜ਼ ਕਰੋ ਆਪਣਾ ਜਸਟ ਐਗਜ਼ਾਮਪਲ ਦੇ ਰਹੇ ਹਾਂ, ਜੇ ਆਪਣਾ $10 ਆ ਡੈਲਟਾ, ਹਾਂਜੀ ਮਤਲਬ 10 ਸੈਂਟ ਆ ਜਿਹੜਾ ਕਿ $10 ਹੋ ਜਾਊਗਾ ਪਰ ਡਾਲਰ, ਤਾਂ 10 ਪੁਆਇੰਟ ਚੱਲਣ ਦੇ ਨਾਲ ਸਾਡਾ ਪ੍ਰੀਮੀਅਮ $100 ਵੱਧ ਵੀ ਤਾਂ ਜਾਊਗਾ। ਬਿਲਕੁਲ ਸਰ ਵਧੂਗਾ। ਹੁਣ ਆਪਾਂ ਤੇ ਨੈਕਸਟ ਡੇ ਸਿਰਫ ਸਾਨੂੰ $7 ਘਟੂਗੇ ਤਾਂ ਆਪਾਂ ਫੇਰ ਵੀ $93 ਫਾਇਦੇ ਚ ਹੋਵਾਂਗੇ ਜੇ ਆਪਣਾ $10 ਵੱਧਦਾ। ਨਹੀਂ ਦੇਖੋ ਇੱਕ ਤੁਸੀਂ ਕੈਲਕੂਲੇਸ਼ਨ ਗਲਤ ਕਰ ਗਏ। ਜੇ ਆਪਣਾ ਮਾਰਕੀਟ $10 ਵੱਧਦੀ ਹੈ, ਠੀਕ ਹੈ, ਜਿਹੜਾ ਆਪਣਾ ਮੰਨ ਲਓ ਡੈਲਟਾ ਹੈ ਉਹ 10 ਸੈਂਟ ਹੈ, $10 ਨਹੀਂ ਗੇ ਕਦੇ ਨਹੀਂ। ਇਹ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਕਦੇ ਵੀ ਜਿਹੜੀ ਆਪਸ਼ਨਸ ਹੈ
ਉਹ ਮਾਰਕੀਟ ਤੋਂ ਜ਼ਿਆਦਾ ਨਹੀਂ ਵੱਧ ਸਕਦਾ। ਜੇ ਮਾਰਕੀਟ 100 ਵਧੂਗੀ ਉਹਦੇ ਬਰਾਬਰ ਤਾਂ ਵੱਧ ਸਕਦਾ ਹੈ। ਕਿ ਤੁਹਾਨੂੰ ਮਾਰਕੀਟ $10 ਉੱਪਰ ਗਈ ਤਾਂ ਤੁਹਾਡਾ ਆਪਸ਼ਨ ਵੀ $10 ਉੱਪਰ ਜਾ ਸਕਦਾ, $100 ਉੱਪਰ ਨਹੀਂ ਜਾਏਗਾ। ਠੀਕ ਹੈ, ਜੇ ਤੁਹਾਡਾ ਜਿਹੜਾ ਡੈਲਟਾ ਹੈ ਉਹ 1 ਹੈ, 1 ਦਾ ਮਤਲਬ ਇਕੁਅਲ ਟੂ ਮਾਰਕੀਟ $10, ਠੀਕ ਹੈ, ਤੁਹਾਡਾ ਵੀ ਜਿਹੜਾ ਡੈਲਟਾ ਉਹ 1 ਹੈ, ਇਹਦਾ ਮਤਲਬ ਤੁਹਾਡਾ ਆਪਸ਼ਨ $10 ਵੱਧ ਗਿਆ। ਪਰ ਹੁਣ ਉਹਦੇ ਚ ਕੀ ਹੋਇਆ ਕਿ $7 ਕਾਹਦੇ ਮਾਈਨਸ ਹੋ ਗਏ, ਥੀਟਾ ਡੇਟ ਯਾ ਉਹ 100 ਨਹੀਂ ਨਾ ਵੱਧ ਸਕਦਾ। ਜੇ ਮਾਰਕੀਟ $10 ਵਧੀ ਆਪਾਂ ਕਹੀਏ ਜੀ ਸਾਡਾ ਆਪਸ਼ਨ $100 ਵੱਧ ਗਿਆ, ਨਹੀਂ, ਇਹ ਪੋਸੀਬਲ ਨਹੀਂ ਹੈ। ਉਹ $10 ਹੀ ਵੱਧ ਸਕਦਾ, ਮੈਕਸਿਮਮ ਉਹ $10 ਵੱਧ ਸਕਦਾ ਹੈ। ਕਲੀਅਰ? ਓਕੇ, ਹੁਣ ਉਹ ਆਪਾਂ ਕੈਲਕੂਲੇਸ਼ਨ ਕਿੱਥੇ ਗਲਤ ਕਰ ਗਏ, ਆਪਾਂ ਕਹਿੰਦੇ ਜੀ ਹੁਣ ਮੰਨ ਲਓ ਉਹਦੇ ਚ ਲੋਟ ਦੇ ਵਿੱਚ $10 ਹੈ ਫॉर ਐਗਜ਼ਾਮਪਲ, ਤਾਂ ਆਪਾਂ ਕਹਿੰਦੇ ਜੀ ਜੇ ਮੰਨ ਲਓ $10 ਮੇਰਾ ਪ੍ਰੀਮੀਅਮ ਵੱਧਦਾ, ਲੋਟ ਮੇਰਾ $10 ਦਾ $100 ਵੱਧ ਜੂਗਾ, ਪਰ ਉਹ ਜੋ ਥੀਟਾ ਡਿਕੇ ਫਿਰ -7 × 10 ਕਰਨਾ ਪਏਗਾ ਨਾ, ਇਹ ਨਹੀਂ ਨਾ ਕਿ ਨਹੀਂ ਹਾਂਜੀ ਇੱਕ ਕਨਫਿਊਜ਼ਨ ਹੋ ਰਹੀ ਹੈ ਇੱਥੇ ਮੈਨੂੰ। ਮੈਂ ਸਪੋਜ਼ ਕਰੋ ਮੇਰੇ ਕੋਲ ਲੋਟ ਸਾਈਜ਼ ਵੀ 1 ਆ, ਰਾਈਟ, ਇੱਕ ਹੀ ਲੋਟ ਸਾਈਜ਼ ਆ, ਉਹਦਾ ਪ੍ਰੀਮੀਅਮ ਹੈਗਾ ਆ 400 ਆ, ਬਿਲਕੁਲ ਜੀ, ਤੇ ਜਿਹੜਾ ਜਿੱਦਾਂ ਹੁਣ ਤੁਸੀਂ ਇੱਥੇ ਨਿਫਟੀ ਲਿਆ ਉਹਦਾ 17300 ਆ, ਰਾਈਟ, ਜੇ ਉਹਦਾ ਡੈਲਟਾ ਹੈਗਾ 0.4 ਆਪਾਂ ਕਹਿ ਲਈਏ, ਤੇ ਉਹਦੀ ਵੈਲਿਊ ਹੈਗੀ ਆ 17300 ਤੋਂ 17310 ਹੋ ਗਈ, ਰਾਈਟ ਜੀ, ਤਾਂ ਪਰ ਐਵਰੀ ਡਾਲਰ ਇਨਕਰੀਜ਼ ਉਹਦੇ ਉਨੀ ਡੈਲਟਾ ਵੈਲਿਊ ਵਧੀ ਨਹੀਂ ਜਾਊਗੀ ਐਵਰੀ ਡਾਲਰ ਦੇ ਨਾਲ, ਤੇ 17310 ਤੱਕ ਆਉਂਦੇ ਆ, ਉਹ 400 ਹੋ ਸਕਦਾ 450 ਹੋ ਜਾਵੇ। ਬਿਲਕੁਲ ਆਪਾਂ ਮੰਨਿਆ ਕਿ ਮੰਨ ਲਓ 17300 ਤੋਂ 17310 ਤੱਕ ਜਿਹੜਾ 17300 ਦੇ ਡੈਲਟਾ ਮੰਨ ਲਓ 0.4 ਸੀ, ਤਾਂ ਜਦੋਂ 17310 ਹੋਏਗਾ ਤਾਂ ਡੈਲਟਾ ਵੱਧ ਕੇ 0.41 ਹੋ ਸਕਦਾ ਜਾਂ 0.42 ਹੋ ਸਕਦਾ। ਹਾਂਜੀ, ਕਿਉਂਕਿ ਇੰਨਾ ਨਹੀਂ ਹੋਏਗਾ ਕਿ 0.4 ਤੋਂ 0.8 ਚਲਾ ਜਾਵੇ, ਹਾਂ 0.4 ਤੋਂ 0.2 ਤੱਕ ਚਲਾ ਜਾ ਸਕਦਾ। ਪਰ ਹੁਣ ਆਪਾਂ ਦੇਖੋ ਨਾ, ਕੱਲ ਆਪਾਂ ਇਹੀ ਗੱਲ ਕੀਤੀ ਸੀ ਕਿ ਜੇ ਗਾਮਾ ਆਪਾਂ ਉਹ ਚੀਜ਼ ਗਾਮਾ ਹੀ ਹੋਗੀ ਨਾ ਵੀ ਵੱਧ ਗਿਆ, ਮਾਰਕੀਟ ਵਧੀ ਤਾਂ ਡੈਲਟਾ ਵੀ ਵੱਧ ਗਿਆ, ਪਰ ਉਹਦੇ ਨਾਲ ਦੇਖੋ ਆਪਣਾ ਫਰਕ ਕਿੰਨਾ ਪਿਆ ਸੀ, ₹1.62 ਪੂਰੇ ਆਪਸ਼ਨ ਪ੍ਰੀਮੀਅਮ ਤੇ ਆਪਾਂ ₹180 ਦਾ ਪ੍ਰੋਫਿਟ ਹੋ ਰਿਹਾ ਸੀ, ਫਿਰ ਆਪਾਂ ਨੂੰ ₹181.62 ਦਾ ਪ੍ਰੋਫਿਟ ਹੋਣ ਲੱਗ ਪਿਆ। ਤਾਂ ਆਪਾਂ ਗੱਲ ਕੀ ਕੀਤੀ ਸੀ ਕਿ ਜਦੋਂ ਆਪਾਂ ਇਹ ਸੋਚ ਕੇ ਚੱਲਦੇ ਹਾਂ ਕਿ ਜੀ ਸਾਡਾ ਡੈਲਟਾ ਵੀ ਤਾਂ ਵਧੂਗਾ ਨਾ, ਤਾਂ ਆਪਾਂ ਨੂੰ ਬੇਸਿਕਲੀ ਪ੍ਰੋਫਿਟ ਕਦੋਂ ਹੋਣਾ, ਜੇ ਆਪਣੇ ਕੋਲ ਜ਼ਿਆਦਾ ਲੋਟ ਚੱਕੇ ਹੋਣਗੇ ਤਾਂ ਹੀ ਫਰਕ ਪਏਗਾ, ਅਦਰਵਾਈਜ਼ ਆਪਣਾ ਕੋਈ ਜ਼ਿਆਦਾ ਖਾਸ ਫਰਕ ਨਹੀਂ ਪਏਗਾ। ਜਦੋਂ ਕਹਿੰਦਾ ਵੀ ਇੱਕ ਲੋਟ, ਹੁਣ ਇੱਕ ਲੋਟ ਦਾ ਮਤਲਬ ਕੀ ਹੈ, ਇੱਕ ਲੋਟ ਦੇ ਅੰਦਰ ਸ਼ੇਅਰਸ ਹੁੰਦੇ ਆ, ਇੱਕ ਲੋਟ ਦਾ ਮਤਲਬ ਹੈ ਕਿ ਉਹਦੇ ਅੰਦਰ ਮੰਨ ਲਓ 50 ਸ਼ੇਅਰਸ ਹੈ ਜਾਂ 20 ਸ਼ੇਅਰਸ ਹੈ, 150 ਸ਼ੇਅਰਸ ਹੈ, 250 ਸ਼ੇਅਰਸ ਹੈ, ਤਾਂ ਉਹਦੇ ਅੰਦਰ ਲੋਟ ਇੱਕ ਹੈ ਬਟ ਉਹਦੇ ਅੰਦਰ ਸ਼ੇਅਰਸ ਹੈ। ਤੇ ਜਿਹੜਾ ਵੀ ਪ੍ਰੀਮੀਅਮ ਹੁੰਦਾ, ਹੁਣ ਜਦੋਂ ਆਪਾਂ ਕਹਿੰਦੇ ਅਸੀਂ ਆਪਸ਼ਨ ਪ੍ਰੀਮੀਅਮ 400 ਹੈ, ਤਾਂ ਇਹਦੀ ਵੈਲਿਊ 20000 ਕਿੱਦਾਂ ਬਣ ਗਈ, ਕਿਉਂਕਿ ਇੱਕ ਲੋਟ ਦੇ ਅੰਦਰ 50 ਸ਼ੇਅਰ ਸੀਗੇ, ਆਪਾਂ ਫਿਰ ਉਹਨੂੰ ਆਪਸ਼ਨ ਜਿਹੜਾ ਆਪਾਂ ਨੂੰ ਕੋਈ ਵੀ ਜਿਹੜਾ ਪ੍ਰੀਮੀਅਮ ਦਿਖਾਇਆ ਜਾਂਦਾ ਨਾ, ਉਹ ਪਰ ਸ਼ੇਅਰ ਦਿਖਾਉਂਦਾ ਕਿ ਪਰ ਸ਼ੇਅਰ ਇਹਦਾ ਪ੍ਰੀਮੀਅਮ ਇੰਨਾ ਦੇਣਾ ਪਏਗਾ ਜੀ ਤੁਹਾਨੂੰ। ਤੁਸੀਂ ਲੋਟ ਖਰੀਦਣਾ, ਲੋਟ 'ਚ 50 ਸ਼ੇਅਰਸ ਹੈ, ਆਬਵੀਅਸਲੀ ਤੁਹਾਨੂੰ 20000 ਦੇਣਾ ਪੈਣਾ। ਜਿਹੜਾ ਥੀਟਾ ਡਿਕੇ ਦਿਖਾਇਆ ਜਾ ਰਿਹਾ -7, ਉਹ ਲੋਟ ਦਾ ਥੀਟਾ ਨਹੀਂ ਦਿਖਾਇਆ ਜਾ ਰਿਹਾ, ਬੇਸਿਕਲੀ ਇੱਕ ਸਿੰਗਲ ਸ਼ੇਅਰ ਦਾ ਥੀਟਾ ਡਿਕੇ ਦਿਖਾਇਆ ਜਾ ਰਿਹਾ ਤੁਹਾਨੂੰ। ਉਹਦੇ ਵਿੱਚ 50 ਸ਼ੇਅਰਸ ਹੈ, ਆਬਵੀਅਸ ਹੈ, ਉਹ ਕਿੰਨਾ ਹੋ ਗਿਆ -350। ਉਸੇ ਤਰ੍ਹਾਂ ਜੇ ਡੈਲਟਾ ਵੀ ਆਪਾਂ ਕਰਦੇ ਆਪਾਂ ਕਹਿੰਦੇ ਡੈਲਟਾ ਹੈਗਾ ਜੀ 0.9, ਤਾਂ ਪੁਆਇੰਟ ਜਦ ਮੰਨ ਲਓ 0.5 ਹੈ ਜਾਂ 0.9 ਹੈ, ਤਾਂ ਬੇਸਿਕਲੀ ਉਹਦਾ ਮਤਲਬ ਕੀ ਹੈ 0.9 × 50 ਕਰਾਂਗੇ। ਜਦ ਮੰਨ ਲਓ ਮਾਰਕੀਟ ਆਪਣੀ 100 ਚੱਲਦੀ ਹੈ, ਤਾਂ ਆਪਾਂ ਨੂੰ ਕੀ ਹੋਏਗਾ, ਜਿਹੜਾ 90 ਪ੍ਰੋਫਿਟ ਹੋ ਰਿਹਾ ਆਪਸ਼ਨ ਪ੍ਰੀਮੀਅਮ 'ਚ ਪ੍ਰੋਫਿਟ ਹੋ ਰਿਹਾ, ਆਪਸ਼ਨ ਪ੍ਰੀਮੀਅਮ ਆਪਣਾ 400 ਦੀ ਬਜਾਏ 490 ਹੋ ਜਾਊਗਾ, × 50 ਦਾ ਕਰਨਾ ਹੀ ਕਰਨਾ ਹੈ। ਤੇ ਚਾਹੇ ਉਹ ਡਿਕੇ ਹੈ, ਚਾਹੇ ਉਹ ਪ੍ਰੋਫਿਟ ਹੈ, ਡੈਲਟਾ ਹੈ, ਚਾਹੇ ਉਹ ਗਮ ਹੈ, ਉਹ ਆਪਾਂ ਨੂੰ ਲੋਟ ਦੇ ਅਕੋਰਡਿੰਗ ਨਹੀਂ ਦੱਸ ਦੇਗੇ, ਉਹ ਆਪਾਂ ਨੂੰ ਇੱਕ ਸਿੰਗਲ ਸ਼ੇਅਰ ਦੇ ਅਕੋਰਡਿੰਗ ਦੱਸਦੇ ਆ। ਤਾਂ ਕਈ ਵਾਰ ਆਪਾਂ ਗਲਤੀ ਕੀ ਕਰਦੇ ਹਾਂ ਕਿ ਆਪਾਂ ਇੱਕ ਚੀਜ਼ ਨੂੰ ਕੈਲਕੂਲੇਟ ਕਰ ਲੈਂਦੇ ਹਾਂ × 50 ਕਰਕੇ, ਇੱਕ ਚੀਜ਼ ਨੂੰ ਆਪਾਂ ਕੈਲਕੂਲੇਟ, ਹੁਣ ਜਿਵੇਂ ਆਪਾਂ ਇੱਥੇ ਮੰਨ ਲਓ ਥੀਟਾ ਡਿਕੇ -7 ਦੀ ਗੱਲ ਕੀਤੀ, ਮੈਂ ਜੇ ਮੰਨ ਲਓ ਮੈਂ ਕੈਲਕੂਲੇਟ ਕਰ ਰਿਹਾ ਕਿ ਸਰ ਇੱਦਾਂ ਦੇਖੋ ਜੀ, ਮੇਰਾ ਮੰਨ ਲਓ ਡੈਲਟਾ ਜੀ 0.5 ਹੈ, ਉਹਦੇ 'ਚ 50 ਮੇਰੇ ਸ਼ੇਅਰ ਹੈ, ਤੇ ਇਹਦਾ ਮਤਲਬ ਕੀ ਹੋਇਆ, ਮੈਨੂੰ ਤਾਂ ਜੀ ₹50 ਬਣ ਗਏ, ਫॉर ਐਗਜ਼ਾਮਪਲ 15 × 5 ਕਰ ਲਓ, ਤਾਂ ਮੈਨੂੰ ਤਾਂ ਜੀ 25 ਸ਼ੇਅਰ ₹250 ਬਣ ਗਿਆ, ਪਰ ਮੇਰਾ ਮਾਈਨਸ ਹੋਣਾ -7 ਨਹੀਂ, -7 ਨਹੀਂ ਮਾਈਨਸ ਹੋਣਾ, -7 × 50 ਥੋੜਾ ਮਾਈਨਸ ਹੋਏਗਾ। ਦੋਵਾਂ ਚੀਜ਼ਾਂ ਨੂੰ 50 ਨਾਲ ਮਲਟੀਪਲਾਈ ਕਰੋ, ਫਿਰ ਵੈਲਿਊ ਉਹਦੀ ਐਗਜ਼ੈਕਟ ਆਏਗੀ।
ਕਲੀਅਰ ਜੀ? Okay, yeah. ਹੁਣ ਦੱਸੋ ਸਰ, ਕਿਸੇ ਦਾ ਕੋਈ ਡਾਊਟ ਜੀ ਇਸ ਬਾਰੇ, ਥੀਟਾ ਕਿਸੇ ਨੂੰ ਨਾ ਸਮਝ ਆਇਆ ਹੋਵੇ? ਪਰ ਸਰ ਇਹ ਆਪਾਂ ਜੇ ਸਰ ਦੇਖਦੇ ਥੀਟਾ ਆਪਾਂ ਕਿੱਥੇ ਦੇਖ ਸਕਦੇ ਹਾਂ? ਚਲ ਸੈਂਸਿਬਲ ਤੇ ਆਪਾਂ ਆਪਸ਼ਨ ਚੇਂਜ ਦੇਖਾਂਗੇ ਜੀ, ਮੈਂ ਦਿਖਾਊਂਗਾ ਤੁਹਾਨੂੰ ਲਾਸਟ ਤੇ, ਮੈਂ ਤੁਹਾਨੂੰ ਦਿਖਾਊਂਗਾ ਸਾਰੀ ਚੀਜ਼ਾਂ। ਠੀਕ ਹੈ ਸਰ। ਸਰ ਜੇ ਆਪਾਂ ਇਹਨੂੰ ਇੱਕ ਦਿਨ ਰੱਖਾਂਗੇ ਲੋਟ ਨੂੰ ਸਰ, ਤਾਂ ਹੀ ਵੈਲਿਊ ਡਿਕੇ ਹੋਊਗੀ ਸਰ। ਜੇ ਆਪਾਂ ਇੰਟਰਾਡੇ ਕਰਦੇ ਹਾਂ ਫਿਰ ਉਹਦੇ ਚ ਤਾਂ ਨਹੀਂ ਥੀਟਾ ਡਿਕੇ? ਸਰ ਪਤਾ ਕੀ ਹੁੰਦਾ ਜੀ, ਵੈਸੇ ਦੇਖੋ ਜਿਹੜੇ -7 ਉਹਨਾਂ ਨੇ ਥੀਟਾ ਡਿਕੇ ਦਿੱਤਾ, ਇਹ ਤੁਹਾਨੂੰ 24 ਘੰਟੇ ਦਾ ਦਿੱਤਾ ਹੈ ਕਿ 24 ਘੰਟਿਆਂ 'ਚ -7 ਰੁਪਏ ਹੁੰਦੇ ਆ। ਹਾਂ ਤੁਸੀਂ ਇੱਕ ਦਿਨ ਰੱਖ ਲਿਆ, ਸੌਰੀ 1 ਘੰਟਾ ਰੱਖ ਲਿਆ, 2 ਘੰਟੇ ਰੱਖ ਲਏ, ਤਾਂ -7 ਨਹੀਂ ਹੋਣਗੇ। ਹਾਂ ਪਰ ਮੰਨ ਲਓ -1 ਹੋ ਸਕਦਾ, ਜਾਂ ਉਹ -0.567 ਕੁਝ ਨਹੀਂ ਹੋ ਸਕਦਾ। ਇਹ ਨਹੀਂ ਕਿ ਹਾਂ 1 ਘੰਟੇ ਤੇ -7, 24 ਘੰਟਿਆਂ 'ਚ -7 ਹੋਣੇ ਆ। ਠੀਕ ਹੈ ਜੀ? ਜਦੋਂ ਆਪਾਂ ਇੰਟਰਾਡੇ ਕਰਦੇ ਹਾਂ ਤੇ ਫਿਰ ਆਪਾਂ ਥੀਟਾ ਡਿਕੇ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੰਦੇ। ਹਾਂ ਉਦੋਂ ਜਿਸ ਦਿਨ ਐਕਸਪਾਇਰੀ ਨਾ ਹੋਵੇ, ਕਿਉਂਕਿ ਜਦੋਂ ਐਕਸਪਾਇਰੀ ਹੁੰਦੀ ਹੈ ਤਾਂ ਐਕਸਪਾਇਰੀ 'ਚ ਕੀ ਹੁੰਦਾ, 9:15 ਮਾਰਕੀਟ ਖੁੱਲੀ ਹੈ, 3:30 ਵਜੇ ਮਾਰਕੀਟ ਨੇ ਕਲੋਜ਼ ਹੋ ਜਾਣਾ, ਤੇ ਜਿੰਨਾ ਵੀ ਉਹਦਾ ਟਾਈਮ ਹੈ ਉਹਨੇ ਉਸੇ ਟਾਈਮ ਦੇ ਵਿੱਚ 5-6 ਘੰਟੇ 'ਚ ਮਾਈਨਸ ਹੋਣਾ ਹੈ। ਤਾਂ ਉਦੋਂ ਆਬਵੀਅਸ ਜੀ ਗੱਲ ਹੈ ਕਿ ਜੇ ਤੁਸੀਂ ਮੰਨ ਲਓ ਪ੍ਰੀਮੀਅਮ, ਮੰਨ ਲਓ ਐਟ ਦਾ ਮਨੀ ਪ੍ਰੀਮੀਅਮ 150 ਰੁਪਏ ਦਿੱਤਾ, ਤਾਂ ਉਹਨੇ 50, ਉਹ 5 ਘੰਟਿਆਂ ਦੇ ਵਿੱਚ 150 ਨੇ ਮਾਈਨਸ ਹੋਣਾ ਹੀ ਹੋਣਾ ਹੈ। ਤਾਂ ਐਕਸਪਾਇਰੀ ਦੇ ਨੇੜੇ ਥੀਟਾ ਡਿਕੇ ਸਭ ਤੋਂ ਫਾਸਟ ਹੁੰਦਾ ਤੇ ਸਭ ਤੋਂ ਜ਼ਿਆਦਾ ਹੁੰਦਾ। ਆਪਾਂ ਨੂੰ ਇਹ ਗੱਲ ਪਹਿਲਾਂ ਹੀ ਪਤਾ ਕਿ ਪੈਸੇ ਕਦੋਂ ਸਭ ਤੋਂ ਵੱਧ ਕੱਟੇ ਜਾਂਦੇ ਆ, ਜਿਸ ਦਿਨ ਐਕਸਪਾਇਰੀ ਹੋਵੇ। ਹੁਣ ਆਪਾਂ ਐਕਸਪਾਇਰੀ ਵਾਲੇ ਦਿਨ ਇੰਟਰਾਡੇ ਕਰ ਰਹੇ ਹਾਂ, ਤਾਂ ਆਬਵੀਅਸ ਜੀ ਗੱਲ ਹੈ ਉਹਦੇ 'ਚ ਤੁਹਾਡਾ ਪੈਸਾ ਬੜੀ ਜਲਦੀ ਮਾਈਨਸ ਹੋ ਰਿਹਾ ਹੁੰਦਾ। ਜੇ ਤੁਸੀਂ ਐਕਸਪਾਇਰੀ ਤੋਂ 2 ਦਿਨ ਪਹਿਲਾਂ, 4 ਦਿਨ ਪਹਿਲਾਂ ਦੇਖੋਗੇ ਤਾਂ ਤੁਹਾਡਾ ਪੈਸਾ ਇੰਨੀ ਜਲਦੀ ਮਾਈਨਸ ਨਹੀਂ ਹੋਏਗਾ। ਹਾਂ ਔਰ ਰਾਤ ਸਾਰੀ ਨਿਕਲ ਗਈ, ਮੰਨ ਲਓ 3:30 ਵਜੇ ਤੋਂ ਲੈ ਕੇ ਅਗਲੇ ਦਿਨ 9:15 ਵਜੇ ਤੱਕ ਕਿੰਨਾ ਟਾਈਮ ਨਿਕਲ ਗਿਆ, ਤਾਂ ਪੈਸਾ ਤਾਂ ਮਾਈਨਸ ਹੁੰਦਾ ਹੈ, ਪਰ ਉਹ ਇੰਨਾ ਟਾਈਮ ਵੀ ਤਾਂ ਮਿਲੇ ਨਾ ਤੁਹਾਨੂੰ। ਹਾਲਾਂਕਿ ਤੁਸੀਂ ਉਸ ਟਾਈਮ 'ਚ ਕੁਝ ਨਹੀਂ ਕਰ ਸਕਦੇ ਸੀ, ਮਾਰਕੀਟ ਬੰਦ ਹੈ, ਤੁਸੀਂ ਕੁਝ ਨਹੀਂ ਕਰ ਸਕਦੇ, ਪਰ ਫਿਰ ਵੀ ਤੁਹਾਡਾ ਇੱਕ ਪਾਸੋਂ ਦਾ ਲਾਸ ਹੋ ਹੀ ਰਿਹਾ। ਬਸ ਐਕਸਪਾਇਰੀ ਵਾਲੇ ਦਿਨ ਆਪਾਂ ਜਦੋਂ ਵੀ ਤੁਸੀਂ ਇੰਟਰਾਡੇ ਕਰਨੀ ਹੈ ਨਾ, ਤਾਂ ਉਹਦੇ 'ਚ ਇੱਕ ਚੀਜ਼ ਆਪਸ਼ਨ ਇਹ ਹੁੰਦੀ ਹੈ ਆਪਣੇ ਕੋਲੇ। ਆਪਾਂ ਗੱਲ ਕੀਤੀ ਜੀ, ਆਪਾਂ ਇੰਟਰਾਡੇ ਇਨ ਦਾ ਮਨੀ ਕਰਨੀ ਹੈ, ਬਿਲਕੁਲ ਸਹੀ ਹੈ ਸਰ, ਆਪਾਂ ਇੰਟਰਾਡੇ ਇਨ ਦਾ ਮਨੀ ਕਰਨੀ ਹੈ ਜੀ। ਪਰ ਜਿਹੜੀ ਐਕਸਪਾਇਰੀ ਹੈ ਨਾ, ਨੀਅਰ ਐਕਸਪਾਇਰੀ ਨਾ ਚੱਕਿਆ ਕਰੋ, ਜੋ ਥੋੜੀ ਜਿਹੀ ਅਗਲੀ ਐਕਸਪਾਇਰੀ ਚੱਕ ਲਓ, ਤਾਂ ਕਿ ਜਿਹੜਾ ਤੁਹਾਡਾ ਥੀਟਾ ਡਿਕੇ ਹੈ ਉਹ ਤੁਹਾਨੂੰ ਘਟ ਜੇ। ਕਿਉਂਕਿ ਐਕਸਪਾਇਰੀ ਵਾਲੇ ਦਿਨ ਤਾਂ ਆਬਵੀਅਸ ਜੀ ਗੱਲ ਹੈ, ਤੁਸੀਂ ਇੰਟਰਾਡੇ ਕਰਨ ਲੱਗੇ ਹੋ, ਅੱਜ ਵੀਰਵਾਰ ਹੈ, ਐਕਸਪਾਇਰ ਕੱਲ ਨੂੰ, ਜਿਵੇਂ ਕੱਲ ਵੀਰਵਾਰ ਹੈ ਐਕਸਪਾਇਰੀ ਹੈ, ਤਾਂ ਜੇ ਤੁਸੀਂ ਕੱਲ ਇੰਟਰਾਡੇ ਕਰਨੀ ਹੈ ਤਾਂ ਕੱਲ ਸੇਮ ਐਕਸਪਾਇਰੀ ਦੇ ਇੰਟਰਾਡੇ ਨਾ ਕਰਿਓ, ਜੋ ਅਗਲੇ ਹਫਤੇ ਦੀ ਐਕਸਪਾਇਰੀ ਚੱਕ ਲਓ, ਭਾਵੇਂ ਕਰਨੀ ਇੰਟਰਾਡੇ ਹੀ ਆਪਾਂ ਨੂੰ ਰੱਖਣਾ ਨਹੀਂਗਾ। ਬਸ ਆਪਾਂ ਅਗਲੇ ਹਫਤੇ ਦਾ ਇੰਟਰਾਡੇ ਕਿਉਂ ਕਰ ਰਹੇ ਹਾਂ, ਤਾਂ ਕਿ ਆਪਣਾ ਜਿਹੜਾ ਥੀਟਾ ਡਿਕੇ ਹੈ ਉਹ ਬਚ ਸਕੇ। ਆਪਾਂ ਪੈਸੇ ਥੋੜੇ ਜਿਹੇ ਵੱਧ ਲੱਗ ਜਾਣਗੇ ਉਹਦੇ 'ਚ, ਪਰ ਆਪਾਂ ਥੀਟਾ ਡਿਕੇ ਨੂੰ ਹੋਰ ਵੀ ਘੱਟ ਕਰ ਸਕਦੇ ਹਾਂ ਜੇ ਆਪਾਂ ਨੈਕਸਟ ਡੇ ਦੀ ਐਕਸਪਾਇਰੀ ਚੱਕ ਲਾਂਗੇ। ਗੱਲ ਸਮਝ ਆਈ? ਹੁਣ ਦੱਸੋ ਸਰ, ਕੋਈ ਡਾਊਟ ਜੀ ਇੱਥੋਂ ਤੱਕ ਕਿਸੇ ਦਾ? ਕੋਈ ਡਾਊਟ ਨਹੀਂ ਕੋਈ ਕਿਸੇ ਦਾ? ਓਕੇ, ਹੁਣ ਆਪਾਂ ਸਰ ਨੈਕਸਟ, ਹਾਂਜੀ ਹੁਣ ਸਰ नहीं है जी कोई डाउट नहीं सर। ਠੀਕ ਹੈ ਜੀ। ਹੁਣ ਆਪਾਂ ਨੈਕਸਟ ਕਰ ਰਹੇ ਹਾਂ ਸਰ ਵੇਗਾ। ਵੇਗਾ ਕੀ ਚੀਜ਼ ਸੀਗਾ ਜੀ? ਵੇਗਾ ਸਰ ਕੰਟਰੋਲ ਕਰਦਾ ਹੈ ਆਈਵੀ ਨੂੰ। ਹੁਣ ਮੈਂ ਗੱਲ ਕਹੀ ਸੀ ਕਿ ਜੇ ਆਈਵੀ, ਪਹਿਲੀ ਗੱਲ ਤਾਂ ਆਈਵੀ ਮੈਨੂੰ ਇਹ ਦੱਸੋ ਕਿ ਹਾਈ ਕਦੋਂ ਹੁੰਦੀ ਹੈ? ਸਰ ਜਦੋਂ ਮਾਰਕੀਟ 'ਚ ਫੇਅਰ ਹੋਵੇ। ਇੱਕ ਤਾਂ ਜਦੋਂ ਮਾਰਕੀਟ ਦੇ ਵਿੱਚ ਫੀਅਰ ਹੋ ਗਿਆ ਹੈ ਨਾ, ਉਦੋਂ ਆਈਵੀ ਹਾਈ ਹੁੰਦੀ ਹੈ। ਜਾਂ ਗੈਪ ਅਪ ਹੋ ਰਹੀ ਹੈ ਮਾਰਕੀਟ, ਹਰ ਰੋਜ਼ ਗੈਪ ਅਪ ਹੋ ਰਹੀ ਹੈ, ਗੈਪ ਡਾਊਨ ਹੋ ਰਹੀ ਹੈ, ਤਾਂ ਵੀ ਆਈਵੀ ਹਾਈ ਹੋ ਜਾਂਦੀ ਹੈ। ਜਾਂ ਕਿਸੇ ਰਿਜ਼ਲਟ ਨੇ ਆਉਣਾ, ਕਿਸੇ ਵੀ ਸਟਾਕ ਦਾ ਰਿਜ਼ਲਟ ਆਉਣਾ, ਤਾਂ ਆਬਵੀਅਸ ਉਸ ਸਟਾਕ ਦਾ ਜਿਹੜਾ ਆਈਵੀ ਹੈ ਉਹ ਹੈਵੀ ਹੋ ਜਾਂਦਾ ਹੈਗਾ, ਕਿਉਂਕਿ ਉਹ ਆਬਵੀਅਸ ਰਿਜ਼ਲਟ ਆਉਣ ਵਾਲਾ, ਪਤਾ ਨਹੀਂ ਇਸ ਤੋਂ ਬਾਅਦ ਰਿਜ਼ਲਟ ਕਿੱਦਾਂ ਦਾ ਆਉਣਾ, ਕੀ ਹੋਏਗਾ। ਤਾਂ ਨੀਅਰ ਇਵੈਂਟਸ ਹੋ ਗਿਆ, ਨੀਅਰ ਰਿਜ਼ਲਟਸ ਹੋ ਗਿਆ, ਜਾਂ ਕੋਈ ਇਦਾਂ ਦੀ ਸਿਚੁਏਸ਼ਨ ਹੈ ਕਿ ਮਾਰਕੀਟ ਡਾਊਨ ਜਾ ਰਹੀ ਹੈ, ਗੈਪ ਅਪ ਹੋ ਰਹੀ ਹੈ, ਹਰ ਰੋਜ਼ ਗੈਪ ਡਾਊਨ ਹੋ ਰਹੀ ਹੈ, ਤਾਂ ਇਹਨਾਂ ਸਿਨਾਰੀਓਜ਼ ਦੇ ਵਿੱਚ ਆਈਵੀ ਹੈਵੀ ਹੋ ਜਾਂਦੀ ਹੈ। ਤੇ ਜਦੋਂ ਆਈਵੀ ਹਾਈ ਹੁੰਦੀ ਹੈ, ਇਸ ਚੀਜ਼ ਦਾ ਫਾਇਦਾ ਕਿਹਨੂੰ ਹੁੰਦਾ, ਬਾਇਰ ਨੂੰ ਕਿ ਸੈਲਰ ਨੂੰ? ਸੈਲਰ ਨੂੰ। ਸੈਲਰ ਨੂੰ, ਕਿਉਂਕਿ ਆਈਵੀ ਹਾਈ ਹੋਣ ਦਾ ਮਤਲਬ ਕੀ ਹੋ ਗਿਆ, ਪ੍ਰੀਮੀਅਮ ਮਹਿੰਗੇ ਹੋ ਜਾਣੇ ਆ। ਤੇ ਜੇ ਬਾਇਰ ਨੂੰ ਚੀਜ਼ ਮਹਿੰਗੀ ਮਿਲ ਰਹੀ ਹੈ, ਇਹ ਤਾਂ ਗਲਤ ਹੈ ਨਾ। ਹਾਂ, ਪਰ ਜਦੋਂ ਸੈਲਰ ਨੇ ਚੀਜ਼ ਮਹਿੰਗੀ ਸੈਲ ਕਰਨੀ ਹੈ, ਉਹਨੂੰ ਫਾਇਦਾ ਹੈ। ਤਾਂ ਆਈਵੀ ਹਾਈ ਸੈਲਰਸ ਲਈ ਪ੍ਰੋਫਿਟੇਬਲ ਹੁੰਦੀ ਹੈ, ਬਾਇਰਸ ਲਈ ਨਹੀਂ। ਤਾਂ ਬਾਇਰਸ ਨੇ ਜਿਹੜੀ ਆਈਵੀ ਲੋ ਦੇਖਣੀ ਹੁੰਦੀ ਹੈ, ਸੈਲਰਸ ਨੇ ਆਈਵੀ
ਹਾਈ ਦੇਖਣੀ ਹੁੰਦੀ ਹੈ। ਹੁਣ ਵੇਗਾ ਕੀ ਚੀਜ਼ ਹੈ? ਵੇਗਾ ਸਰ ਇਹ ਹੈ ਕਿ ਚੇਂਜ ਇਨ ਆਪਸ਼ਨ ਪ੍ਰਾਈਸ ਵੈਨ ਆਈਵੀ ਇਨਕਰੀਜ਼ਸ 1%। ਵੇਗਾ ਆਪਾਂ ਨੂੰ ਇਹ ਦੱਸਦਾ ਕਿ ਜੇ ਇਹਦੀ ਆਈਵੀ 1% ਵੀ ਇਨਕਰੀਜ਼ ਹੋ ਜਾਂਦੀ ਹੈ ਤਾਂ ਤੁਹਾਡਾ ਆਪਸ਼ਨ ਪ੍ਰਾਈਸ ਕਿੰਨਾ ਇਨਕਰੀਜ਼ ਹੋ ਸਕਦਾ ਜਾਂ ਡਿਕਰੀਜ਼ ਹੋ ਸਕਦਾ, ਠੀਕ ਹੈ। ਐਂਡ ਨਥਿੰਗ ਐਲਸ ਚੇਂਜਸ, ਕਿ ਬਾਕੀ ਸਭ ਕੁਝ ਉੱਥੇ ਹੀ ਖੜਿਆ, ਸਿਰਫ ਆਈਵੀ ਇਨਕਰੀਜ਼ ਜਾਂ ਡਿਕਰੀਜ਼ ਹੋ ਗਈ ਹੈ ਤਾਂ ਤੁਹਾਡਾ ਜਿਹੜਾ ਆਪਸ਼ਨ ਪ੍ਰੀਮੀਅਮ ਹੈ ਉਹਦੇ ਵਿੱਚ ਕਿੰਨਾ ਫਰਕ ਆਏਗਾ। ਹੁਣ ਆਪਾਂ ਐਗਜ਼ਾਮਪਲ ਕੀਤੀ, ਐਗਜ਼ਾਮਪਲ ਵੇਗਾ ਆਫ 9 ਰੁਪੀਸ। 9 ਰੁਪੀਸ ਦਾ ਮਤਲਬ ਕੀ ਹੋਇਆ ਫਿਰ ਉਹੀ ਪਰ ਲੋਟ 9 into 50, ਕਿਉਂਕਿ ਜਦੋਂ ਆਪਾਂ ਗੱਲ ਕੀਤੀ ਕਿ ਵੇਗਾ ਆਫ 9 ਇਹਦਾ ਮਤਲਬ ਪੂਰੇ ਲੋਟ ਦਾ ਨਹੀਂ, ਇੱਕ ਸ਼ੇਅਰ ਦਾ, ਤਾਂ ਲੋਟ 50 ਦਾ ਉਹਨੂੰ 450 ਨਾਲ ਕਰ ਲੈਂਦੇ ਆਪਾਂ ਨੂੰ ਹਮੇਸ਼ਾ ਕੋਈ ਵੀ ਚੀਜ਼ ਹੈ, ਚਾਹੇ ਉਹ ਥੀਟਾ ਹੈ, ਚਾਹੇ ਉਹ ਡੈਲਟਾ ਹੈ, ਚਾਹੇ ਗਾਮਾ ਹੈ, ਚਾਹੇ ਵੇਗਾ ਹੈ, ਉਹ ਆਪਾਂ ਨੂੰ ਹਮੇਸ਼ਾ ਇੱਕ ਸਿੰਗਲ ਸ਼ੇਅਰ ਦਾ ਕਿਉਂ ਦੱਸਿਆ ਜਾਂਦਾ, ਪੂਰਾ ਲੋਟ ਦਾ ਕਿਉਂ ਨਹੀਂ ਦੱਸ ਦਿੰਦੇ? ਕਿਉਂਕਿ ਲੋਟ ਹਰ ਇੱਕ ਸ਼ੇਅਰ ਦਾ ਆਪਣਾ ਆਪਣਾ ਅਲੱਗ-ਅਲੱਗ ਹੁੰਦਾ ਹੈ। ਜੇ ਉਹ ਕਹਿਣ ਜੀ ਕਿ ਇਹਦਾ ਜਿਹੜਾ ਵੇਗਾ ਹੈ ਉਹ 450 ਹੈ, ਉਹਦਾ ਸਿਰਫ ਨਿਫਟੀ 50 ਤੱਕ ਸੀਮਤ ਹੈ। ਬੈਂਕ ਨਿਫਟੀ ਉਹਦੇ ਚ 25 ਸ਼ੇਅਰ ਹੈ, ਉਹਦਾ ਅਲੱਗ ਹੋ ਜਾਏਗਾ। ਫਿਰ ਉਹ ਰਿਲਾਇੰਸ ਚ 150 ਸ਼ੇਅਰ ਉਹ ਅਲੱਗ ਹੋ ਜਾਏਗਾ, TCS ਮੰਨ ਲਓ 250 ਸ਼ੇਅਰ ਉਹ ਅਲੱਗ ਹੋ ਜਾਏਗਾ। ਤਾਂ ਇਸੇ ਕਰਕੇ ਜਦੋਂ ਵੀ ਆਪਾਂ ਨੂੰ ਡੈਲਟਾ, ਗਾਮਾ, ਥੀਟਾ, ਵੇਗਾ ਦੱਸੇ ਜਾਂਦੇ ਆ ਉਹ ਪਰ ਸ਼ੇਅਰ ਦੱਸੇ ਜਾਂਦੇ ਆ। ਇਸ ਤੋਂ ਬਾਅਦ ਲੋਟ ਜਿਹੜਾ ਮਰਜ਼ੀ ਹੋਵੇ ਉਸ ਲੋਟ ਦੇ ਅਕੋਰਡਿੰਗ ਜਿੰਨੇ ਉਹਦੇ ਚ ਸ਼ੇਅਰ ਹੈ ਤੁਸੀਂ ਉਹਦੇ ਨਾਲ ਮਲਟੀਪਲਾਈ ਕਰਨਾ ਹੈ। ਹੁਣ ਇੱਥੇ ਸਰ ਆਪਾਂ ਨੂੰ ਵੇਗਾ ਦਿੱਤਾ ਗਿਆ ਜੀ 9 ਰੁਪਏ। ਹੁਣ 9 ਰੁਪਏ ਮਤਲਬ ਪਰ ਲੋਟ 9 into 50 450 ਕਾਹਦੇ ਲਈ? ਆਪਸ਼ਨ ਬਾਈ। means if you bought one lot of options you gain 450 rupees when IV goes up from 14% to 15। ਤੁਸੀਂ ਲੋ ਤੇ ਖਰੀਦਿਆ ਸੀ 14% ਤੇ, ਹੁਣ IV ਹਾਈ ਹੋ ਗਈ 15%, ਤਾਂ ਆਬਵੀਅਸ ਆਪਸ਼ਨ ਦਾ ਪ੍ਰੀਮੀਅਮ ਵੱਧ ਗਿਆ। ਤੇ ਲੋ ਤੇ ਖਰੀਦਣਾ ਇਹ ਬਾਇਰ ਲਈ ਚੰਗੀ ਗੱਲ ਹੈ। IV ਵੱਧ ਗਈ 15% ਹੋ ਗਈ, ਤੁਹਾਡਾ ਆਪਸ਼ਨ ਪ੍ਰੀਮੀਅਮ ਵੈਸੇ ਹੀ ਵੱਧ ਜਾਣਾ। ਐਂਡ lose 450 rupees when IV goes from 15% to 14%। ਪਰ ਬਾਈ ਚਾਂਸ ਤੁਸੀਂ 15% ਦੇ IV ਤੇ ਖਰੀਦਿਆ ਹੁੰਦਾ, ਬਾਕੀ ਸਭ ਕੁਝ ਮਾਰਕੀਟ ਉੱਥੇ ਖੜੀ ਹੈ, ਹੁਣ ਡਰ ਦਾ ਮਾਹੌਲ ਖਤਮ ਹੋ ਗਿਆ, 14% IV ਰਹਿ ਗਈ, ਤਾਂ ਤੁਹਾਡੇ 450 ਰੁਪਏ ਨਾਲ ਦੀ ਨਾਲ ਘਟ ਜਾਣੇ, ਠੀਕ ਹੈ। ਸੋ ਇਸੇ ਤਰ੍ਹਾਂ ਦੇ ਰਿਵਰਸ ਹੈਪਨਸ ਆਪਸ਼ਨ ਸਰ, ਜੇ ਵੇਗਾ IV ਵੱਧਦੀ ਹੈ ਤਾਂ ਤੁਹਾਡਾ ਜਿਹੜਾ ਪ੍ਰਾਈਸ ਹੈ ਉਹ ਵੱਧ ਜਾਊਗਾ, ਜੇ IV ਘਟਦੀ ਹੈ ਤਾਂ ਪ੍ਰਾਈਸ ਘਟ ਜਾਊਗਾ। ਹੁਣ ਆਪਾਂ ਨੂੰ ਦੇਖਦੇ ਹਾਂ ਕਿੱਦਾਂ ਇਹ ਇੰਪਲੀਮੈਂਟ ਹੁੰਦਾ ਹੈ। ਮੰਨ ਲਓ ਜੀ ਆਪਣਾ ਸਪॉट ਪ੍ਰਾਈਸ ਨਿਫਟੀ ਉਹੀ 17300 ਦੇ ਨਿਫਟੀ ਖੜੀ ਹੈ, ਸਟ੍ਰਾਈਕ ਆਪਾਂ ਚੱਕ ਲਈ 17000, 17300, 17600। ਆਪਸ਼ਨ ਪ੍ਰੀਮੀਅਮ ਸੇਮ ਆਪਣਾ ਜੀ 400, 150, 90। ਆਪਸ਼ਨ ਦੀ ਵੈਲਿਊ 20000, 7500, 4500। ਹੁਣ ਵੇਗਾ ਕਿੰਨਾ ਹੈ? 5 ਰੁਪਏ। ਵੇਗਾ 5 ਰੁਪਏ ਹੈ, IV ਕਿੰਨੀ ਚੱਲ ਰਹੀ ਸੀ ਉਦੋਂ? 23, ਠੀਕ ਹੈ। ਆਪਾਂ ਦੇਖਿਆ ਕਿ ਵੇਗਾ 5 ਰੁਪਏ ਹੈ, IV 23 ਚੱਲ ਰਹੀ ਸੀ। ਕੀ ਹੋਇਆ ਕਿ IV ਨਾ ਵੱਧ ਕੇ 24 ਹੋ ਗਈ। ਜਦੋਂ IV ਦੇ ਵਿੱਚ 1% ਦਾ ਫਰਕ ਪਿਆ ਤਾਂ ਆਪਣੇ ਆਪਸ਼ਨ ਪ੍ਰੀਮੀਅਮ ਚ ਕਿੰਨਾ ਫਰਕ ਪੈ ਜਾਣਾ ਸੀ? 5 ਰੁਪਏ। 5 ਰੁਪਏ ਵੱਧ ਜਾਣਾ ਸੀ ਤਾਂ 405 ਰੁਪਏ ਹੋ ਗਿਆ, ਠੀਕ ਹੈ। ਤਾਂ ਗੇਨ ਆਫ ਮਨੀ ਪਰ ਲੋਟ 250 ਰੁਪਏ, ਕਿਉਂਕਿ 5 ਰੁਪਏ ਵਧਿਆ, 50 ਸ਼ੇਅਰ ਹੈ, 250 ਰੁਪਏ। ਸਿਰਫ ਕੁਛ ਨਹੀਂ ਹੋਇਆ, ਮਾਰਕੀਟ ਸਾਰੀ ਦੀ ਸਾਰੀ ਉੱਥੇ ਖੜੀ ਹੈ, ਆਪਾਂ ਕੋਈ ਟਾਈਮ ਗੇਨ ਵਿੱਚ ਐਂਟਰ ਨਹੀਂ ਕੀਤਾ, ਕੋਈ ਡੈਲਟਾ ਗਾਮਾ ਕੁਛ ਨਹੀਂ ਦੇਖਿਆ। ਸਿਰਫ IV ਨੇ ਕੀ ਕੀਤਾ ਆਪਾਂ ਨੂੰ ਕਿ IV ਹੁਣੇ, ਔਰ IV ਜਿਹੜੀ ਚੇਂਜ ਹੁੰਦੀ ਹੈ ਮਿੰਟ ਚ ਚੇਂਜ ਹੋ ਜਾਂਦੀ ਹੈ, ਠੀਕ ਹੈ। ਮੰਨ ਲਓ ਮਾਰਕੀਟ ਇੱਕੋਦਮ ਡਾਊਨ ਜਾਣੀ ਸ਼ੁਰੂ ਹੋਈ ਨਾ, ਨਾਲ ਦੀ ਨਾਲ IV ਵੱਧ ਜਾਣੀ ਹੈ, ਠੀਕ ਹੈ। ਮਾਰਕੀਟ ਲਗਾਤਾਰ ਮੰਨ ਲਓ 5 ਮਿੰਟ ਗਿਰਦੀ ਰਹੀ, ਆਪਾਂ ਕਈ ਵਾਰੀ ਦੇਖਦੇ ਹਾਂ ਕਿ ਕੈਂਡਲ 5 ਮਿੰਟ ਦੀ ਜਾਂ 10 ਮਿੰਟ ਦੀ ਕੈਂਡਲ ਪਹਿਲੀ ਰੈੱਡ ਕੈਂਡਲ ਬਣੀ, ਅਗਲੀ ਰੈੱਡ ਬਣ ਗਈ, ਅਗਲੀ ਰੈੱਡ ਬਣ ਗਈ। 15-20 ਮਿੰਟਾਂ ਦੇ ਵਿੱਚ ਜਿਹੜੀ IV ਹੈ ਉਹ 1% ਜਾਂ 2% ਹੀ ਜਾਂਦੀ ਹੈ। ਤਾਂ ਲੋਕੀ ਧਿਆਨ ਰੱਖਦੇ ਆ, ਜਿਹੜੇ ਖਾਸ ਕਰ ਸੈਲਰਸ ਹੁੰਦੇ ਆ, ਮਾਰਕੀਟ ਬੁਲਿਸ਼ ਹੈ, ਮੰਨ ਲਓ ਮਾਰਕੀਟ ਬੁਲਿਸ਼ ਹੈ, ਮਾਰਕੀਟ ਉੱਪਰ ਜਾ ਰਹੀ ਹੈ, ਪਰ ਆਪਾਂ ਨੂੰ ਪਤਾ ਕਿ ਸਟ੍ਰੇਟ ਲਾਈਨ 'ਚ ਤਾਂ ਮਾਰਕੀਟ ਉੱਪਰ ਜਾਏਗੀ ਨਹੀਂ, ਮਾਰਕੀਟ ਨੀਚੇ ਵੀ ਤਾਂ ਹੁੰਦੀ ਹੈ ਨਾ, ਡਿਪ ਵੀ ਤਾਂ ਆਪਾਂ ਕਹਿੰਦੇ ਨਾ ਵੀ ਡਿਪ ਤੇ ਆ ਗਈ ਮਾਰਕੀਟ। ਹੁਣ ਜਿਵੇਂ ਮਾਰਕੀਟ ਡਿਪ ਤੇ ਆਈ, ਜਿਵੇਂ ਮਾਰਕੀਟ ਡਿਪ ਤੇ ਆਉਂਦੀ ਹੈ ਤਾਂ ਕੀ ਹੁੰਦਾ ਹੈ, ਠੀਕ ਹੈ, ਮਾਰਕੀਟ ਡਿਪ ਤੇ IV ਵੱਧ ਜਾਣੀ ਹੈ, ਤਾਂ ਸੈਲਰ ਕੀ ਕਰਦਾ, ਉਸੇ ਟਾਈਮ ਤੇ ਸੈਲ ਕਰ ਦਿੰਦਾ, ਕਿਉਂਕਿ IV ਵਧੀ ਹੁੰਦੀ ਹੈ, ਉਹਨੂੰ ਪਤਾ ਵੀ ਮਾਰਕੀਟ ਹੁਣ ਡਿਪ ਤੇ ਆਈ ਹੈ, ਸੈਲ ਵਧੀ ਹੈ। ਇਸ ਤੋਂ ਬਾਅਦ ਇਹ ਚੀਜ਼ ਕੰਟਰੋਲ ਹੋ ਜਾਣੀ ਹੈ, ਪੈਨਿਕ ਹਟ ਜਾਣਾ ਹੈ। ਜਿਵੇਂ ਪੈਨਿਕ ਹਟਣਾ ਤਾਂ ਕੀ ਹੋਣਾ, IV ਨੇ ਨਾਰਮਲ ਵਾਪਸ ਘਟ ਜਾਣਾ। ਤਾਂ ਆਪਸ਼ਨ ਸੈਲਰ 15-20 ਮਿੰਟਾਂ ਦੇ ਵਿੱਚ ਵੀ ਪ੍ਰੋਫਿਟ ਕੱਢ ਲੈਂਦੇ ਆ। ਮਾਰਕੀਟ ਹਿੱਲੇ ਨਾ ਹਿੱਲੇ ਉਹਨਾਂ ਨੂੰ ਕੋਈ ਮਤਲਬ ਨਹੀਂ, ਉਹਨਾਂ ਨੂੰ ਮਤਲਬ ਹੁੰਦਾ ਵੀ IV ਹਿੱਲੇ ਜੀ, ਠੀਕ ਹੈ। ਤਾਂ IV ਹਿੱਲਣ ਦੇ ਨਾਲ ਕੀ ਹੈ, ਦੇਖੋ IV 1% ਹਿੱਲੀ ਤਾਂ ਆਪਣਾ ਵੇਗਾ ਦਾ ਆਪਸ਼ਨ ਕਿੰਨਾ ਸੀ? 5 ਰੁਪਏ ਸੀ। 1% IV ਹਿੱਲਣ ਨਾਲ 250 ਰੁਪਏ ਦਾ ਪ੍ਰੋਫਿਟ ਹੋ ਗਿਆ,
ਤੇ ਜੇ ਮੈਂ ਇਹੀ ਗੱਲ ਕਰਾਂ ਕਿ 5 ਰੁਪਏ ਮੈਨੂੰ ਵੈਸੇ ਮਿਲਦੇ ਤਾਂ ਮਾਰਕੀਟ ਨੂੰ ਘੱਟੋ ਘੱਟ 7-8 ਰੁਪਏ ਚੱਲਣਾ ਪੈਣਾ ਸੀ। ਫਿਰ ਮੈਨੂੰ ਇੰਦਾ ਮਨੀ ਸੀ ਜੇ ਮੈਂ 0.9 ਡੈਲਟਾ ਲੈ ਕੇ ਚੱਲਾਂ, ਮਾਰਕੀਟ 7-8 ਰੁਪਏ ਚੱਲੂ ਤਾਂ ਮੈਨੂੰ 5 ਰੁਪਏ ਬਣਦੇ। ਪਰ ਇੱਥੇ 1% ਵੀ ਆਈਵੀ ਹਿੱਲੀ, 1% ਵੀ ਆਈਵੀ ਹਿੱਲੂਗੀ ਤਾਂ ਕੀ ਹੋਊਗਾ, ਨਾਲ ਦੀ ਨਾਲ ਮੈਨੂੰ ਉਹ 5 ਰੁਪਏ ਮਿਲ ਜਾਣੇ। ਇਹ ਗੱਲ ਸਮਝ ਆਈ ਸਰ? ਕਲੀਅਰ ਹੈ ਜੀ? ਦੱਸੋ ਸਰ ਜਿਵੇਂ ਹਾਂਜੀ ਹਾਂਜੀ ਸਰ, ਸਰ ਜਿਵੇਂ ਤੁਸੀਂ ਦੱਸਿਆ ਆਪਾਂ ਨੂੰ ਕਿ ਆ ਜਿਹੜੀ ਆਈਵੀ ਦੀ ਨਾਰਮਲ ਰੇਂਜ ਏਟੀਐਮ ਤੇ ਹੁੰਦੀ ਆ 22 ਤੋਂ ਲੈ ਕੇ 24 ਦੇ ਵਿੱਚ ਹੈ ਨਾ, ਪਰ ਆਪਾਂ ਐਟ ਦੀ ਮਨੀ ਜ਼ਿਆਦਾਤਰ ਸੈਲ ਨਹੀਂ ਕਰਦੇ, ਆਪਾਂ ਜਾ ਕੇ ਆਊਟ ਆਫ ਦੀ ਮਨੀ ਸੈਲ ਕਰਦੇ ਆ। ਸਰ ਉਹਦੇ ਬਾਰੇ ਵੀ ਦੱਸੋ ਥੋੜਾ ਜਿਹਾ ਕਿ ਆਈਵੀ ਉਹਦੀ ਕਿੰਨੀ ਹੋਵੇ ਤੇ ਆਪਾਂ ਨੂੰ ਮਤਲਬ ਕਰਨਾ ਚਾਹੀਦਾ ਸੈਲ। ਸਰ ਪਤਾ ਆਈਵੀ ਦੇਖਣ ਦੇ ਨਾ 2-3 ਰੂਲ ਹੁੰਦੇ ਆ ਜੀ। ਹੁਣ ਜੇ ਮੰਨ ਲਓ, ਚਲੋ ਫॉर एग्जांपल ਮੰਨ ਲਓ ਆਪਾਂ ਐਟ ਦਾ ਮਨੀ ਦੀ ਤਾਂ ਆਪਾਂ ਗੱਲ ਕੀਤੀ ਕਿ 22-23 ਆਈਵੀ ਹੁੰਦੀ ਆ। ਹੁਣ ਪਰ ਜਿਹੜੀ 22-23 ਵੀ ਚਲੋ ਤੁਹਾਨੂੰ ਮੈਂ ਦੱਸਦਾ ਕਿ ਯਾਰ 22-23 ਇੱਕ ਆਨਲਾਈਨ ਐਵਰੇਜ ਹੀ ਆਈਵੀ ਹੁੰਦੀ ਆ। ਐਟ ਦਾ ਮਨੀ ਜਾਂ ਇਨ ਦਾ ਮਨੀ ਜਾ ਕੇ ਜਾਂ ਆਊਟ ਆਫ ਦਾ ਮਨੀ ਜਾ ਕੇ ਮੰਨ ਲਓ ਤੇ ਆਈਵੀ ਜਿਵੇਂ ਆਪਾਂ ਇੱਥੇ ਗੱਲ ਕੀਤੀ ਜੀ ਆਈਵੀ 18 ਹੈ, ਮੈਨੂੰ ਕੀ ਪਤਾ ਚੱਲੇ ਕਿ ਆਈਵੀ ਹਾਈ ਚੱਲ ਰਹੀ ਹੈ ਕਿ ਲੋ ਚੱਲ ਰਹੀ ਹੈ। ਤਾਂ ਆਪਾਂ ਆਈਵੀ ਨੂੰ 3-4 ਤਰੀਕੇ ਨਾਲ ਦੇਖ ਲੈਂਦੇ ਆ। ਕਈ ਲੋਕੀ ਆਈਵੀ ਪਰਸੈਂਟੇਜ ਦੇਖਦੇ ਆ, ਕਈ ਲੋਕੀ ਆਈਵੀ ਐਵਰੇਜ ਦੇਖਦੇ ਆ, ਕਈ ਲੋਕੀ ਆਈਵੀ ਪਰਸੈਂਟਾਈਲ ਦੇਖਦੇ ਆ ਕਿ ਪਰਸੈਂਟੇਜ ਹੁੰਦਾ ਕਿ ਪਰਸੈਂਟਾਈਲ ਹੁੰਦਾ, ਦੋ ਅਲੱਗ-ਅਲੱਗ ਚੀਜ਼ਾਂ ਨੇ। ਇਹ ਤੁਹਾਨੂੰ ਮੈਂ ਹੀ ਕਰਵਾਉਂਗਾ, ਤੁਹਾਨੂੰ ਖੁਦ ਨੂੰ ਸਮਝ ਨਹੀਂ ਲੱਗਣੀ ਨਾ। ਆਪਾਂ ਤੁਹਾਨੂੰ ਐਕੂਰੇਟਲੀ ਇਹ ਚੀਜ਼ ਦੱਸ ਦਿੰਦਾ ਕਿੱਦਾਂ ਵੀ ਆਪਾਂ ਮੈਂ ਤੁਹਾਨੂੰ ਕਰਵਾ ਦੂੰਗਾ ਕਿ ਆਪਾਂ ਕਦੋਂ ਪਰਸੈਂਟੇਜ ਦੇਖਣੀ ਹੈ, ਕਦੋਂ ਆਪਾਂ ਐਵਰੇਜ ਦੇਖਦੇ ਹਾਂ ਤਾਂ ਕੀ ਹੁੰਦਾ, ਕਿਉਂਕਿ ਆਪਾਂ ਨੂੰ ਪਤਾ ਲੱਗ ਜਾਏ ਕਿ ਜਿਹੜੀ ਚੀਜ਼ ਦੀ ਅਸੀਂ ਜਿਹੜਾ ਵੀ ਕੋਈ ਸਟ੍ਰਾਈਕ ਪ੍ਰਾਈਸ ਚੱਕ ਰਹੇ ਹਾਂ, ਠੀਕ ਹੈ, ਤਾਂ ਕੀ ਜਿਹੜੀ ਉਹਦੀ ਆਈਵੀ ਚੱਲ ਰਹੀ ਹੈ ਉਹ ਰਾਈਟ ਨਾਓ ਨਾਰਮਲ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ। ਕਿੱਦਾਂ ਪਤਾ ਲੱਗ ਸਕਦਾ? ਆਪਣੇ ਕੋਲੇ ਮੈਥਡ ਹੁੰਦੇ ਆ, ਆਪਾਂ ਉਹ ਦੇਖਾਂਗੇ, ਉਹ ਫਿਰ ਮੈਂ ਤੁਹਾਨੂੰ ਕੱਲ ਨੂੰ ਕਰਵਾ ਦੂੰਗਾ ਚੀਜ਼ ਆਈਵੀ। ਠੀਕ ਹੈ? ਠੀਕ ਹੈ ਸਰ, ਠੀਕ। ਬਿਕੋਜ਼ ਆਪ ਪਹਿਲਾਂ ਮੈਨੂੰ ਸੀਗਾ ਵੀ ਚਲੋ ਮੈਂ ਤੁਹਾਨੂੰ ਦੱਸ ਦੂੰਗਾ ਵੈਸੇ, ਪਰ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਣਾ, ਮੈਂ ਹੀ ਕਰਵਾਉਂਗਾ ਤੁਹਾਨੂੰ, ਕੋਈ ਗੱਲ ਨਹੀਂ। ਇਸ ਤੋਂ ਇਲਾਵਾ ਸਰ 8 ਦਾ ਮਨੀ ਤੋਂ ਪਤਾ ਨਹੀਂ ਲੱਗਦਾ ਵੀ 8 ਦਾ ਮਨੀ ਤੇ ਜੇ ਵਧੀ ਹੋਈ ਹੈ ਤਾਂ ਫਿਰ ਆਊਟ ਦਾ ਮਨੀ ਚ ਵੀ ਵਧੀ ਹੋਣੀ। ਨਹੀਂ ਸਰ ਇਦਾਂ ਨਹੀਂ ਹੁੰਦਾ ਜੀ। ਹੁਣ ਪਤਾ ਕੀ ਹੈ, ਚਲੋ ਮੰਨ ਲਓ ਮੈਂ ਤੁਹਾਨੂੰ ਕਹਿੰਦਾ ਕਿ ਜੀ ਇਨ ਦਾ ਮਨੀ ਜਿਹੜੀ ਆਈਵੀ ਹੈ ਹੈਵੀ ਹੁੰਦੀ ਹੈ। ਹੁਣ ਇਨ ਦਾ ਮਨੀ ਚ ਮੰਨ ਲਓ ਆਈਵੀ ਹੈ ਤਾਂ ਹਾਈ, ਮੰਨ ਲਓ ਕੁਝ 55 ਪਈ ਆਈਵੀ, ਪਰ ਤੁਹਾਨੂੰ ਕੀ ਪਤਾ ਵੀ ਜਿਹੜੀ ਇਹ 55 ਇਹਦਾ ਸਹੀ ਰੇਟ ਹੈ ਕਿ ਨਹੀਂ ਹੈ। ਆਈਵੀ 55 ਹੈ, ਐਟ ਦਾ ਮਨੀ ਨਾਲੋਂ ਇਨ ਦਾ ਮਨੀ ਚ ਆਈਵੀ ਹੈਵੀ ਹੁੰਦੀ ਹੈ, ਹੈਵੀ ਹੈਗੀ ਵੀ ਹੈ, ਪਰ ਆਪਾਂ ਨੂੰ ਪਤਾ ਨਾ ਵੀ ਜੇ 55 ਵੀ ਹੋ ਗਿਆ ਆਪਾਂ ਕਹਾਂਗੇ ਚਲ ਠੀਕ ਹੈ, 56 ਵੀ ਹੋ ਗਿਆ ਆਪਾਂ ਕਹਾਂਗੇ ਚਲ ਠੀਕ ਹੈ। ਪਰ ਇਹ ਦੇਖੋ ਨਾ 1% ਆਈਵੀ ਹਿੱਲਣ ਦੇ ਨਾਲ ਸਿੱਧਾ ਮਾਰਕੀਟ 'ਚ 5 ਰੁਪਏ ਦਾ ਫਰਕ ਪੈ ਗਿਆ। 1% ਆਈਵੀ ਹਿੱਲੀ 5 ਰੁਪਏ ਦਾ ਫਰਕ ਪੈ ਗਿਆ। ਤਾਂ ਜੇ ਕਿਸੇ ਬੰਦੇ ਨੇ ਖਾਣੀ ਆਈਵੀ ਹੈ, ਉਹਨੇ ਸਿਰਫ 1% ਆਈਵੀ ਦਾ ਖਾਣਾ, ਤੁਹਾਨੂੰ ਕਿਵੇਂ ਪਤਾ ਚੱਲੇ ਕਿ 56 ਸਹੀ ਹੈ ਕਿ ਗਲਤ ਹੈ? ਕਲੀਅਰ? ਤਾਂ ਆਪਾਂ ਇਹਨੂੰ ਇੱਕ ਪ੍ਰੋਪਰ ਮੈਥਡ ਨਾਲ ਕਰ ਲਾਂਗੇ, ਕੋਈ ਗੱਲ ਨਹੀਂ। ਓਕੇ ਸਰ, ਸਮਝ ਆ ਗਿਆ? ਦੋ ਚੀਜ਼ਾਂ ਕੀਤੀਆਂ ਸਰ ਆਪਾਂ, ਠੀਕ ਹੈ। ਪਹਿਲਾਂ ਆਪਾਂ ਕੀ ਕੀਤਾ ਸੀਗਾ ਜੀ ਥੀਟਾ ਡਿਕੇ ਜਿਹੜਾ ਟਾਈਮ ਦੇ ਨਾਲ ਚੱਲਦਾ, ਫਿਰ ਆਪਾਂ ਗੱਲ ਕੀਤੀ ਵੇਗਾ ਜਿਹੜਾ ਇੰਪਲਾਈਡ ਵੋਲਟੈਲਿਟੀ ਦੇ ਲਈ ਹੁੰਦਾ ਕਿ ਜੇ ਵੋਲਟੈਲਿਟੀ ਚੇਂਜ ਹੋਏਗੀ ਤਾਂ ਤੁਹਾਡਾ ਆਪਸ਼ਨ ਕਿੰਨਾ ਚੇਂਜ ਹੋਏਗਾ। ਹੁਣ ਸਰ ਆਪਾਂ ਲਾਸਟ ਕਰਨ ਜਾ ਰਹੇ ਹਾਂ ਜੀ ਗ੍ਰੀਕਸ ਦੇ ਵਿੱਚ ਰੋ, ਠੀਕ ਹੈ। ਰੋ ਕੀ ਹੁੰਦਾ? Rho measures an option's sensitivity to changes in the risk-free rate of interest. हमें risk-free rate of interest की चीज है, ठीक है? The interest rate paid on US Treasury bills, ठीक है? Basically US Treasury या इंडिया दी आगे इंडियन Treasury bill ते ਹੁੰਦਾ, US आगे US Treasury bill ਤੇ ਲਗਾਉਂਦਾ। ਹੁਣ ਆਪਾਂ RBI ਦੀ ਮੰਨ ਲਓ ਸਾਈਟ ਖੋਲਦੇ, ਜੇ ਆਪਾਂ ਰੇਟ ਦੇਖਣਾ ਹੋਵੇ ਕਿ ਕਿੰਨਾ ਪਰਸੈਂਟੇਜ ਜਿਹੜਾ ਚੱਲ ਰਿਹਾ ਇੰਟਰਸਟ ਰੇਟ, ਉਹਦੇ ਉੱਪਰ ਸਾਨੂੰ ਇਹ ਆਪਸ਼ਨ ਪ੍ਰੀਮੀਅਮ ਮਿਲਦਾ ਹੈ। ਤਾਂ ਤੁਸੀਂ ਜਦੋਂ ਆਰਬੀਆਈ ਦੀ ਸਾਈਟ ਖੋਲੋਗੇ, ਆਪਾਂ ਜਿਹਨੂੰ ਜ਼ੂਮ ਕਰਕੇ ਦੇਖੀਏ, ਆਰਬੀਆਈ ਸਰ ਤੁਸੀਂ ਜਦੋਂ ਆਰਬੀਆਈ ਖੋਲੋਗੇ ਉਹਦੇ ਹੋਮ ਪੇਜ ਤੇ ਜਾਓਗੇ ਨਾ, ਇੱਥੇ ਆ ਰੇਟ ਪਿਆ ਹੋਵੇਗਾ ਮਾਰਕੀਟ ਟ੍ਰੈਂਡਸ, ਠੀਕ ਹੈ। ਮਾਰਕੀਟ ਟ੍ਰੈਂਡਸ ਦੇ ਨੀਚੇ ਆ ਰੇਟ ਹੈ ਸਰ 91 ਡੇ ਟੀ ਬਿਲ, ਜਿਹੜਾ ਇੱਥੇ ਪਰਸੈਂਟੇਜ ਰੇਟ ਚੱਲ ਰਿਹਾ ਹੈਗਾ, ਇਹਦੇ ਅਕੋਰਡਿੰਗ ਆਪਸ਼ਨ ਪ੍ਰੀਮੀਅਮ ਚ ਜਿਹੜਾ ਰੇਟ ਲਗਾਇਆ ਜਾਂਦਾ। ਪਹਿਲਾਂ ਗੱਲ ਸਮਝੋ ਹੈ ਕਿ ਰੇਟ ਕੀ ਲਗਾਇਆ ਜਾਂਦਾ ਜਾਂ ਕੀ ਚੀਜ਼ ਹੈ ਇਹ। ਹੁਣ ਮੰਨ ਲਓ ਤੁਸੀਂ ਕੋਈ ਚੀਜ਼ ਸੈਲ ਕਰ ਰਹੇ ਹੋ, ਬਾਏ ਕਰ ਰਹੇ ਹੋ, ਆਪਸ਼ਨ ਪ੍ਰੀਮੀਅਮ ਹੈ, ਬਾਏ ਕਰ ਰਹੇ ਹੋ। ਤੁਸੀਂ ਜਿਹੜਾ ਬਾਏ ਕਰ ਰਹੇ ਹੋ ਆਪਸ਼ਨ ਪ੍ਰੀਮੀਅਮ, ਤੁਸੀਂ ਮੰਨ ਲਓ ਅੱਜ ਕਿਸੇ ਬੰਦੇ ਨੂੰ 20,000 ਰੁਪਏ ਦੇਤਾ, ਉਹਦੀ ਐਕਸਪਾਇਰੀ ਕਦੋਂ ਹੈ? 2 ਹਫ਼ਤਿਆਂ ਬਾਅਦ ਐਕਸਪਾਇਰੀ ਹੈ।
ਤੁਸੀਂ ਉਹ ਪੈਸਾ ਬੰਦੇ ਨੂੰ ਅੱਜ ਦੇਤਾ ਵੀ ਠੀਕ ਹੈ ਜੀ, ਮੈਂ ਤੁਹਾਨੂੰ ਆਲਾ 20000 ਰੁਪਏ ਦਿੱਤਾ, ਮੈਂ ਆਪਸ਼ਨ ਤੇਰੇ ਤੋਂ ਬਾਏ ਕਰ ਲਿਆ, ਅੱਜ ਤੱਕ 20000 ਰੁਪਏ, ਜਿਹੜਾ ਵੀ ਉਹਦੇ ਚ ਪ੍ਰੋਫਿਟ ਜਾਂ ਲਾਸ ਆਉਣਾ ਹੈ ਉਹ ਤਾਂ ਹਫਤੇ ਬਾਅਦ ਆਉਣਾ, ਜਦੋਂ ਦੀ ਐਕਸਪਾਇਰੀ ਹੋਣੀ ਹੈ ਉਸ ਹਿਸਾਬ ਨਾਲ ਆਪਾਂ ਕੈਲਕੂਲੇਟ ਕਰਨਾ। ਪਰ ਮੈਂ ਉਸ ਬੰਦੇ ਨੂੰ ਕਿਹਾ ਵੀ ਯਾਰ ਤੂੰ 7 ਦਿਨ ਮੇਰਾ ਪੈਸਾ ਰੱਖੇਗਾ, ਪ੍ਰੋਫਿਟ ਲਾਸ ਤਾਂ ਮੈਨੂੰ 7ਵੇਂ ਦਿਨ ਜਾ ਕੇ ਹੋਣਾ ਨਾ, ਤੂੰ 7 ਦਿਨ ਮੇਰਾ ਪੈਸਾ ਰੱਖੇਗਾ, ਜੇ ਇਹੀ 7 ਦਿਨ ਮੈਂ ਪੈਸਾ ਬੈਂਕ 'ਚ ਰੱਖਦਾ ਤਾਂ ਬੈਂਕ ਨੇ ਮੈਨੂੰ ਇੰਟਰਸਟ ਦੇਣਾ ਸੀ। ਹੁਣ ਮੈਂ ਇਹੀ ਪੈਸਾ ਤੈਨੂੰ ਦੇ ਰਿਹਾ, ਤੂੰ ਦੱਸ ਮੈਨੂੰ ਕਿੰਨਾ ਇੰਟਰਸਟ ਦੇਗਾ। ਗੱਲ ਸਮਝ ਰਹੇ ਹੋ ਕਿ ਜਿਹੜਾ ਆਪਾਂ 20000 ਰੁਪਏ ਬਾਇਰ ਨੇ ਦਿੱਤਾ ਸੈਲਰ ਨੂੰ, ਉਹ ਉਹਦੇ ਉੱਪਰ ਇੰਟਰਸਟ ਰੇਟ ਮੰਗ ਰਿਹਾ ਕਿ ਜੇ ਮੈਂ ਬੈਂਕ 'ਚ ਰੱਖਦਾ ਤਾਂ ਵੀ ਤਾਂ ਮੈਨੂੰ ਪੈਸਾ ਮਿਲਣਾ ਸੀ ਨਾ। ਮੈਂ ਤੇਰੇ ਕੋਲੇ ਜਾ, ਉਹ ਹੁਣ ਬਾਇਰ ਕਹਿੰਦਾ ਵੀ ਜਾਂਦਾ ਆ, ਤੂੰ 7ਵੇਂ ਦਿਨ ਮੇਰੇ ਤੋਂ ਪੈਸਾ ਲੈ ਲੈ, ਜਿਸ ਦਿਨ ਪ੍ਰੋਫਿਟ ਲਾਸ ਹੋਊਗਾ, ਜਿਸ ਦਿਨ ਐਕਸਪਾਇਰੀ ਉਸ ਦਿਨ ਤੂੰ ਮੇਰੇ ਤੋਂ ਲੈ ਲੈ ਪੈਸੇ, ਜਿੰਨੇ ਤੈਨੂੰ ਚਾਹੀਦੇ ਲੈ ਲਈ, ਚਾਹੇ ਪ੍ਰੋਫਿਟ ਹੋ ਗਿਆ ਚਾਹੇ ਲਾਸ ਹੋ ਗਿਆ, ਆਪਾਂ ਹਿਸਾਬ ਕਰ ਲਾਂਗੇ। ਪਰ ਜਿਹੜਾ ਮੈਂ 7 ਦਿਨ ਪੈਸਾ ਬਲੌਕ ਕਰਕੇ ਰੱਖਿਆ ਤੇਰੇ ਕੋਲੇ, ਮੈਂ ਤੈਨੂੰ 7 ਦਿਨ ਵਾਸਤੇ ਪੈਸਾ ਦਿੱਤਾ ਹੈ, ਮੈਨੂੰ ਉਹਦਾ ਇੰਟਰਸਟ ਰੇਟ ਵੀ ਤਾਂ ਦੇ ਨਾ। ਤਾਂ ਉਹ ਹੁਣ ਸੈਲਰ ਕੀ ਕਰਦਾ, ਸੈਲਰ ਕਹਿੰਦਾ ਵੀ ਚੱਲ ਠੀਕ ਹੈ, ਆਪਾਂ ਏਦਾਂ ਕਰਦੇ ਹਾਂ, ਜਿਹੜੀ ਸਰਕਾਰ ਦੀ ਪਾਲਿਸੀ ਹੈ, ਟ੍ਰੈਜਰੀ ਬਿੱਲ ਹੁੰਦੇ ਆ ਜਿਹੜੇ, ਉਹਦੇ ਉੱਪਰ ਆਪਾਂ ਦੇਖ ਲੈਂਦੇ ਹਾਂ ਵੀ 91 ਦਿਨਾਂ ਦਾ ਜਿਹੜਾ ਇੰਟਰਸਟ ਰੇਟ ਕਿੰਨਾ ਚੱਲ ਰਿਹਾ। ਤਾਂ ਉਹ 91 ਦਿਨ ਆਪਾਂ ਕਿਉਂ ਲੈਂਦੇ ਆ, ਕਿਉਂਕਿ ਵੱਧ ਤੋਂ ਵੱਧ ਆਪਾਂ ਨੂੰ ਪਤਾ ਫਿਊਚਰ ਕਿੰਨੇ ਦਿਨ ਦਾ ਹੁੰਦਾ, 3 ਮਹੀਨੇ ਦਾ, ਤਾਂ ਵੱਧ ਤੋਂ ਵੱਧ ਆਪਾਂ ਪੈਸਾ 3 ਮਹੀਨੇ ਤੱਕ ਰੱਖ ਸਕਦੇ ਹੁੰਦੇ ਆ। ਇਸ ਕਰਕੇ ਫਿਰ 91 ਡੇ ਦਾ ਜਿਹੜਾ ਟ੍ਰੈਜਰੀ ਬਿੱਲ ਹੈ, ਉਹਦੇ ਉੱਪਰ ਜਿੰਨਾ ਇੰਟਰਸਟ ਰੇਟ ਚੱਲ ਰਿਹਾ ਹੁੰਦਾ, ਉਸ ਹਿਸਾਬ ਨਾਲ ਉਹ ਪੈਸੇ ਮਾਈਨਸ ਕਰ ਦਿੱਤੇ ਜਾਂਦੇ ਆਪਸ਼ਨ ਪ੍ਰੀਮੀਅਮ ਚੋਂ, ਵੀ ਤੂੰ ਮੈਨੂੰ ਅੱਜ 20000 ਦਿੱਤਾ, 7ਵੇਂ ਦਿਨ ਆਪਾਂ ਪ੍ਰੋਫਿਟ ਲਾਸ ਕੱਢਣਾ, ਪਰ ਜਿਹੜਾ 7 ਦਿਨਾਂ ਦਾ ਤੇਰਾ ਇੰਟਰਸਟ ਰੇਟ ਬਣੂਗਾ, ਮੈਂ ਤੈਨੂੰ ਉਹਨਾਂ ਆਪਸ਼ਨ ਪ੍ਰੀਮੀਅਮ ਸਸਤਾ ਕਰਕੇ ਦੇ ਦੂੰਗਾ। ਗੱਲ ਸਮਝ ਆਈ? ਕਲੀਅਰ ਹੈ ਜੀ? ਤੇ ਸਰ ਜਦੋਂ ਮੰਨ ਲਓ ਆਪਾਂ ਬਾਏ ਕਰਨਾ, ਉਹਦੇ 'ਚ ਇੰਨੀ ਮਨੀ ਲੈਸ ਹੁੰਦੀ ਹੈ, 19% ਉਹਦੇ। ਹਾਂਜੀ, ਪਰ ਹੁਣ ਗੱਲ ਇਹ ਹੈ ਨਾ ਕਿ ਤੁਸੀਂ ਇਹ ਦੱਸੋ ਵੀ ਇੰਟਰਸਟ ਰੇਟ ਕੀ ਹਰ ਰੋਜ਼ ਚੇਂਜ ਹੁੰਦੇ ਰਹਿੰਦੇ ਆ? ਨਹੀਂ ਸਰ, ਉਹਦੇ ਸਾਲ 'ਚ ਇੱਕ ਵਾਰੀ ਹੋਣਾ। ਇਸ ਕਰਕੇ ਕੋਈ ਵੀ ਬੰਦਾ ਚਾਹੇ ਵੱਡੇ ਹੈਜ ਫੰਡ ਹੀ ਕਿਉਂ ਨਾ ਹੋਣ, ਉਹ ਇਹਨੂੰ ਦੇਖਦੇ ਨਹੀਂਗੇ। ਕਿਉਂ? ਕਿਉਂਕਿ ਉਹ ਆਪਾਂ ਨੂੰ ਪਤਾ ਵੀ ਜਿਸ ਦਿਨ ਇੰਟਰਸਟ ਰੇਟ ਚੇਂਜ ਹੋਊਗਾ, ਉਸ ਦਿਨ ਆਟੋਮੈਟਿਕਲੀ ਜਿਹੜੇ ਆਪਣੇ ਪ੍ਰਾਈਸ ਆ ਉਹ ਸੈੱਟ ਹੋ ਜਾਣੇ ਆ। ਇਸ ਤੋਂ ਬਾਅਦ ਜਿੰਨਾ ਚਿਰ ਅਗਲੇ ਦਿਨ ਤੱਕ ਚੇਂਜ ਨਹੀਂ ਹੁੰਦਾ, ਆਪਾਂ ਨੂੰ ਕੋਈ ਬਾਹਲਾ ਉਹ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਵੱਡੇ ਤੋਂ ਵੱਡੇ ਬੰਦੇ ਵੀ ਰੋਹ ਨੂੰ ਨਹੀਂ ਦੇਖਦੇਗੇ, ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਇਹਦੇ 'ਚ ਕੁਝ ਨਹੀਂ ਕਰ ਸਕਦੇ, ਇਹਦਾ ਇੰਟਰਸਟ ਰੇਟ ਹੈ, ਜੋ ਚੱਲਣਾ ਉਹ ਚੱਲ ਹੀ ਰਿਹਾ। ਹੁਣ ਜਦੋਂ ਆਪਾਂ ਗੱਲ ਕਰਦੇ ਨਾ, ਹੁਣ ਦੇਖੋ ਆਈਵੀ ਹੈ, ਆਈਵੀ ਤਾਂ 2 ਘੰਟਿਆਂ 'ਚ ਵੀ ਚੇਂਜ ਹੋ ਸਕਦੀ ਹੈ, ਅੱਧੇ ਘੰਟੇ 'ਚ ਵੀ ਚੇਂਜ ਹੋ ਸਕਦੀ ਹੈ। ਜੇ ਆਪਾਂ ਡੈਲਟਾ ਦੀ ਗੱਲ ਕਰਦੇ ਹਾਂ, ਡੈਲਟਾ ਵੀ ਹਰ ਰੋਜ਼ ਚੇਂਜ ਹੋ ਜਾਂਦਾ, ਠੀਕ ਹੈ। ਜੇ ਆਪਾਂ ਗੱਲ ਕਰਦੇ ਹਾਂ ਜੀ ਉਹਦੀ ਡੈਲਟਾ, ਗਾਮਾ ਜਾਂ ਵੇਗਾ ਦੀ ਗੱਲ ਕਰਦੇ ਹਾਂ, ਥੀਟਾ ਦੀ ਗੱਲ ਕਰਦੇ ਹਾਂ, ਇਹ ਸਾਰੇ ਨਾਲ ਦੀ ਨਾਲ 2-2 ਮਿੰਟਾਂ 'ਚ ਚੇਂਜ ਹੁੰਦੇ ਰਹਿੰਦੇ ਆ। ਇੰਟਰਸਟ ਰੇਟ ਨੇ 2 ਮਿੰਟਾਂ 'ਚ ਚੇਂਜ ਹੀ ਨਹੀਂ ਹੋਣਾ, ਇੰਟਰਸਟ ਰੇਟ ਨੇ ਤਾਂ 3 ਮਹੀਨਿਆਂ 'ਚ ਵੀ ਚੇਂਜ ਨਹੀਂ ਹੋਣਾ ਗਾ। ਤਾਂ ਇਸੇ ਕਰਕੇ ਇੰਟਰਸਟ ਰੇਟ ਨੂੰ ਦੇਖਿਆ ਨਹੀਂ ਜਾਂਦਾ। ਬਸ ਤੁਹਾਨੂੰ ਮੈਂ ਵੈਸੇ ਇੱਕ ਚੀਜ਼ ਦੱਸਦੀ ਹੈ ਕਿ ਜਦੋਂ ਵੀ ਆਪਾਂ ਆਪਸ਼ਨ ਪ੍ਰੀਮੀਅਮ ਚੱਕਦੇ ਹਾਂ, ਪਰ ਰੋਜ਼ ਜੇ ਦੇਖਣਾ ਕਿਸੇ ਨੇ, 1 ਮਿੰਟ ਹੋਲਡ ਰੱਖਿਓ। ਓਕੇ ਸਰ, ਹੁਣ ਦੱਸੋ ਸਰ, ਇਹਦੇ 'ਚ ਕਿਸੇ ਨੂੰ ਕੋਈ ਨਾ ਸਮਝ ਆਉਣ ਵਾਲੀ ਚੀਜ਼ ਹੋਵੇ ਜੀ? ਕਲੀਅਰ ਹੈ ਵੀ ਸਾਰਾ ਤੱਕ? ਹਾਂਜੀ ਸਰ। ਹਾਂਜੀ ਸਰ। ਹੁਣ ਸਰ ਆਪਾਂ ਦੇਖਦੇ ਹਾਂ ਜੀ, ਆਪਾਂ ਨੂੰ ਕਿੱਥੇ ਕਿੱਥੇ ਜਿਹੜੀ ਚੀਜ਼ ਆਪਾਂ ਕਿਵੇਂ ਦੇਖਦੇ ਹਾਂ, ਆਪਾਂ ਉਹੀ ਸੈਂਸੀਬਲ ਤੇ ਜਾਵਾਂਗੇ ਜੀ, ਠੀਕ ਹੈ। ਸੈਂਸੀਬਲ ਆਪਾਂ ਖੋਲ ਲਈ ਸਾਈਟ, ਅਗੇਨ ਐਕਸਪਲੋਰ ਫॉर ਫ੍ਰੀ। ਇਸ ਤੋਂ ਬਾਅਦ ਉਹੀ ਆ ਜਾਓ ਐਨਾਲਾਈਜ਼ ਕੀ ਆ ਗਿਆ, ਆਪਸ਼ਨ ਚੇਂਜ। ਹੁਣ ਆਪਸ਼ਨ ਚੇਂਜ ਦੇ ਵਿੱਚ ਆਪਾਂ ਇੱਥੋਂ ਕੀ ਸੈੱਟ ਕਰ ਸਕਦੇ ਹਾਂ, ਆ ਦੇਖੋ ਇੱਥੇ ਪਏ ਨਾ ਉਹ ਆਈਵੀ ਚਾਰਟ ਪ੍ਰੋਪਰ, ਏਟੀਐਮ ਦੀ ਜਿਹੜੀ ਆਈਵੀ ਚੱਲ ਰਹੀ ਹੈ ਉਹ 19.2 ਚੱਲ ਰਹੀ ਹੈ ਰਾਈਟ ਨਾਓ, ਠੀਕ ਹੈ। ਬਹੁਤ ਲੋਕੀ ਜਿਹੜੇ ਆਪਸ਼ਨ ਟ੍ਰੇਡਰ ਹੁੰਦੇ ਆ ਨਾ, ਉਹਨਾਂ ਨੂੰ ਵੋਲਟੈਲਿਟੀ ਟ੍ਰੇਡਰ ਵੀ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਜਿਹੜੇ ਬਹੁਤ ਤਗੜੇ ਲੋਕ ਹੈ, ਉਹ ਕੀ ਕਰਦੇ ਆ, ਉਹ ਮਾਰਕੀਟ ਦੇ ਹਿੱਲਣ ਦਾ ਵੇਟ ਨਹੀਂ ਕਰਦੇ, ਉਹ ਸਿਰਫ
ਡਰ ਤੋਂ ਪੈਸਾ ਕਮਾਉਂਦਾ ਕਿ ਮਾਰਕੀਟ 'ਚ ਹੁਣ ਹੁਣੇ ਜੇ ਤੁਸੀਂ ਕਿਸੇ ਦਾ ਮੋਨੀਟਰ ਵੈਸੇ ਆਨ ਹੋਵੇ 2-4 ਮਿੰਟ ਪਹਿਲਾਂ ਮਾਰਕੀਟ ਇੱਕੋ ਦਮ ਗਿਰੀ ਸੀ, ਦੇਖੀ ਕਿਸੇ ਨੇ move? ਮਾਰਕੀਟ 5 ਮਿੰਟਾਂ ਦੇ ਵਿੱਚ 17490 ਤੋਂ 17420 ਤੇ ਆ ਗਈ ਸੀ। 70 ਪੁਆਇੰਟ ਮਾਰਕੀਟ ਗਿਰੀ ਹਾਰਡਲੀ 6-7 ਮਿੰਟਾਂ ਦੇ ਵਿੱਚ। ਜੇ ਆਪਾਂ ਦੇਖੀਏ ਵੀ 6-7 ਮਿੰਟਾਂ ਦੇ ਵਿੱਚ ਜੇ 70% 70 ਪੁਆਇੰਟ ਮਾਰਕੀਟ ਗਿਰ ਗਈ, ਦੱਸੋ ਆਈਵੀ ਹਾਈਵੀ ਹੋਈ ਹੋਏਗੀ ਕਿ ਨਹੀਂ ਹੋਈ ਹੋਏਗੀ? ਹਾਂਜੀ ਸਰ। ਹਨਾ, ਮਾਰਕੀਟ ਨਾਲ ਦੀ ਨਾਲ ਗਿਰਨ ਲੱਗ ਪਈ। ਹੁਣ ਮਾਰਕੀਟ ਜਿਵੇਂ ਗਿਰਨ ਲੱਗ ਪਈ ਤੇ ਜਿਹੜੇ ਵੋਲਟੈਲਿਟੀ ਟ੍ਰੇਡਰ ਹੈ, ਜਿਹੜੇ ਇਹੀ ਮੌਕਾ ਲੱਭ ਰਹੇ ਸੀ, ਆਪਾਂ ਨੂੰ ਪਤਾ ਵੀ ਜੇ ਇੱਕੋਦਮ 70 ਪੁਆਇੰਟ ਗਿਰੀ ਤਾਂ ਥੋੜਾ ਬਹੁਤਾ ਚੜੂਗੀ ਮਾਰਕੀਟ। ਤਾਂ ਨਾਰਮਲ ਹੈ ਵੀ ਇੱਕੋਦਮ 70 ਪੁਆਇੰਟ ਗਿਰ ਗਈ ਤਾਂ ਬਾਅਦ ਥੋੜਾ ਭਾਵੇਂ 10 ਪੁਆਇੰਟ ਰਿਕਵਰ ਤਾਂ ਕਰੂਗੀ ਨਾ। 70 ਪੁਆਇੰਟ ਜਿਵੇਂ ਮਾਰਕੀਟ ਗਿਰੀ, ਲੋਕਾਂ 'ਚ ਕੀ ਹੋ ਗਿਆ, ਡਰ ਪੈਦਾ ਹੋ ਗਿਆ ਵੀ ਹਾਂ ਗਈ ਮਾਰਕੀਟ, ਆਈਵੀ ਹੈਵੀ ਹੋ ਗਈ। ਇਸ ਤੋਂ ਬਾਅਦ ਉਹਨੇ ਇੱਕ ਜਗ੍ਹਾ ਤੇ ਸਪੋਰਟ ਲਈ 10 ਪੁਆਇੰਟ ਉੱਪਰ ਨੂੰ ਜਾਣੀ ਸ਼ੁਰੂ ਹੋਈ, ਭਾਵੇਂ 10 ਗਿਰੀ 70 ਪੁਆਇੰਟ 10 ਪੁਆਇੰਟ ਉੱਪਰ ਗਈ, ਪਰ ਜਿਵੇਂ 10 ਪੁਆਇੰਟ ਉੱਪਰ ਗਈ ਲੋਕੀ ਸੁੱਖ ਦਾ ਸਾਹ ਲੈਣਗੇ ਕਿ ਨਹੀਂ ਲੈਣਗੇ? ਵੀ ਚਲ ਸ਼ੁਕਰ ਹੈ ਯਾਰ ਮਾਰਕੀਟ ਰੁਕ ਗਈ ਇੱਥੇ ਜਾ ਕੇ, ਇਸ ਤੋਂ ਵੱਧ ਨਹੀਂ ਗਿਰੀ। ਜਿਵੇਂ ਉਹਨਾਂ ਨੇ ਸੁੱਖ ਦਾ ਸਾਹ ਲਿਆ, ਆਈਵੀ ਡਾਊਨ ਹੋ ਗਈ ਤੇ ਜਿਹੜਾ ਸੈਲਰ ਸੀ, ਆਈਵੀ ਟ੍ਰੇਡਰ ਸੀ, ਉਹਨੇ ਉਸੇ 2 ਮਿੰਟਾਂ 'ਚ ਪੈਸਾ ਕਮਾ ਲਿਆ। ਗੱਲ ਸਮਝ ਆਈ? ਹੁਣ ਦੇਖੋ ਆਪਾਂ ਕੀ ਕਰਨਾ ਹੈ, ਆਪਾਂ ਦੇਖ ਰਹੇ ਹਾਂ ਸਰ ਮਾਰਕੀਟ ਨੂੰ ਜੀ। ਇਹ ਆਪਣੇ ਕੋਲ ਆਪਸ਼ਨ ਚੇਨ ਹੈ, ਸੈਟਿੰਗਸ ਚਾਲੂ। ਸੈਟਿੰਗ ਦੇ ਵਿੱਚ ਪਹਿਲਾਂ ਤਾਂ ਲਾਰਜ ਵਿਊ ਕਰ ਲਓ ਤਾਂ ਕਿ ਵਧੀਆ ਦਿਖ ਜੇ ਆਪਾਂ ਨੂੰ। ਇਸ ਤੋਂ ਬਾਅਦ ਆਪਾਂ ਕੀ ਦੇਖਾਂਗੇ, ਆਈਵੀ ਔਨ ਕਰ ਲਿਆ ਆਪਾਂ, ਡੈਲਟਾ ਔਨ ਕਰ ਲਓ, ਗਾਮਾ ਔਨ ਕਰ ਲਓ, ਥੀਟਾ ਔਨ ਕਰ ਲਓ, ਵੇਗਾ ਔਨ ਕਰ ਲਓ। ਠੀਕ ਹੈ, ਇਹ ਦੇਖੋ ਇੱਥੇ ਵੀ ਰੋ ਨਹੀਂ ਦਿਖ ਰਿਹਾ ਆਪਾਂ ਨੂੰ, ਕਿਉਂ? ਕਿਉਂਕਿ ਰੋ ਕੋਈ ਦੇਖਦਾ ਹੀ ਨਹੀਂ। ਇਹ 4 ਆਪਸ਼ਨ ਹੀ ਹੈ, ਚਾਰੋਂ ਗ੍ਰੀਕਸ ਜਿਹੜੇ ਆਪਾਂ ਮੇਜਰਲੀ ਆਪਾਂ ਦੇਖਦੇ ਹਾਂ, ਡੈਲਟਾ, ਗਾਮਾ, ਥੀਟਾ ਤੇ ਵੇਗਾ। ਠੀਕ ਹੈ, ਆਪਾਂ ਇਹਨਾਂ ਨੂੰ ਔਨ ਕਰ ਲਿਆ। ਹੁਣ ਦੇਖੋ ਸਰ ਰਾਈਟ ਨਾਓ ਜੀ ਮਾਰਕੀਟ ਚੱਲ ਰਹੀ ਹੈ 17464 ਤੇ, ਆਪਾਂ 17450 ਵਾਲਾ ਦੇਖ ਲੈਂਦੇ ਹਾਂ। 17450 ਇਹਦਾ ਟ੍ਰੇਡਿੰਗ ਪ੍ਰਾਈਸ ਕਿੰਨਾ ਚੱਲ ਰਿਹਾ ਜੀ? 86 ਰੁਪਏ। ਕਿਹੜਾ ਐਕਸਪਾਇਰੀ ਕਿਹੜੀ ਹੈ? 31 ਮਾਰਚ ਦੀ। ਠੀਕ ਹੈ, ਜਿਹੜੀ ਕੱਲ ਐਕਸਪਾਇਰ ਹੋਣਾ। ਤਾਂ 86 ਰੁਪਏ 40 ਪੈਸੇ ਦਾ ਟ੍ਰੇਡ ਪ੍ਰਾਈਸ ਚੱਲ ਰਿਹਾ। ਓਪਨ ਇੰਟਰਸਟ 19.9 ਦਾ ਹੈਗਾ। ਚੇਂਜ ਕਿੰਨਾ ਹੋਇਆ ਜੀ? 80% ਚੇਂਜ ਹੋਇਆ ਓਪਨ ਇੰਟਰਸਟ। ਇਹ ਛੱਡ ਦੋ ਚੀਜ਼ਾਂ, ਕੋਈ ਗੱਲ ਨਹੀਂ। ਡੈਲਟਾ ਦੇਖੋ ਕਿੰਨਾ, ਡੈਲਟਾ ਕਿੰਨਾ? 0.56। ਆਪਾਂ ਨੂੰ ਪਤਾ ਕਿ ਜਦੋਂ ਐਟ ਦਾ ਮਨੀ ਹੁੰਦਾ ਤਾਂ 0.5 ਦੇ ਨੇੜੇ ਤੇੜੇ ਹੁੰਦਾ। ਇਹ ਐਟ ਦਾ ਮਨੀ ਹੈ ਤਾਂ 0.56 ਡੈਲਟਾ ਚੱਲ ਰਿਹਾ। ਹੁਣ ਦੇਖੋ ਸਰ ਥੀਟਾ ਕਿੰਨਾ ਹੈ? -34। -34 ਕੋਈ ਦੱਸ ਸਕਦਾ ਕਿਉਂ ਹੈ ਜੀ? ਕਿਉਂਕਿ ਕੱਲ ਤਾਂ ਐਕਸਪਾਇਰੀ ਹੈ, ਟਾਈਮ ਐਕਸਪਾਇਰੀ ਸਰ ਨੇੜੇ। ਠੀਕ ਹੈ ਨਾ, ਕਿਉਂਕਿ ਹੁਣ ਇਸ ਇਹੀ ਚੀਜ਼ ਦੇਖੋ ਐਕਸਪਾਇਰੀ ਦੇ ਨੇੜੇ ਤਾਂ -34 ਹੈ ਦਾ ਥੀਟਾ। ਵੇਗਾ ਕਿੰਨਾ? 3.7। ਕਿ ਜੇ 1% ਵੀ ਮਾਰਕੀਟ ਮੂਵ ਕਰੂਗੀ ਆਈਵੀ ਦੇ ਵਿੱਚ ਤਾਂ 3 ਰੁਪਏ 70 ਪੈਸੇ ਦਾ ਫਰਕ ਪੈ ਜਾਣਾ। ਤੇ ਉਸੇ ਪਾਸਿਓਂ ਗਾਮਾ ਕਿੰਨਾ? 0.0022। ਆਪਾਂ ਦੇਖਿਆ ਸੀ ਗਾਮਾ ਕੋਈ ਬੜਾ ਵੱਡਾ ਫਰਕ ਨਹੀਂ ਪੈਂਦਾ ਜਿੰਨਾ ਚਿਰ ਤੁਸੀਂ 1 ਜਾਂ 2 ਲੋਟ ਚੱਕਣੇ ਆ। ਹਾਂ ਤੁਸੀਂ 20 25 30 ਲੋਟ ਇਕੱਠੇ ਚੱਕਣੇ ਆ ਫਿਰ ਤੁਹਾਨੂੰ ਗਾਮਾ ਦੇਖਣ ਦੀ ਲੋੜ ਹੈ, ਅਦਰਵਾਈਜ਼ ਨਾ ਵੀ ਦੇਖੋਗੇ, ਇਗਨੋਰ ਵੀ ਕਰ ਦੋਗੇ ਤਾਂ ਕੋਈ ਵੱਡੀ ਗੱਲ ਨਹੀਂ। ਹੁਣ ਇੱਕ ਚੀਜ਼ ਦੇਖੋ ਥੀਟਾ -34 ਐਕਸਪਾਇਰੀ ਕੀ ਹੈ? 31 ਮਾਰਚ। ਆਪਾਂ ਐਕਸਪਾਇਰੀ ਚੇਂਜ ਕਰ ਲੈਂਦੇ ਆ। ਐਕਸਪਾਇਰੀ ਮੰਨ ਲਓ ਆਪਾਂ ਕਰ ਲਈ ਜੀ 7 ਅਪ੍ਰੈਲ ਦੀ। 7 ਅਪ੍ਰੈਲ ਦੀ 450 ਦੀ ਆਪਣੀ ਕਾਲ ਹੈ। ਥੀਟਾ ਦੇਖੋ ਕਿੰਨਾ ਰਹਿ ਗਿਆ ਜੀ? -12। ਇੰਨਾ ਫਰਕ ਪੈ ਗਿਆ ਸਰ, ਕਿੱਥੇ -32 ਜਾਂ 34, ਕਿੱਥੇ -12। ਹੁਣ ਭਾਵੇਂ ਤੁਸੀਂ ਕਰਨੀ ਇੰਟਰਾਡੇ ਹੀ ਹੈ, ਤੁਸੀਂ ਆਪਾਂ ਨੂੰ ਪਤਾ ਵੀ ਚਲੋ ਕੱਲ ਐਕਸਪੈਰੀਮੈਂਟ ਅੱਜ ਇੰਟਰਾਡੇ ਕਰਨੀ ਹੈ, ਕਿੱਥੇ ਤੁਸੀਂ -34 ਦੇ ਹਿਸਾਬ ਨਾਲ ਥੀਟਾ ਟਿਕੇ ਦੇਣਾ ਸੀ, ਕਿੱਥੇ ਤੁਸੀਂ -12 ਰੁਪਏ ਦੇ ਹਿਸਾਬ ਨਾਲ ਥੀਟਾ ਟਿਕੇ ਦੇ ਰਹੇ ਹੋ। ਇੱਕ ਐਕਸਪਾਇਰੀ ਹੋਰ ਵਧਾ ਲਓ 17,450। ਥੀਟਾ ਕਿੰਨਾ ਆ ਗਿਆ ਜੀ? -9। ਵੇਗਾ ਕਿੰਨਾ ਆ ਗਿਆ? 14। ਉਹਦੇ ਚ ਵੇਗਾ ਕਿੰਨਾ ਸੀ? 3.70। ਇਹਦੇ ਚ ਵੇਗਾ 14 ਹੈ। ਡੈਲਟਾ ਉਹੀ ਹੈ 0.54। ਠੀਕ ਹੈ, ਡੈਲਟਾ ਆਲਮੋਸਟ ਬਰਾਬਰ ਜੀ ਰਹਿੰਦਾ, ਕੋਈ ਬੜਾ ਫਰਕ ਨਹੀਂ ਪੈਂਦਾ। ਉਹ 0.56 ਸੀ, ਇਹ 0.54 ਆ ਗਿਆ। ਠੀਕ ਹੈ, ਹਾਂ ਪ੍ਰਾਈਸ ਆਬਵੀਅਸ ਹੈ ਵੱਧਦਾ ਜਾਏਗਾ ਕਿਉਂਕਿ ਆਪਾਂ ਟਾਈਮ ਵੱਧ ਲੈ ਰਹੇ ਹਾਂ। ਜੇ ਆਪਾਂ ਟਾਈਮ ਵੱਧ ਲੈ ਰਹੇ ਹਾਂ ਤਾਂ ਆਪਾਂ ਨੂੰ ਟਾਈਮ ਦੇ ਪੈਸੇ ਵੱਧ ਦੇਣੇ ਪੈਣੇ ਆ, ਤਾਂ ਪ੍ਰਾਈਸ ਜਿਵੇਂ ਦੂਰ ਦੀ ਐਕਸਪਾਇਰੀ ਲਈ ਚੱਲਾਂਗੇ ਉਵੇਂ ਆਪਣਾ ਪ੍ਰਾਈਸ ਵੱਧਦਾ ਜਾਊਗਾ। ਕਲੀਅਰ ਹੈ ਵੀ ਸਾਰਿਆਂ ਨੂੰ ਇੱਥੋਂ ਇਹ ਗੱਲ? ਚਲੋ ਹੁਣ ਆਪਾਂ ਸਰ ਗੱਲ ਕਰਦੇ ਹਾਂ ਜੇ ਆਪਾਂ ਟ੍ਰੇਡ ਲੈਣਾ ਹੋਵੇ ਫਿਰ। ਪਰ ਸਭ ਤੋਂ ਪਹਿਲਾਂ ਆਪਾਂ ਮਾਰਕੀਟ ਦੇਖਾਂਗੇ ਜੀ।
ਵੈਸੇ ਕਿਸੇ ਨੇ ਟ੍ਰੇਡ ਲੈਣਾ ਨਹੀਂ, ਮੈਂ ਤੁਹਾਨੂੰ ਵੈਸੇ ਸਿਖਾ ਰਿਹਾ ਵੀ ਆਪਾਂ ਕਿੱਦਾਂ ਲੈਣਾ। ਸਰ ਇਹ ਹੈ ਜੀ ਅੱਜ ਦੀ ਨਿਫਟੀ ਦੀ ਮਾਰਕੀਟ ਮੂਵ 30 ਮਿੰਟ ਦੀ ਕੈਂਡਲ ਤੇ। ਅੱਜ ਨਿਫਟੀ ਗੈਪ ਅਪ ਓਪਨ ਹੋਈ ਸੀ ਇੱਥੋਂ ਇੰਨਾ, ਠੀਕ ਹੈ, ਪਹਿਲੀ ਕੈਂਡਲ ਡਾਊਨ ਹੋਈ, ਇਸ ਤੋਂ ਬਾਅਦ ਆਲਮੋਸਟ ਮਾਰਕੀਟ ਉੱਥੇ ਜੇ ਫਿਰਦੀ ਹੈ। ਪਰ ਹੁਣੇ ਹੁਣੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਹੈ, ਜਿਹੜੀ ਗੱਲ ਮੈਂ ਕਰ ਰਿਹਾ ਸੀਗਾ, ਆ ਪਹਿਲੀ ਕੈਂਡਲ ਸੀ ਮਾਰਕੀਟ ਦੀ 5 ਮਿੰਟ ਤੇ, ਇਸ ਤੋਂ ਬਾਅਦ ਅਗਲੀ 5 ਮਿੰਟ ਦੀ ਕੈਂਡਲ ਇਹ ਬਣੀ, ਠੀਕ ਹੈ। ਇਸ ਤੋਂ ਬਾਅਦ ਮਾਰਕੀਟ ਨੇ ਗ੍ਰੀਨ ਟ੍ਰੈਂਡ ਪਕੜਿਆ, ਮਾਰਕੀਟ ਅਪ ਗਈ, ਠੀਕ ਹੈ, ਤੱਕ ਹਾਈ ਲਾਇਆ। ਫਿਰ ਆ ਨਾ ਅਸਲ ਚ ਕੀ ਸੀਗਾ, ਇੱਥੇ ਇੱਕ ਸਪੋਰਟ ਬਣ ਰਹੀ ਸੀ ਮਾਰਕੀਟ ਦੀ, ਨਾ ਇੱਥੇ ਇੱਕ ਸਪੋਰਟ ਬਣ ਰਹੀ ਸੀ। ਇਹ ਸਪੋਰਟ ਅੱਜ ਦੀ ਨਹੀਂ, ਪਿੱਛੋਂ ਦੀ ਸਪੋਰਟ ਬਣਦੀ ਆ ਰਹੀ ਹੈ। ਹੁਣ ਮਾਰਕੀਟ ਦੀ ਸਪੋਰਟ ਬਣ ਰਹੀ ਸੀ, ਜਿੰਨਾ ਚਿਰ ਮਾਰਕੀਟ ਆਪਦੀ ਸਪੋਰਟ ਤੇ ਸੀ, ਇਸ ਲਈ ਸਪੋਰਟ ਲਿਆ, ਉੱਪਰ ਗਿਆ, ਸਪੋਰਟ ਲਿਆ, ਫਿਰ ਉੱਪਰ ਗਿਆ, ਫਿਰ ਦੁਬਾਰਾ ਸਪੋਰਟ ਲੈਣ ਆਈ। ਪਰ ਇੱਥੇ ਕੀ ਹੋਇਆ, ਸਪੋਰਟ ਟੁੱਟ ਗਈ। ਇੱਕ ਵਾਰੀ ਜਦੋਂ ਸਪੋਰਟ ਟੁੱਟੀ, ਆ ਦੇਖੋ ਸਿਰਫ 5 ਮਿੰਟਾਂ ਚ ਮਾਰਕੀਟ ਕਿੱਥੋਂ ਆਈ, 17487, ਇਹਦਾ ਹਾਈ ਕਿੰਨਾ ਸੀ, 90। 17490 ਤੋਂ ਮਾਰਕੀਟ ਇਸ ਕੈਂਡਲ ਦਾ ਲੋ ਦੇਖ ਲਓ ਕਿੰਨਾ ਹੈ, 17421 ਤੇ ਆ ਗਈ, 70 ਪੁਆਇੰਟ ਮਾਰਕੀਟ ਗਿਰੀ। ਕਲੀਅਰ, ਇੱਕੋ ਦਮ ਮਾਰਕੀਟ ਦਾ 70 ਪੁਆਇੰਟ ਗਿਰ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਪਰ ਇਹ ਮੂਵ ਆਪਾਂ ਨਹੀਂ ਸੀ ਪਕੜ ਸਕਦੇ, ਇਹ ਸਿਰਫ ਮੂਵ ਆਈਵੀ ਵਾਲੇ ਪਕੜਨਗੇ, ਜਿਨ੍ਹਾਂ ਨੇ ਸਿਰਫ ਆਈਵੀ ਦੇ ਬੇਸਿਸ ਤੇ ਟ੍ਰੇਡ ਕਰਨਾ ਸੀ। ਪਰ ਹੁਣ ਜੇ ਆਪਾਂ ਮੂਵ ਪਕੜਨਾ ਹੋਵੇ, ਆਪਾਂ ਨੂੰ ਪਤਾ ਕੀ ਲੱਗਿਆ ਕਿ ਮਾਰਕੀਟ ਨਿਊ ਰਾਉਂਡ ਜੀ ਨੀਚੇ ਗਈ, ਠੀਕ ਹੈ। ਮਾਰਕੀਟ ਨਾ ਇੱਕ ਟ੍ਰੈਂਡ ਫੋਲੋ ਕਰ ਰਹੀ ਹੈ। ਜੇ ਆਪਾਂ 5 ਮਿੰਟ ਤੇ ਲੈ ਕੇ ਚੱਲਦੇ ਆ, ਦੇਖੋ ਠੀਕ ਹੈ ਜੀ। ਤਾਂ ਆਪਾਂ ਕੀ ਦੇਖਿਆ ਕਿ ਮਾਰਕੀਟ ਕੀ ਕਰ ਰਹੀ ਹੈ, ਇਸ ਲਾਈਨ ਤੇ ਆਉਂਦੀ ਹੈ ਉੱਪਰ, ਫਿਰ ਇਸ ਲਾਈਨ ਤੇ ਆਉਂਦੀ ਹੈ ਉੱਪਰ, ਫਿਰ ਇਸ ਲਾਈਨ ਤੇ ਉੱਪਰ। ਇਸ ਵਾਰੀ ਕੀ ਹੋਣਾ, ਉਹ ਮਾਰਕੀਟ ਨੀਚੇ ਤਾਂ ਗਿਰੀ, ਉਹ ਚੀਜ਼ ਹੋਈ ਕਿ ਮਾਰਕੀਟ ਨੀਚੇ ਗਿਰੀ, ਪਰ ਐਟ ਦਾ ਐਂਡ ਉਹਨੇ ਕਲੋਜ਼ਿੰਗ ਕਿੱਥੇ ਦੇਖੀ। ਆਪਾਂ ਇਹਨੂੰ ਬ੍ਰੇਕਆਊਟ ਨਹੀਂ ਕਹਿ ਸਕਦੇ, ਕਿਉਂ? ਅਸਲ 'ਚ ਬ੍ਰੇਕਆਊਟ ਉਦੋਂ ਮੰਨਿਆ ਜਾਂਦਾ ਜਦੋਂ ਜਿਹਦੀ ਕਲੋਜ਼ਿੰਗ ਇਸ ਸਪੋਰਟ ਲਾਈਨ ਤੋਂ ਨੀਚੇ ਹੋ ਜਾਂਦੀ। ਮਾਰਕੀਟ ਗਿਰੀ, ਮੰਨਿਆ ਕਿ ਮਾਰਕੀਟ 70 ਪੁਆਇੰਟ ਇੱਕੋਦਮ ਗਿਰ ਗਈ, ਪਰ ਈਵਨ ਦੈਨ ਜਿਹੜੀ ਕਲੋਜ਼ਿੰਗ ਹੋਈ, ਉਹ ਸਪੋਰਟ ਜਿਹੜੀ ਇਹਦੀ ਸਪੋਰਟ ਸੀ ਉਹਦੇ ਉੱਪਰ ਕਲੋਜ਼ਿੰਗ ਹੋਈ। ਤਾਂ ਇਸ ਤੋਂ ਬਾਅਦ ਕੀ ਹੋਇਆ, ਮਾਰਕੀਟ ਨੇ ਉਹੀ ਅਗੇਨ ਸਪੋਰਟ ਲਈ ਤੇ ਮਾਰਕੀਟ ਉੱਪਰ ਜਾਣੀ ਸ਼ੁਰੂ ਹੋ ਗਈ। ਹੁਣ ਹੋ ਸਕਦਾ ਮਾਰਕੀਟ ਦੁਬਾਰਾ 490 ਤੱਕ ਆ ਜਾਏ, ਮਾਰਕੀਟ ਦੁਬਾਰਾ 500 ਤੱਕ ਆ ਜਾਏ, ਪਰ ਠੀਕ ਹੈ, ਮਾਰਕੀਟ ਨੇ ਸਪੋਰਟ ਲਈ, ਗਿਰੀ ਇੱਕ ਵਾਰੀ, ਪਰ ਇਹਨੂੰ ਬ੍ਰੇਕਆਊਟ ਨਹੀਂ ਕਿਹਾ ਆਪਾਂ, ਠੀਕ ਹੈ। ਇਸ ਤੋਂ ਬਾਅਦ ਮਾਰਕੀਟ ਉਹੀ ਉੱਪਰ ਬੰਦ ਹੋਈ, ਆਪਣੀ ਸਪੋਰਟ ਪ੍ਰਾਈਸ ਦੇ ਉੱਪਰ ਹੀ ਬੰਦ ਹੋਈ, ਉੱਪਰ ਨੂੰ ਜਾਣਾ ਸ਼ੁਰੂ ਹੋ ਗਈ। ਹੁਣ ਮੈਨੂੰ ਇੱਕ ਚੀਜ਼ ਦੱਸੋ, ਮਾਰਕੀਟ ਰਾਈਟ ਨਾਓ 470 ਤੇ ਹੈ, ਤੁਹਾਡਾ ਵਿਊ ਦੱਸੋ ਕੀ ਹੈ, ਬੁਲਿਸ਼ ਹੈ ਕਿ ਬੇਰਿਸ਼ ਹੈ? ਬੁਲਿਸ਼। ਬੁਲਿਸ਼ ਹੀ ਹੈ ਸਰ। ਬੁਲਿਸ਼ ਹੈ ਜੀ, ਬੁਲਿਸ਼, ਠੀਕ ਹੈ। ਹਾਂਜੀ। ਸਭ ਤੋਂ ਪਹਿਲਾ ਕੰਮ ਸੀ ਆਪਾਂ ਵਿਊ ਪਤਾ ਕਰੀਏ ਬੁਲਿਸ਼। ਹੁਣ ਦੱਸੋ ਤੁਸੀਂ ਇੰਟਰਾਡੇ ਕਰਨੀ ਹੈ ਕਿ ਲੌਂਗ ਲੈ ਕੇ ਚੱਲਣਾ ਜੀ? ਇੰਟਰਾਡੇ ਸਰ। ਚਲੋ ਸਰ ਆਪਾਂ ਇੰਟਰਾਡੇ ਕਰਨ ਲੱਗੇ ਹਾਂ ਜੀ। ਹੁਣ ਤੁਸੀਂ ਸਰ ਮੈਨੂੰ ਇੰਟਰਾਡੇ ਦਾ ਟਾਰਗੇਟ ਦੱਸੋ ਫਿਰ ਕਿੰਨਾ ਜੀ? ਸਰ 50 ਪੁਆਇੰਟ ਦਾ ਰੱਖ ਲਓ। ਚਲੋ 50 ਪੁਆਇੰਟ ਦਾ ਆਪਾਂ ਟਾਰਗੇਟ ਰੱਖ ਲੈਂਦੇ ਹਾਂ ਜੀ। 17470 ਤੇ ਮਾਰਕੀਟ ਹੈ, ਤੁਹਾਨੂੰ ਲੱਗਦਾ ਕਿ 3.5 ਹੁੰਦੇ ਮਾਰਕੀਟ 50 ਪੁਆਇੰਟ ਉੱਪਰ ਚਲੀ ਜਾਊ, ਯਾਨੀ ਕਿ 17520 ਤੇ ਚਲੀ ਜਾਊਗੀ। ਕਲੀਅਰ ਹੈ ਜੀ? ਹਾਂਜੀ ਸਰ। ਦੇਖੋ ਸਰ, ਮਾਰਕੀਟ ਦਾ ਅੱਜ ਦਾ ਹਾਈ ਕਿੰਨਾ ਜੀ? 17513। ਤੁਹਾਨੂੰ ਲੱਗਦਾ ਕਿ ਐਂਡ ਵਾਲੇ ਟਾਈਮ ਦੇ ਵਿੱਚ ਆ ਕੇ ਮਾਰਕੀਟ 520 ਤੋੜ ਜੂ? ਨਾਲੇ ਹੁਣ ਇੱਕ ਵਾਰੀ ਮਾਰਕੀਟ ਦੇ ਵੱਲ ਦੇਖੋ ਜ਼ਰਾ। ਨਹੀਂ ਸਰ, 500 ਤੱਕ ਮਸਾਂ ਹੀ ਅਜੇ ਪਹੁੰਚੇ ਦੇ। ਹਾਂਜੀ ਸਰ, ਹੁਣ ਡਾਊਨ ਆ ਰਹੀ ਹੈ। ਤਾਂ ਇਹ ਨਾ ਹੋਵੇ ਵੀ ਆਪਾਂ ਇੱਕ ਵਿਊ ਲੈ ਲਈਏ, ਅਸਲ 'ਚ ਆਪਾਂ ਦੇਖੋ, ਆਪਾਂ ਨੂੰ ਕੋਈ ਬਾਹਲਾ ਐਗਜ਼ਾਮਿਨ ਨਹੀਂ ਕੀਤਾ, ਆਪਾਂ 3 ਗ੍ਰੀਨ ਕੈਂਡਲਾਂ ਬੰਦੀਆਂ ਦੇਖ ਕੇ ਕਹਤਾ ਜੀ ਮਾਰਕੀਟ ਉੱਪਰ ਗਈ। ਹੁਣ ਆਪਣੇ ਗੱਲਾਂ ਕਰਦੇ ਕਰਦੇ ਕੀ ਹੋਇਆ, ਮਾਰਕੀਟ ਥੱਲੇ ਨੂੰ ਆ ਗਈ। ਹੁਣ ਆਪਾਂ ਕਹਿੰਦੇ ਨਹੀਂ ਸਰ, ਸਾਡਾ ਟਾਰਗੇਟ ਚੇਂਜ ਹੋ ਗਿਆ, ਹਨਾ? ਕੋਈ ਗੱਲ ਨਹੀਂ। ਹਾਂਜੀ ਸਰ। ਸਪੋਰਟ ਲਾਈਨ ਸੀ ਸਰ, ਹੁਣ ਰੈਜ਼ਿਸਟੈਂਸ ਦਾ ਕੰਮ ਕਰੂਗੀ। ਹਾਂ, ਹੁਣ ਬਾਈ ਚਾਂਸ ਮੰਨ ਲਓ ਆਪਾਂ ਸਪੋਰਟ ਲਾਈਨ ਇੱਕ ਲਾਈ ਹੋਈ ਹੈ ਨਾ, ਟ੍ਰੈਂਡ ਲਾਈਨ ਹੈ। ਹੁਣ ਦੇਖੋ ਇਹਨੂੰ ਫਿਰ ਕ੍ਰਾਸ ਕਰਨ ਲੱਗੀ ਹੈ, ਕ੍ਰਾਸ ਕੀਤਾ, ਫਿਰ ਉੱਪਰ, ਹੁਣ ਕ੍ਰਾਸ ਕਰ ਗਈ। ਪਰ ਆਪਾਂ ਜਿੰਨਾ ਚਿਰ ਦੇਖੋ ਹਜੇ 30 ਸੈਕਿੰਡ ਪਏ ਹੈ, ਜਿੰਨਾ ਚਿਰ 30 ਸੈਕਿੰਡ ਖਤਮ ਨਹੀਂ ਹੁੰਦੇ ਨਾ, ਆਪਾਂ ਉਹਨਾਂ ਚਿਰ ਕੁਝ ਨਹੀਂ ਕਰ ਸਕਦੇ। ਆਪਾਂ ਚਲੋ ਵੇਟ ਸਰ ਕਰ ਹੁਣ ਲੈਂਦੇ ਹੁਣ ਹਾਂ। ਆਈ ਵੀ ਵੱਧ ਗਈ ਹੋਵੇਗੀ। ਦੇਖ ਲਓ ਸਰ, ਹੁਣ ਆਪਾਂ ਆਈ ਵੀ ਦੇਖ ਲੈਂਦੇ ਹਾਂ ਜੀ। ਹਾਂ, ਇੱਕ ਮਿੰਟ। 17 450,
ਆਈਵੀ ਕਿੱਧਰ ਨਹੀਂ ਆ ਰਹੀ ਸਰ 450 ਦੀ ਆਈਵੀ ਹੈ ਜੀ 18.6 ਠੀਕ ਹੈ, ਇਹ ਨੋਟ ਕਰਕੇ ਰੱਖੋ कि 450 की जी आईवी है 18.6 है, 18.9 होगी। क्यों होगी? मार्केट देखो थोड़ी जी गिरी सी फिर ऊपर आ गई, हम मार्केट ऊपर ਨੂੰ ਚੱਲ ਰਹੀ है जी। चलो एक मिनट मार्केट ਨੂੰ ਆਪਾਂ ਦੇਖ ਹੀ ਲੈਂਦੇ। ओके ਹੁਣ ਸਰ ਕੀ ਹੋਇਆ ਜੀ, ਇੱਕ ਰੈੱਡ ਕੈਂਡਲ ਬਣੀ ਅਗੇਨ। ਦੇਖੋ ਕਿੰਨੀ ਇੰਪੋਰਟੈਂਟ ਚੀਜ਼ ਆਪਾਂ ਜਿਹੜੀ ਹੁਣੇ ਡਿਸਕਸ ਕੀਤੀ ਸੀ, ਆਪਾਂ ਕਿਹਾ ਕਿ ਮਾਰਕੀਟ ਗਿਰਨ ਤਾਂ ਲੱਗ ਗਈ, ਠੀਕ ਹੈ, ਆਪਾਂ ਕਿਹਾ 30 ਸੈਕਿੰਡ ਪਏ ਸੀ, 30 ਸੈਕਿੰਡ 'ਚ ਕੁਝ ਵੀ ਹੋ ਸਕਦਾ ਸੀ, ਪਰ ਅਗੇਨ ਦੇਖੋ ਜਿਹੜੀ ਕਲੋਜ਼ਿੰਗ ਦਿੱਤੀ ਕੈਂਡਲ ਨੇ, ਕਲੋਜ਼ਿੰਗ ਕਿੱਥੇ ਦਿੱਤੀ? ਆਪਦੀ ਸਪੋਰਟ ਤੇ। ਉਹਨੇ ਸਪੋਰਟ ਕੀ ਆਪਾਂ ਨੂੰ ਕਹਾਂਗੇ ਕਿ ਕੈਂਡਲ ਨੇ ਆਪਦੀ ਸਪੋਰਟ ਤੋੜਤੀ? ਨਹੀਂ ਸਰ, ਠੀਕ ਹੈ ਨਾ? ਨਹੀਂ ਸਰ, ਹਾਂ ਪਏ 30 ਸੈਕਿੰਡ ਹੀ ਸੀ, ਪਰ ਉਹਨੇ ਆਪਦੀ ਸਪੋਰਟ ਨਹੀਂ ਤੋੜੀ। ਜਿਵੇਂ ਇੱਕ ਵਾਰੀ ਲੱਗਿਆ ਵੀ ਸਪੋਰਟ ਟੁੱਟ ਗਈ, ਦੁਬਾਰਾ ਉਹਨੇ ਵਾਪਸ ਰੀਗੇਨ ਕਰ ਲਿਆ ਤੇ ਸਪੋਰਟ ਤੇ ਆ ਕੇ ਕੈਂਡਲ ਬੰਦ ਹੋ ਗਈ। ਹੁਣ ਫਿਰ ਗ੍ਰੀਨ ਕੈਂਡਲ ਬਣ ਰਹੀ ਹੈ। ਹੁਣ ਦੱਸੋ ਟਾਰਗੇਟ ਕੀ ਲੈ ਕੇ ਚੱਲੀਏ? ਸਰ ਜਿਹੜੀ ਉੱਪਰ ਲਾਈਨ ਲਾਈ ਤੁਸੀਂ ਹੌਰੀਜ਼ੌਨਟਲ ਸਰ, ਉਹ ਹੁਣ ਰੈਜ਼ਿਸਟੈਂਸ ਹੈ ਤਰੀਕੇ ਨਾਲ ਉਹਦਾ। ਆ ਵਾਲੀ ਜੀ? ਹਾਂਜੀ ਸਰ। ਹਾਂ ਹੁਣ ਆਪਾਂ ਕਹਿ ਸਕਦੇ ਕਿ ਪਹਿਲਾਂ ਇਹ ਸਪੋਰਟ ਸੀ, ਹੁਣ ਇਹੀ ਜਿਹੜੀ ਲਾਈਨ ਕੀ ਬਣ ਗਈ? ਰੈਜ਼ਿਸਟੈਂਸ। ਆਪਾਂ ਦੇਖਿਆ ਵੀ ਇੱਥੇ ਤੱਕ ਗਈ ਮਾਰਕੀਟ, ਫਿਰ ਇਹ ਦੁਬਾਰਾ ਕੀ ਹੋਇਆ, ਉਹਨੂੰ ਉੱਪਰ ਵੀ ਗਈ, ਉਹਨੇ ਰੈਜ਼ਿਸਟੈਂਸ ਨੂੰ ਤੋੜਿਆ, ਪਰ ਦੁਬਾਰਾ ਫਿਰ ਥੱਲੇ ਆ ਗਈ। ਫਿਰ ਮਾਰਕੀਟ ਉੱਪਰ ਜਾ ਰਹੀ ਹੈ, ਹੋ ਸਕਦਾ ਮਾਰਕੀਟ ਰੈਜ਼ਿਸਟੈਂਸ ਤੋੜੇ, ਹੋ ਸਕਦਾ ਇੱਥੋਂ ਦੁਬਾਰਾ ਫਿਰ ਵਾਪਸ ਨੀਚੇ ਆਪਣੀ ਸਪੋਰਟ ਚੱਲ ਰਹੀ ਹੈ, ਉੱਪਰ ਆਪਣੀ ਰੈਜ਼ਿਸਟੈਂਸ ਚੱਲ ਰਹੀ ਹੈ। ਤਾਂ ਰੈਜ਼ਿਸਟੈਂਸ ਕਿੱਥੇ ਤੇ ਪਈ? ਆਪਣੀ 470 ਤੇ ਪਈ ਹੈ। ਸਰ ਮਾਰਕੀਟ 460 ਤੇ ਫਿਰਦੀ ਹੈ ਜੀ, 470 ਤੇ ਆਪਣੀ ਰੈਜ਼ਿਸਟੈਂਸ ਹੈ। ਕੀ ਆਪਾਂ ਨੂੰ ਟ੍ਰੇਡ ਲੈਣਾ, ਇੰਟਰਾਡੇ ਦਾ ਟ੍ਰੇਡ ਲੈਣਾ ਬਣਦਾ ਜੀ ਇੱਥੇ? ਨਹੀਂ ਸਰ। ਠੀਕ ਹੈ, ਚਲੋ ਆਪਾਂ ਅੱਜ ਦੇ ਦਿਨ ਲਈ ਇੰਟਰਾਡੇ ਦਾ ਟ੍ਰੇਡ ਕੈਨਸਲ ਕਰਦੇ ਹਾਂ। ਅੱਜ ਇੰਟਰਾਡੇ ਦਾ ਟ੍ਰੇਡ ਨਹੀਂ ਬਣ ਰਿਹਾ, ਚਲੋ ਅੱਜ ਇੰਟਰਾਡੇ ਦਾ ਟ੍ਰੇਡ ਨਹੀਂ ਬਣ ਰਿਹਾ, ਆਪਾਂ ਲੌਂਗ ਵਾਲਾ ਲੈ ਕੇ ਦੇਖ ਲੈਂਦੇ ਜੀ ਉਹ ਬਣਦਾ ਹੋਇਆ ਤਾਂ। ਹੁਣ ਲੌਂਗ ਦੇ ਲਈ ਆਪਾਂ ਕੀ ਕਰਨਾ? ਇਦਾਂ ਕਰੋ, ਡੇਲੀ ਕੈਂਡਲ ਲਗਾ ਲਓ, ਠੀਕ ਹੈ ਜੀ। ਜੇ ਆਪਾਂ ਡੇਲੀ ਕੈਂਡਲ ਲਗਾ ਕੇ, ਤਾਂ ਹੁਣ ਦੱਸੋ ਵੀ ਟ੍ਰੈਂਡ ਕਿੱਦਾਂ ਦਾ ਕੁਝ ਚੱਲ ਰਿਹਾ? ਅਪ ਟ੍ਰੈਂਡ ਹੈ। ਮਾਰਕੀਟ ਪਿਛਲੇ 7 ਸੈਸ਼ਨਸ ਤੋਂ ਕੰਸੋਲੀਡੇਸ਼ਨ ਦੇ ਵਿੱਚ ਸੀਗੀ, ਅੱਜ ਗੈਪ ਅਪ ਓਪਨ ਹੋਇਆ। ਆ ਦੇਖੋ, ਆ ਜਿਹੜਾ ਆਪਾਂ ਪ੍ਰਾਈਸ ਲਾਇਆ ਸੀਗਾ, ਮੈਂ ਕਹਿੰਦੀ ਸਪੋਰਟ ਅੱਜ ਦੀ ਨਹੀਂ, ਪਿੱਛੋਂ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ। ਦੇਖੋ ਇੱਥੇ ਰੈਕਟ ਕਰ ਰਹੀ ਹੈ, ਦੇਖੋ ਰੈਕਟ ਕਰ ਰਹੀ ਹੈ, ਰੈਕਟ ਕਰ ਰਹੀ ਹੈ, ਠੀਕ ਹੈ। ਤਾਂ ਜਿਹੜਾ ਅਸਲ ਦੇ ਵਿੱਚ ਕੀ ਹੈ, ਜਿਹੜਾ 17500 ਦਾ ਲੈਵਲ ਹੈ ਬੇਸਿਕਲੀ ਨਿਫਟੀ ਦਾ, ਉਹ ਕਾਫੀ ਕ੍ਰੂਸ਼ੀਅਲ ਲੈਵਲ ਹੈ। ਜੇ ਮਾਰਕੀਟ 17500 ਨੂੰ ਕ੍ਰਾਸ ਕਰ ਦਿੰਦੀ ਹੈ, ਅੱਜ ਉਹਨੇ ਕੋਸ਼ਿਸ਼ ਕੀਤੀ, ਅੱਜ ਤੋੜਿਆ, 513 ਤੱਕ ਗਈ ਹੈ, ਪਰ ਜੇ ਕੱਲ ਨੂੰ 2 ਵਾਰੀ ਹੋਰ ਬ੍ਰੀਚ ਕਰ ਜਾਂਦੀ ਹੈ, ਤਾਂ ਯਾਨੀ ਕਿ ਉਸ ਜਿਹੜਾ ਰੈਜ਼ਿਸਟੈਂਸ ਹੈ ਉਹ ਕੱਚਾ ਹੋ ਜਾਊਗਾ। ਮਾਰਕੀਟ ਜਿਵੇਂ ਇੱਕ ਵਾਰੀ 17500 ਨੂੰ ਕ੍ਰਾਸ ਕਰੂਗੀ ਨਾ, ਤਾਂ ਮਾਰਕੀਟ 'ਚ ਤੇਜ਼ੀ ਆ ਜਾਊਗੀ। ਇਹਦੀ ਸਮਝ ਰਹੇ ਹੋ ਕਿ ਜਦੋਂ ਮਾਰਕੀਟ 17500 ਦਾ ਰੈਜ਼ਿਸਟੈਂਸ ਤੋੜੂਗੀ, ਤਾਂ ਉਹਦੇ 'ਚ ਤੇਜ਼ੀ ਨਾਲ ਅੱਗੇ ਵਧੂਗੀ। ਮਾਰਕੀਟ ਬਸ ਉਹ 17500 ਨਹੀਂ ਤੋੜ ਪਾ ਰਹੀ ਹੈ, ਇਸ ਕਰਕੇ ਇੱਥੇ ਕੰਸੋਲੀਡੇਟ ਕਰ ਰਹੀ ਹੈ। ਹੁਣ ਇਸ ਤੋਂ ਬਾਅਦ ਕੀ ਹੋਏਗਾ? ਜਿਵੇਂ ਮਾਰਕੀਟ 17500 ਤੋੜੂਗੀ ਤੇ ਇੱਕ ਤੇਜ਼ੀ ਦੇਖਣ ਨੂੰ ਮਿਲੂਗੀ ਆਪਾਂ ਨੂੰ, ਉਹ ਤੇਜ਼ੀ ਮਾਰਕੀਟ ਨੂੰ ਇੱਕ ਨਵਾਂ ਹਾਈ ਤੱਕ ਲੈ ਕੇ ਜਾ ਸਕਦੀ ਹੈ। ਪੁਰਾਣਾ ਜਿਹੜਾ ਹਾਈ ਹੈ ਉਹ ਆਪਣਾ ਕਿੰਨਾ ਸੀਗਾ? 18365 ਨਹੀਂ, ਇਹ ਤੋਂ ਆ ਰਿਹਾ 18600, ਠੀਕ ਹੈ। ਹੋ ਸਕਦਾ ਜਦੋਂ 17500 ਕ੍ਰਾਸ ਕਰੇ ਤਾਂ ਮਾਰਕੀਟ ਇੱਕ ਨਵੇਂ ਹਾਈ ਵੱਲ ਨੂੰ ਵੱਧ ਜਾਏ। ਪਰ ਚਲੋ ਹੁਣ ਆਪਾਂ ਟਾਰਗੇਟ ਲੈ ਕੇ ਚੱਲਦੇ, ਜਿਹਦਾ ਆਪਾਂ ਸਿਰਫ ਕੱਲ ਦਾ ਟਾਰਗੇਟ ਲੈ ਕੇ ਚੱਲੀਏ, ਕੱਲ ਦੀ ਐਕਸਪਾਇਰੀ ਦਾ। ਆ ਸਰ ਤੁਹਾਡੇ ਸਾਹਮਣੇ ਚਾਰਟ ਹੈ ਜੀ, ਕੋਈ ਦੱਸ ਸਕਦਾ ਵੀ ਕੱਲ ਦੀ ਐਕਸਪਾਇਰੀ ਤੱਕ ਮਾਰਕੀਟ ਕਿੱਥੋਂ ਤੱਕ ਜਾ ਸਕਦੀ ਹੈ? ਕੱਲ ਵੈਸੇ ਵੀ ਵੀਰਵਾਰ ਹੈ, ਵੀਰਵਾਰ ਮੋਸਟਲੀ ਮਾਰਕੀਟ ਡਾਊਨ ਹੁੰਦੀ ਹੈ, ਕਿਉਂਕਿ ਸਾਰੇ ਲੋਕੀ ਕੀ ਕਰਦੇ ਆ, ਕਿਉਂਕਿ ਐਕਸਪਾਇਰੀ ਹੁੰਦੀ ਹੈ ਆਪਸ਼ਨਸ ਦੀ, ਫਿਊਚਰਸ ਦੀ ਵੀ ਐਕਸਪਾਇਰੀ ਹੁੰਦੀ ਹੈ, ਠੀਕ ਹੈ। ਤਾਂ ਜਿਹਦੀ ਵਜ੍ਹਾ ਕਰਕੇ ਕੀ ਹੁੰਦਾ, ਮਾਰਕੀਟ ਡਾਊਨ ਹੁੰਦੀ ਹੈ। ਕਿਉਂਕਿ ਜਿਹੜੇ ਲੋਕਾਂ ਨੇ ਫਿਊਚਰ ਖਰੀਦਿਆ ਹੁੰਦਾ, ਅਸਲ 'ਚ ਮੈਂ ਦੱਸਦਾ ਮਾਰਕੀਟ ਡਾਊਨ ਕਿਵੇਂ ਹੁੰਦੀ ਹੈ। ਜਿਹੜੇ ਲੋਕਾਂ ਨੇ ਫਿਊਚਰ ਖਰੀਦਿਆ ਹੈ, ਜਿਹੜੇ ਲੋਕਾਂ ਨੇ ਕੀ ਕੀਤਾ ਵੀ ਆਪਸ਼ਨ ਖਰੀਦਿਆ ਹੋਇਆ, ਠੀਕ ਹੈ। ਹੁਣ
ਵੀਵਰ ਐਕਸਪਾਇਰੀ ਵਾਲੇ ਦਿਨ ਕੀ ਹੈ, ਮੰਨ ਲਓ ਪ੍ਰੋਫਿਟ ਚ ਆਪਾਂ ਕੋਈ ਵੀ ਬੰਦਾ ਫਿਊਚਰ ਕਿਉਂ ਖਰੀਦਦਾ ਹੈ, ਕੋਈ ਵੀ ਬੰਦਾ ਆਪਸ਼ਨ ਕਿਉਂ ਖਰੀਦਦਾ, ਕਿਉਂਕਿ ਤਾਂ ਕਿ ਉਹਨੂੰ ਪ੍ਰੋਫਿਟ ਹੋ ਸਕੇ। ਹੁਣ ਮਾਰਕੀਟ ਚ ਕੀ ਹੋਇਆ ਕਿ ਪ੍ਰਾਈਸ ਚੱਲ ਰਿਹਾ ਸੀਗਾ, ਮੰਨ ਲਓ 400 ਰੁਪਏ ਦਾ 500 ਰੁਪਏ ਦਾ ਕਿਸੇ ਸ਼ੇਅਰ ਦਾ ਪ੍ਰਾਈਸ ਚੱਲ ਰਿਹਾ ਸੀ, ਮੈਂ ਉਹਦਾ ਸਟ੍ਰਾਈਕ ਚੱਕਿਆ ਹੋਇਆ ਸੀ 350 ਰੁਪਏ ਦਾ, ਤੇ ਜਿਹੜੀ ਚੀਜ਼ ਮਾਰਕੀਟ ਚ 400 ਦੀ ਮਿਲਣੀ ਸੀ, ਸੈਲਰ ਨੂੰ ਉਹ ਚੀਜ਼ 350 ਦੀ ਸੇਲ ਕਰਨੀ ਪੈ ਗਈ, ਤਾਂ ਉਹਦੀ ਵਜ੍ਹਾ ਕਰਕੇ ਕੀ ਹੋਇਆ, ਪ੍ਰਾਈਸ ਘਟੂਗਾ ਕਿ ਵਧੂਗਾ? ਕਲੀਅਰ? ਇਹਦੀ ਵਜ੍ਹਾ ਕਰਕੇ ਕਿਉਂਕਿ ਜਦੋਂ ਵੀਰਵਾਰ ਨੂੰ ਫਿਰ ਅਲਟੀਮੇਟਲੀ ਤਾਂ ਵੀਰਵਾਰ ਨੂੰ ਕੀ ਹੁੰਦਾ, ਸ਼ੇਅਰਸ ਦੀ ਬਾਇੰਗ ਤੇ ਸੈਲਿੰਗ ਹੁੰਦੀ ਹੈ, ਮਾਰਕੀਟ ਆਪਾਂ ਮਾਰਕੀਟ ਰੇਟ ਨਾਲੋਂ ਸਸਤਾ ਖਰੀਦ ਰਹੇ ਹਾਂ, ਤੇ ਜਦੋਂ ਵੀ ਆਪਾਂ ਕੋਈ ਚੀਜ਼ ਮਾਰਕੀਟ ਰੇਟ ਨਾਲੋਂ ਸਸਤੀ ਖਰੀਦਦੇ ਹਾਂ ਤਾਂ ਉਹ ਹੋਰ ਨੀਚੇ ਆਉਂਦੀ ਹੈ, ਠੀਕ ਹੈ? ਕਿਉਂਕਿ ਆਪਣੀ ਮੰਨ ਲਓ ਕਿਸੇ ਬੰਦੇ ਨੇ 2 ਲੱਖ ਸ਼ੇਅਰ ਲੈਣਾ, ਕਿਸੇ ਨੇ ਆਪਸ਼ਨ ਲਿਆ ਹੋਇਆ ਸੀ, ਕਿਸੇ ਨੇ ਫਿਊਚਰ ਚੱਕਿਆ ਹੋਇਆ ਸੀ, ਉਹ ਪ੍ਰੋਫਿਟ ਦੇ ਵਿੱਚ ਆ ਗਿਆ, ਉਹਨੇ 2 ਲੱਖ ਸ਼ੇਅਰ ਦੀ ਡਿਲੀਵਰੀ ਲੈਣੀ ਹੈ, ਮਾਰਕੀਟ ਰੇਟ 500 ਰੁਪਏ ਚੱਲ ਰਿਹਾ, ਉਹ ਕਹਿੰਦਾ ਜੀ ਆਪਣੀ ਤਾਂ ਕੰਟਰੈਕਟ ਹੋਇਆ ਸੀ, ਮੈਂ ਤਾਂ 300 ਰੁਪਏ ਚ ਲੈਣਾ। ਤੇ ਜਦੋਂ ਮਾਰਕੀਟ ਰੇਟ ਨਾਲੋਂ ਘੱਟ ਰੇਟ ਤੇ ਆਰਡਰ ਲੱਗ ਕੇ ਤੁਹਾਨੂੰ ਉਹ ਡਿਲੀਵਰੀ ਮਿਲ ਰਹੀ ਹੈ, ਤਾਂ ਆਬਵੀਅਸਲੀ ਮਾਰਕੀਟ ਥੋੜਾ ਜਿਹਾ ਡਾਊਨ ਆ ਜਾਂਦੀ ਹੈ, ਤੇ ਇਸੇ ਕਰਕੇ ਵੀਰਵਾਰ ਮਾਰਕੀਟ ਡਾਊਨ ਰਹਿੰਦੀ ਹੈ। ਹੁਣ ਇਸ ਨਾਲ ਸੋਚ ਕੇ ਚੱਲੋ ਕਿ ਕੱਲ ਵੀਰਵਾਰ ਹੈ, ਐਕਸਪਾਇਰੀ ਦਾ ਦਿਨ ਹੈ, ਮਾਰਕੀਟ ਡਾਊਨ ਹੋ ਸਕਦੀ ਹੈ, ਤਾਂ ਆਪਾਂ ਕੀ ਕਰੀਏ? ਜਾਂ ਆਪਾਂ ਵੇਟ ਕਰੀਏ ਵੀ ਇੱਕ ਵਾਰੀ 17500 ਦਾ ਲੈਵਲ ਟੱਪ ਹੀ ਜਾਵੇ, ਫੇਰ ਹੀ ਆਪਾਂ ਬਾਇੰਗ ਬਣਾਵਾਂਗੇ। ਆਪਾਂ ਸਰ ਫਿਰ ਕੱਲ ਪੁੱਟ ਤੇ ਬਾਈ ਕਰ ਸਕਦੇ ਹਾਂ। ਹੁਣ ਆਪਾਂ ਕੀ ਕਰਾਂਗੇ, ਕੱਲ ਦੇ ਦਿਨ ਲਈ ਜਿਹੜੀ ਆਪਾਂ ਫਰੈਸ਼ ਬਾਇੰਗ ਕਰਨੀ ਹੈ ਜਾਂ ਸੈਲਿੰਗ ਕਰਨੀ ਹੈ, ਜਾਂ ਆਪਾਂ ਬਾਈ ਪੁੱਟ ਬਾਈ ਕਰਨੀ ਹੈ, ਕਾਲ ਬਾਈ ਕਰਨੀ ਹੈ, ਉਹ ਆਪਾਂ ਕੱਲ ਦੇ ਦਿਨ ਦੇ ਹਾਲਾਤ ਦੇਖ ਕੇ ਕਰਾਂਗੇ, ਕੀ ਚੱਲ ਰਿਹਾ ਮਾਰਕੀਟ ਦੇ ਵਿੱਚ, ਇੰਟਰਾਡੇ ਆਪਾਂ ਅੱਜ ਨਹੀਂ ਦੇਖਾਂਗੇ। ਜੇ ਮੈਂ ਲੌਂਗ ਟਰਮ ਲਈ ਥੋੜੀ ਜਿਹੀ ਮੈਂ ਆਪਣੀ ਸਟ੍ਰੈਟਜੀ ਬਣਾ ਰਿਹਾ, ਤਾਂ ਮੈਂ ਤੁਹਾਨੂੰ ਦੱਸਦਾ ਕਿ 17500 ਦੇ ਉੱਪਰ ਇੱਕ ਰੈਜ਼ਿਸਟੈਂਸ ਹੈ, ਮਾਰਕੀਟ ਉੱਪਰ ਨੂੰ ਜਾਣਾ ਚਾਹ ਰਹੀ ਹੈ, ਪਰ 17500 ਰੈਜ਼ਿਸਟੈਂਸ ਫੇਸ ਹੋਣ ਦੀ ਵਜ੍ਹਾ ਕਰਕੇ ਮਾਰਕੀਟ ਅਜੇ ਉੱਪਰ ਨਹੀਂ ਜਾ ਰਹੀ, ਤੇ ਜਿੰਨੀ ਮਾਰਕੀਟ 17500 ਨੂੰ ਕ੍ਰਾਸ ਕਰੇਗੀ ਆਪਾਂ ਫਰੈਸ਼ ਬਾਇੰਗ ਕਰ ਸਕਦੇ ਹਾਂ। ਫਿਰ ਭਾਵੇਂ ਆਪਾਂ ਲੌਂਗ ਲੈ ਕੇ ਚੱਲੀਏ, ਸਵਿੰਗ ਟ੍ਰੇਡ ਲੈ ਲਈਏ ਹਫਤੇ ਦੀ, ਭਾਵੇਂ ਫਿਰ ਆਪਾਂ 3 ਹਫ਼ਤੇ ਜਾਂ ਮਹੀਨੇ ਦੀ ਲੈ ਲਈਏ, ਤਾਂ ਆਪਾਂ ਇੱਕ ਨਵੀਂ ਟ੍ਰੇਡ ਉਹ ਪਾ ਸਕਦੇ ਹਾਂ। ਇੱਕ ਵਾਰੀ ਮਾਰਕੀਟ ਨੂੰ 17500 ਦਾ ਲੈਵਲ, ਕਿਉਂਕਿ ਜਦੋਂ ਵੀ ਮਾਰਕੀਟ ਸਪੋਰਟ ਦੇ ਉੱਪਰ ਖੜੀ ਹੁੰਦੀ ਹੈ ਜਾਂ ਰੈਜ਼ਿਸਟੈਂਸ ਦੇ ਉੱਪਰ ਖੜੀ ਹੁੰਦੀ ਹੈ, ਤਾਂ ਸਭ ਤੋਂ ਬੈਟਰ ਆਪਸ਼ਨ ਹੁੰਦਾ ਵੇਟ ਕਰਨਾ ਕਿ ਜਾਂ ਤਾਂ ਸਪੋਰਟ ਤੋੜ ਦੇ ਜਾਂ ਸਪੋਰਟ ਲੈ ਕੇ ਵਾਪਸ ਮੁੜ ਜੇ, ਜਾਂ ਰੈਜ਼ਿਸਟੈਂਸ ਨੂੰ ਤੋੜ ਦੇ ਜਾਂ ਰੈਜ਼ਿਸਟੈਂਸ ਤੋਂ ਰਿਜੈਕਸ਼ਨ ਖਾ ਕੇ ਨੀਚੇ ਨੂੰ ਆ ਜੇ, ਫਿਰ ਹੀ ਆਪਾਂ ਕੋਈ ਸਟੈਪ ਅੱਗੇ ਫਾਰਵਰਡ ਕਰਨਾ ਹੁੰਦਾ। ਕਲੀਅਰ ਹੈ ਜੀ ਸਾਰਿਆਂ ਨੂੰ? ਠੀਕ ਹੈ ਸਰ। ਠੀਕ ਹੈ ਜੀ। ਅੱਜ ਦੇ ਦਿਨ ਲਈ ਆਪਾਂ ਇੰਟਰਾਡੇ ਆਪਣਾ ਨਹੀਂ ਸੀ ਬਣ ਪਾ ਰਿਹਾ, ਕਿਉਂਕਿ ਆਪਾਂ ਨੂੰ ਪਤਾ ਕਿ ਉੱਪਰ ਰੈਜ਼ਿਸਟੈਂਸ ਹੀ ਇਦਾਂ ਦੀ ਆਈ ਪਈ ਹੈ ਕਿ ਸਿਰਫ 10 ਪੁਆਇੰਟ ਹੈ, ਤਾਂ 10 ਪੁਆਇੰਟਾਂ ਨਾਲ ਆਪਣੀ ਗੱਲ ਨਹੀਂ ਬਣਨੀ, ਘੱਟੋ ਘੱਟ 20-25 ਮੂਵ ਹੋਣ ਤਾਂ ਆਪਾਂ ਕਰ ਸਕਦੇ ਹਾਂ। ਚਲੋ ਸਰ, ਅੱਜ ਆਪਣੀ ਸਾਰੀ ਜੀ ਜਿਹੜੀ ਗ੍ਰੀਕਸ ਹੈ ਉਹ ਆਪਣੇ ਕੰਪਲੀਟ ਹੋ ਗਏ ਆ। ਹੁਣ ਇੱਕ ਤਾਂ ਮੈਂ ਤੁਹਾਨੂੰ ਆਈਬੀ ਕਰਾਉਣੀ ਹੈ, ਵੈਸੇ ਆਪਾਂ ਆਈਬੀ ਵੀ ਕਰਾਂਗੇ, ਤੇ ਕੱਲ ਤੋਂ ਮੈਂ ਤੁਹਾਨੂੰ ਸਟ੍ਰੈਟਜੀਜ਼ ਵੀ ਕਰਾਉਣੀ ਹੈ। ਕੱਲ ਮੋਸਟ ਪ੍ਰੋਬਬਲੀ ਆਪਾਂ ਸਟ੍ਰੈਟਜੀ ਸਟਾਰਟ ਕਰਦੇ ਹਾਂ। ਕਲੀਅਰ ਹੈ ਜੀ? ਠੀਕ ਹੈ ਸਰ। ਕੋਈ ਇੱਕ ਕੁਐਸਚਨ ਵੀ ਹਾਂਜੀ ਕੁਐਸਚਨ ਰਿਗਾਰਡਿੰਗ ਏਜੰਡਾ, ਜਿੰਨੀਆਂ ਆਪਣਾ ਕਲਾਸਾਂ ਰਹਿ ਗਈਆਂ ਨੇ, ਸੋ ਬੇਸਿਕਲੀ ਆਪਣਾ ਕੀ ਆ ਏਜੰਡਾ, ਜਿੱਦਾਂ 20 ਡਿਫਰੈਂਟ ਸਟ੍ਰੈਟਜੀਜ਼ ਤੁਸੀਂ ਕੱਲ ਤੋਂ ਸਟਾਰਟ ਕਰੋਗੇ, ਉਸ ਤੋਂ ਇਲਾਵਾ ਕੀ ਆ ਹੋਰ ਆਪਣਾ ਕਲਾਸ ਦੇ ਵਿੱਚ ਪੈਂਡਿੰਗ ਜਿਹੜਾ ਰਹਿ ਗਿਆ? ਉਸ ਤੋਂ ਇਲਾਵਾ ਸਰ ਕਲਾਸ ਦੇ ਵਿੱਚ ਆਪਣਾ ਇੱਕ ਤਾਂ ਆਪਾਂ ਸਟ੍ਰੈਟਜੀਜ਼ ਹੀ ਕਰਨੀਆਂ ਹੈਗੀਆਂ ਨੇ ਜੀ। ਇੱਕ ਆਪਾਂ ਜਿਵੇਂ ਡੇਲੀ ਡੇ ਟੂ ਡੇ ਬੇਸਿਸ ਤੇ ਆਪਾਂ ਬਸ ਇਹ ਕਿ ਉਹੀ ਚੀਜ਼, ਜਿਵੇਂ ਵੀ ਐਂਟਰੀ ਐਗਜ਼ੈਕਟ ਆਪਾਂ ਐਂਟਰੀ ਕਿੱਥੇ ਲੈ ਸਕਦੇ ਹਾਂ, ਆਪਾਂ ਐਗਜ਼ਿਟ ਕਿੱਥੇ ਕਰ ਸਕਦੇ ਹਾਂ, ਸਟਾਪ ਲਾਸ ਕਿੱਥੇ ਰੱਖਣਾ, ਕਿਉਂਕਿ ਉਹ ਸਟ੍ਰੈਟਜੀ ਦੇ ਅਕੋਰਡਿੰਗ ਹੀ ਆਪਾਂ ਕਰਾਂਗੇ ਨਾਲ। ਠੀਕ ਹੈ, ਤਾਂ ਆਪਾਂ ਉਹ ਚੀਜ਼ ਕਰਾਂਗੇ। ਬੇਸਿਕਲੀ ਜਿਹੜੀ ਮੇਜਰ ਚੀਜ਼ ਰਹਿ ਗਈ ਆਪਣੀਆਂ 20 ਸਟ੍ਰੈਟਜੀਜ਼ ਰਹਿ ਗਈਆਂ ਨੇ ਕਿ ਕਿਹੜੀ ਸਟ੍ਰੈਟਜੀ ਕਦੋਂ ਕੰਮ ਆਉਂਦੀ ਹੈ। ਹੁਣ ਜਿਵੇਂ ਆਪਾਂ ਗੱਲ ਕਰਦੇ ਹਾਂ, ਆਪਾਂ ਨੂੰ ਇੰਨਾ ਪਤਾ ਵੀ ਜਾਂ ਤਾਂ ਕਾਲ ਬਾਈ ਕਰ ਲਓ ਜਾਂ ਪੁੱਟ ਬਾਈ ਕਰ ਲਓ, ਜਾਂ ਕਾਲ ਸੈਲ ਕਰ ਲਓ ਜਾਂ ਪੁੱਟ ਸੈਲ ਕਰ ਲਓ। ਆਪਾਂ ਸਪਰੈਡ ਬਣਾ ਸਕਦੇ ਹਾਂ, ਆਪਾਂ ਸਟ੍ਰੈਂਗਲ ਚੀਜ਼ ਕੀ ਹੁੰਦੀ ਹੈ, ਸਪਰੈਡ ਚੀਜ਼ ਕੀ ਹੈ, ਆਇਰਨ ਬਟਰਫਲਾਈ ਕੀ ਚੀਜ਼ ਹੈ, ਮੈਂ ਲਿਮਿਟਡ ਪ੍ਰੋਫਿਟ ਕਦੋਂ ਲੈਣਾ, ਅਨਲਿਮਿਟਡ ਪ੍ਰੋਫਿਟ ਕਦੋਂ ਲੈਣਾ, ਮੈਂ ਆਪਦਾ ਲਾਸ ਲਿਮਿਟਡ ਕਦੋਂ ਕਰਨਾ, ਅਨਲਿਮਿਟਡ ਲਾਸ ਮੈਂ ਕਦੋਂ ਲੈ ਕੇ ਚੱਲਣਾ, ਆਪਾਂ ਸਟ੍ਰੈਟਜੀਜ਼ ਦੇ ਵਿੱਚ ਸਿੱਖਾਂਗੇ। ਤੇ ਜਦੋਂ ਆਪਾਂ ਸਟ੍ਰੈਟਜੀਜ਼ ਦੀ ਗੱਲ ਕਰਦੇ ਹਾਂ, ਇਹ ਸਟ੍ਰੈਟਜੀਜ਼ ਮਿਕਸਡ ਹੋਣਗੀਆਂ ਇੰਟਰਾਡੇ, ਸਵਿੰਗਸ ਐਂਡ ਲੌਂਗ ਟਰਮ, ਜਾਂ ਪਾਰਟਿਕੂਲਰਲੀ ਤੁਸੀਂ ਕਿਸੇ ਇੱਕ ਪਾਸੇ ਨੂੰ ਫੋਕਸ ਕਰੋਗੇ? ਜਦੋਂ ਆਪਾਂ ਇੰਟਰਾਡੇ ਕਰਦੇ ਨਾ, ਇੰਟਰਾਡੇ ਹਮੇਸ਼ਾ ਬਾਈ ਨਾਲ ਕਰੋ, ਸਿਰਫ ਸਿੰਗਲ ਕਾਲ ਬਾਈ ਜਾਂ ਸਿੰਗਲ ਕਾਲ ਸੈਲ। ਇੰਟਰਾਡੇ ਦੇ ਵਿੱਚ ਕੋਈ ਵੀ ਸਟ੍ਰੈਟਜੀ ਨਾ ਅਪਲਾਈ ਕਰੋ। ਇੰਟਰਾਡੇ ਸਿਰਫ ਦੋ ਚੀਜ਼ਾਂ ਨਾਲ ਹੁੰਦੀ ਹੈ, ਕਾਲ ਬਾਈ ਕਰ ਲਓ ਜਾਂ ਪੁੱਟ ਬਾਈ ਕਰ ਲਓ। ਕਿਉਂਕਿ ਜੇ ਆਪਾਂ ਸੈਲ ਵੀ ਕਰਦੇ ਹਾਂ, ਉਹ ਵੀ ਆਪਾਂ ਫਿਰ 1 ਡੇ ਲਈ ਨਹੀਂ ਸੈਲ ਕਰਦੇ, ਸੈਲਿੰਗ ਵੀ ਆਪਾਂ ਘੱਟੋ ਘੱਟ ਉਹੀ ਗੱਲ ਵੀ 2-4 ਦਿਨ ਜਾਂ 7 ਦਿਨ ਐਟਲੀਸਟ ਹਫਤਾ ਰੱਖਦੇ ਹਾਂ, ਕਿਉਂਕਿ ਆਪਾਂ ਸਾਰਾ ਪ੍ਰੀਮੀਅਮ ਖਾਣਾ ਹੁੰਦਾ।
ਤੇ ਜਦੋਂ ਵੀ ਆਪਾਂ ਇੰਟਰਡੇ ਦੀ ਗੱਲ ਕਰਦੇ ਹਾਂ, ਇੰਟਰਡੇ ਆਪਾਂ ਸਿਰਫ ਤੁਸੀਂ ਕਾਲ ਬਾਈ ਤੇ ਕਾਲ ਸੈਲ ਵੀ ਕਰ ਦੋਗੇ ਲੌਂਗ ਇਨ ਦਾ ਮਨੀ ਜਾ ਕੇ, ਡੀਪ ਇਨ ਦਾ ਮਨੀ ਜਾ ਕੇ, ਉਸ ਦੇ ਨਾਲ ਤੁਹਾਡਾ ਪ੍ਰੋਫਿਟ ਹੋ ਜਾਣਾ। ਆਪਾਂ ਸਟ੍ਰੈਟਜੀਜ਼ ਇਸ ਕਰਕੇ ਬਣਾ ਕੇ ਰੱਖਦੇ ਕਿ ਸਾਨੂੰ ਐਗਜ਼ੈਕਟ ਪ੍ਰੋਫਿਟ ਹੋਵੇ, ਵਧੀਆ ਪ੍ਰੋਫਿਟ ਹੋਵੇ, ਸਾਡਾ ਰਿਸਕ ਘੱਟ ਜੇ। ਇੰਟਰਡੇ 'ਚ ਆਪਾਂ ਰਿਸਕ ਨੂੰ ਇਦਾਂ ਨਹੀਂ ਘਟਾ ਸਕਦੇ। ਹਾਂ, ਤੁਸੀਂ ਜਿਹੜੀ ਆਪਾਂ ਸਪਰੈਡ ਦੀ ਗੱਲ ਕਰਦੇ ਹੋ ਉਹਨੂੰ ਆਪਾਂ ਇੰਟਰਡੇ 'ਚ ਯੂਜ਼ ਕਰ ਸਕਦੇ ਹਾਂ। ਸਪਰੈਡ ਹੈ ਉਹਨੂੰ ਆਪਾਂ ਇੰਟਰਡੇ 'ਚ ਯੂਜ਼ ਕਰ ਸਕਦੇ ਹਾਂ, ਪਰ ਜਿਹੜੀਆਂ ਬਾਕੀ ਸਟ੍ਰੈਟਜੀਜ਼ ਉਹ ਇੰਟਰਡੇ ਲਈ ਨਹੀਂ ਹੈ। ਸੋ ਬੇਸਿਕਲੀ ਉਹ ਆਪਣੀਆਂ ਸਵਿੰਗਸ ਜਾਂ ਸ਼ਾਰਟ ਟਰਮ ਹੋਣਗੀਆਂ ਸਟ੍ਰੈਟਜੀ, ਐਟਲੀਸਟ 1 ਵੀਕ ਤੋਂ ਚੱਲਣਗੀਆਂ ਆਪਣੀਆਂ, ਫਿਰ ਉਹ 1 ਵੀਕ ਤੋਂ ਬਾਅਦ ਹੀ ਆਪਾਂ ਐਗਜ਼ੈਕਟ ਪ੍ਰੋਫਿਟ ਦੇਣਗੀਆਂ। ਓਕੇ ਸਰ ਸੈਲਿੰਗ ਦੀ ਵੀ ਕੋਈ ਸਟ੍ਰੈਟਜੀਜ਼ ਤੇ ਦੱਸੋਗੇ ਜਾਂ ਬਾਏ ਦੀ ਹੋਣਗੀਆਂ ਆਪਣੀਆਂ ਜ਼ਿਆਦਾ ਸਟ੍ਰੈਟਜੀ? ਪ੍ਰੋਪਰ ਆਪਾਂ ਨਾ ਜਿਹੜੀਆਂ ਸਟ੍ਰੈਟਜੀਜ਼ ਬਾਇੰਗ ਜਾਂ ਸੈਲਿੰਗ ਦੀਆਂ ਨਹੀਂ, ਸਟ੍ਰੈਟਜੀਜ਼ ਇਹ ਹੈ ਕਿ ਮਾਰਕੀਟ ਮੰਨ ਲਓ ਕੰਸੋਲੀਡੇਸ਼ਨ ਦੇ ਵਿੱਚ ਹੈ ਤਾਂ ਆਪਾਂ ਕਿਹੜੀ ਸਟ੍ਰੈਟਜੀ ਲਗਾ ਲਈਏ। ਆਪਾਂ ਇਹੋ ਜਿਹੀਆਂ ਸਟ੍ਰੈਟਜੀਜ਼ ਕਰਨੀਆਂ ਨੇ ਕਿ ਸਰ ਸਾਨੂੰ ਪਤਾ ਹੀ ਨਹੀਂ ਜੀ ਮਾਰਕੀਟ ਨੇ ਉੱਪਰ ਜਾਣਾ ਕਿ ਨੀਚੇ ਜਾਣਾ, ਹੁਣ ਅਸੀਂ ਕੀ ਕਰੀਏ। ਤਾਂ ਆਪਾਂ ਇੱਕ ਸਟ੍ਰੈਟਜੀ ਲਗਾਵਾਂਗੇ, ਮਾਰਕੀਟ ਚਾਹੇ ਉੱਪਰ ਜਾਵੇ ਚਾਹੇ ਨੀਚੇ ਜਾਵੇ ਆਪਾਂ ਨੂੰ ਤਾਂ ਵੀ ਪ੍ਰੋਫਿਟ ਹੋਏਗਾ। ਆਪਾਂ ਫਿਰ ਇੱਕ ਸਟ੍ਰੈਟਜੀ ਲਗਾਵਾਂਗੇ, ਸਰ ਮੈਨੂੰ ਲੱਗਦਾ ਕਿ ਮਾਰਕੀਟ ਜਾਂ ਤਾਂ ਗਿਰੂਗੀ ਜਾਂ ਉੱਪਰ ਚੜੂਗੀ, ਪਰ ਐਟਲੀਸਟ ਇਸ ਪੁਆਇੰਟ ਤੇ ਤਾਂ ਨਹੀਂ ਆਉਂਦੀ। ਮੈਨੂੰ ਮੰਨ ਲਓ ਮੈਂ ਕਹਿੰਦਾ ਸਰ ਮੈਨੂੰ ਇੰਨਾ ਪਤਾ ਜੀ ਕਿ ਮਾਰਕੀਟ ਨਾ ਜਾਂ ਤਾਂ 17,500 ਤੋਂ ਉੱਪਰ ਰਹੂਗੀ, ਜਾਂ ਫਿਰ ਜੇ ਗਿਰ ਗਈ ਤਾਂ 17,400 ਤੋਂ ਨੀਚੇ ਜਾਊਗੀ, 400 ਤੋਂ ਲੈ ਕੇ 500 ਦੇ ਵਿੱਚ ਨਹੀਂ ਆਉਂਦੀ। ਤਾਂ ਆਪਣੇ ਕੋਲ ਉਹਦੇ ਲਈ ਵੀ ਸਟ੍ਰੈਟਜੀ ਹੈ ਕਿ ਜੇ 500 ਤੋਂ ਉੱਪਰ ਮਾਰਕੀਟ ਕ੍ਰੋਸ ਕਰ ਜੇ ਤਾਂ ਵੀ ਮੇਰਾ ਪ੍ਰੋਫਿਟ ਹੋ ਜੇ, ਜੇ 400 ਤੋਂ ਨੀਚੇ ਚਲੀ ਜਾਵੇ ਤਾਂ ਵੀ ਮੇਰਾ ਪ੍ਰੋਫਿਟ ਹੋ ਜੇ। ਮੇਰਾ ਲਾਸ ਕਦੋਂ ਹੋਊਗਾ, ਜੇ ਬਾਈ ਚਾਂਸ ਮਾਰਕੀਟ 17,400 ਤੋਂ ਲੈ ਕੇ 500 ਦੇ ਵਿੱਚ ਰਹੇਗੀ ਤਾਂ ਲਾਸ ਹੈ। ਕਈ ਵਾਰ ਆਪਾਂ ਕਹਿੰਦੇ ਵੀ ਸਰ ਹੋ ਸਕਦਾ ਕੱਲ ਨੂੰ ਗੈਪ ਅਪ ਹੋ ਜੇ, ਹੋ ਸਕਦਾ ਕੱਲ ਨੂੰ ਗੈਪ ਡਾਊਨ ਹੋ ਜੇ, ਮੈਂ ਸ਼ੋਰ ਨਹੀਂ ਗਾ। ਤੇ ਉਹਦੇ ਲਈ ਆਪਣੇ ਕੋਲ ਸਟ੍ਰੈਟਜੀ ਹੈ ਕਿ ਜੇ ਗੈਪ ਹੁੰਦਾ ਜਾਂ ਗੈਪ ਡਾਊਨ ਹੁੰਦਾ, ਮੈਨੂੰ ਪਤਾ ਨਹੀਂ ਕੀ ਹੋਣਾ, ਪਰ ਦੋਵਾਂ 'ਚ ਜਿਹੜਾ ਮਰਜ਼ੀ ਹੋ ਜਾਏ ਸਰ ਮੇਰਾ ਪ੍ਰੋਫਿਟ ਪੱਕਾ ਹੋ ਜੇ, ਆਪਾਂ ਉਹ ਇਦਾਂ ਦੀਆਂ ਸਟ੍ਰੈਟਜੀਜ਼ ਕਰਾਂਗੇ। ਓਕੇ, ਥੈਂਕ ਯੂ ਬ੍ਰਦਰ। ਠੀਕ ਹੈ ਸਰ, ਹੁਣ ਆਪਾਂ ਮਿਲਦੇ ਹਾਂ ਜੀ ਕੱਲ ਨੂੰ ਸਟ੍ਰੈਟਜੀਜ਼ ਦੇ ਨਾਲ।